ਸਤਿ ਸ਼੍ਰੀ ਅਕਾਲ ਜੀ। ਮੈਂ ਅਮਰੀਕ ਸਿੰਘ। ਅੱਜ ਮੈਂ ਪਹੁੰਚਿਆ ਠੁੱਲੇਵਾਲ, ਜ਼ਿਲ੍ਹਾ ਬਰਨਾਲਾ ਦੇ ਵਿੱਚ। ਇੱਥੋਂ ਦੇ ਇੱਕ ਕਿਸਾਨ ਨੇਗੇ ਸਰਦਾਰ ਹਰਬੰਸ ਸਿੰਘ ਠੁੱਲੇਵਾਲ, ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਜੈਵਿਕ ਖੇਤੀ ਕਰ ਰਹੇ ਨੇ। ਇਹਨਾਂ ਨੇ ਅੱਜ ਆਪਣੇ ਖੇਤ ਦੇ ਵਿੱਚ ਇੱਕ ਟ੍ਰੇਨਿੰਗ ਕੈਂਪ ਲਾਇਆ ਗਾ, ਜਿਸ ਦੇ ਵਿੱਚ ਇਹ ਦੱਸਣਗੇ ਕਿ ਕੋਧਰਾ ਕਦੋਂ ਬੀਜਿਆ ਜਾਂਦਾ ਹੈ ਤੇ ਇਹਦੀ ਕੀ ਸਾਂਭ ਸੰਭਾਲ ਹੈ। ਤੇ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਪੁੱਛਣ ਦੀ ਕਿ ਇਹਨਾਂ ਨੇ ਆਪਣੇ ਖੇਤ ਦੇ ਵਿੱਚ ਹੋਰ ਕੀ ਕੀ ਲਾਇਆ ਹੋਇਆ ਹੈ। ਆਜੋ ਦੋਸਤੋ, ਦੇਖਦੇ ਹਾਂ ਇਹਨਾਂ ਦਾ ਖੇਤ। ਸਤਿ ਸ਼੍ਰੀ ਅਕਾਲ ਦੋਸਤੋ। ਸਰ ਆਪਣਾ ਨਾਮ ਦੱਸ ਦਿਓ ਪਹਿਲਾਂ। ਮੇਰਾ ਨਾਮ ਹਰਵੰਤ ਸਿੰਘ ਜੀ, ਸਾਬਕਾ ਸਰਪੰਚ ਪਿੰਡ ਠੁੱਲੇਵਾਲ ਜੀ। ਪਿੰਡ ਠੁੱਲੇਵਾਲ ਜ਼ਿਲ੍ਹਾ ਬਰਨਾਲਾ ਦੇ ਵਿੱਚ ਪੈਂਦਾ ਜੀ। ਹਾਂਜੀ, ਜ਼ਿਲ੍ਹਾ ਬਰਨਾਲਾ ਜੀ। ਤੇ ਥੋੜਾ ਜੀ ਇਹਦੇ ਬਾਰੇ ਦੱਸੋ ਵੀ ਇਹ ਬੂਟਾ ਕਾਹਦਾ ਹੈਗਾ। ਇਹ ਹੈਗਾ ਜੀ ਐਵੋਕਾਡੋ। ਠੀਕ ਹੈ ਜੀ। ਇਹ ਮੈਕਸੀਕੋ ਦਾ ਬੂਟਾ ਜੀ, ਅਮਰੀਕਾ ਦੇ ਵਿੱਚ ਹੁੰਦਾ ਜੀ। ਇਹਨੂੰ ਮੱਖਣ ਫਰੂਟ ਵੀ ਕਹਿੰਦੇ ਆ ਜੀ ਆਪਾਂ। ਸੁਪਰ ਫੂਡ ਆ ਜੀ ਇਹ ਕੋਈ ਆਪਾਂ ਬਾਜ਼ਾਰ 'ਚੋਂ ਲੈਣਾ ਹੋਵੇ ਤਾਂ 700-800 ਤੋਂ ਲੈ ਕੇ 1000 ਰੁਪਏ ਤੱਕ ਆਪਾਂ ਨੂੰ ਮਿਲਦਾ ਗਾ। ਪਰ ਆਪਾਂ ਨੂੰ ਜੋ ਸੇਲ ਕਰਨਾ ਗਾ ਆਪਾਂ 500 ਰੁਪਏ ਕਿਲੋ ਤੋਂ ਮੰਨ ਕੇ ਚੱਲਣਾ ਗਾ। ਇਹ 5ਵੇਂ ਸਾਲ ਤੋਂ ਫਲ ਦੇਣਾ ਸ਼ੁਰੂ ਕਰ ਦਿੰਦਾ। 14 ਸਾਲ ਤੇ ਜਾ ਕੇ 12 ਸਾਲ ਤੇ 2 ਕੁਇੰਟਲ ਫਲ ਦੇ ਦਿੰਦਾ ਜੀ। 100 ਕੁ ਬੂਟਾ 1 ਏਕੜ 'ਚ ਲੱਗਦਾ ਗਾ। ਆਏ ਮੰਨੋ ਤੁਹਾਨੂੰ 12-13 ਸਾਲ ਦੇ ਵਿੱਚ, 14 ਸਾਲ ਦੇ ਵਿੱਚ ਜੀ 1 ਏਕੜ ਦੇ ਵਿੱਚੋਂ 1 ਕਰੋੜ ਦੀ ਇਨਕਮ ਹੋਣੀ ਸ਼ੁਰੂ ਹੋ ਜੂ ਜੀ। ਇੰਨੀ ਇਨਕਮ ਕਿਤੇ ਵੀ ਤੁਸੀਂ ਬਾਹਰਲੇ ਖਿੱਤੇ 'ਚ ਵਗ ਜਾਓ, ਦੁਨੀਆ ਦੇ ਕਿਸੇ ਹਿੱਸੇ 'ਚ ਵਗ ਜਾਓ, ਤੁਹਾਨੂੰ ਇੰਨੀ ਕਮਾਈ ਨਹੀਂ ਹੋਣੀ। ਮੈਂ ਜਿਹੜੇ ਕੋਈ ਨੌਜਵਾਨ ਵੀਰ ਸੁਣਦੇ ਨੇ ਜਿਹੜੇ ਬਾਹਰ ਨੂੰ ਭੱਜਦੇ ਨੇ, ਉਹਨਾਂ ਨੂੰ ਬੇਨਤੀ ਕਰਦਾ ਅਜਿਹੀਆਂ ਖੇਤੀਆਂ ਵਿੱਚ ਆਉਣ ਦੀ ਖੇਚਲ ਕਰੋ। ਠੀਕ ਹੈ ਜੀ। ਤੇ ਇਹ ਬੂਟਾ ਜੀ? ਇਹ ਬੂਟਾ ਹੈਗਾ ਡਰੈਗਨ ਫਰੂਟ। ਡਰੈਗਨ ਫਰੂਟ ਆ ਜਿਹੜਾ, ਇਹ ਵੀ ਬਹੁਤ ਵਧੀਆ ਜੀ, ਬਹੁਤ ਵਧੀਆ ਜੀ ਤੱਤ ਨੇ ਜੀ। ਅਤੇ ਹਰ ਇੱਕ ਜਿਹੜੀ ਆਪਣੀ ਬਾਡੀ ਆ ਜੀ, ਤੱਤ ਨੇ ਜੀ, ਵਿਟਾਮਿਨ ਨੇ, ਇਹ ਪੂਰੇ ਕਰਦਾ ਜੀ। ਇਸ ਤਰ੍ਹਾਂ ਹੀ ਆਪਣਾ ਐਵੋਕਾਡੋ ਪੂਰਾ ਕਰਦਾ ਜੀ। ਅਤੇ ਬੰਦਾ ਬਿਮਾਰ ਹੀ ਨਹੀਂ ਹੋ ਸਕਦਾ ਜੀ। ਇਹ ਕਿੰਨੀ ਉਮਰ ਦਾ ਜੀ ਲਗਭਗ? ਇਹ 2 ਸਾਲ ਤੋਂ ਉੱਪਰ ਹੋ ਗਿਆ ਜੀ ਹੁਣ। ਠੀਕ ਹੈ ਜੀ। ਇਹਦੀ ਕੀਮਤ ਕੀ ਹੈ ਜੀ, ਬੂਟਾ ਕਿਸੇ ਨੇ ਲੈਣਾ ਹੋਵੇ ਜੀ? ਇਹਦੀ ਕੀਮਤ ਹੈਗੀ ਜੀ, ਕੋਈ ਸਿੰਗਲ ਬੂਟਾ ਲੈਣਾ ਜੀ ਤਾਂ 70 ਰੁਪਏ, ਜੇ ਕਿਸੇ ਨੇ ਜ਼ਿਆਦਾ ਲੈਣੇ 100 ਤੋਂ ਵੱਧ ਤਾਂ 60 ਰੁਪਏ ਜੀ। ਠੀਕ ਹੈ ਜੀ। ਬਾਕੀ ਇਹ ਕਿਸਾਨ ਵੀਰ ਨੇ ਅੱਜ ਪਿੰਡ ਠੁੱਲੇਵਾਲ ਦੇ ਵਿੱਚ ਤੇ ਆਪਣੇ ਖੇਤ ਦੇ ਵਿੱਚ ਇਹਨਾਂ ਨੇ ਟ੍ਰੇਨਿੰਗ ਕੈਂਪ ਲਾਇਆ ਹੈਗਾ ਕਿਸਾਨਾਂ ਵਾਸਤੇ, ਜਿਹਦੇ ਵਿੱਚ ਤੁਸੀਂ ਕੋਧਰਾ ਬਾਰੇ ਜਾਣਕਾਰੀ ਦੇਣੀ ਹੈ ਜੀ। ਹਾਂਜੀ, ਕੋਧਰਾ, ਕੰਗਣੀ, ਰਾਗੀ ਜੀ, ਇਹ ਬਾਬੇ ਨਾਨਕ ਦੀ ਖੇਤੀ ਹੈ ਜੀ। ਇੱਕ ਪਾਣੀ ਨਾਲ ਪੱਕ ਜਾਂਦੀ ਹੈ ਜੀ। ਬਹੁਤ ਵਧੀਆ ਬਦਲਾ ਜੀ। ਆਪਾਂ ਨੂੰ ਇਹਨਾਂ ਲੋਕਾਂ ਤੋਂ ਜਿਹੜੇ ਉੱਚੇ ਘਰਾਣੇ ਨੇ, ਸਾਮਰਾਜੀ ਘਰਾਣੇ ਨੇ, ਇਹਨਾਂ ਤੋਂ ਆਪਾਂ ਬਿਜਲੀ ਖਰੀਦਦੇ ਹਾਂ ਜੀ, ਉਹ ਖਰੀਦਣ ਦੀ ਆਪਾਂ ਨੂੰ ਲੋੜ ਨਹੀਂ ਪੈਣੀ। ਇੱਕ ਪਾਣੀ ਨਾਲ ਪੱਕ ਕੇ ਉਹ ਤਿਆਰ ਹੋ ਜਾਂਦਾ ਜੀ। ਉਹਦੀ ਅੱਜ ਟ੍ਰੇਨਿੰਗ ਆ ਜੀ। ਅਤੇ ਜ਼ਿਮੀਂਦਾਰਾਂ ਨੂੰ ਬੀਜ ਵੀ ਦਿੱਤੇ ਜਾਣਗੇ ਜੀ, ਦੱਸਿਆ ਵੀ ਜਾਵੇਗਾ ਇਸ ਤਰ੍ਹਾਂ ਬੀਜਣਾ, ਇਸ ਤਰ੍ਹਾਂ ਦੀ ਖੇਤੀ ਕਰਨੀ ਜੀ। ਬਾਕੀ ਤੁਸੀਂ ਕਿੰਨੀ ਖੇਤ ਦੇ ਉੱਪਰ ਇਹ ਖੇਤੀ ਕਰ ਰਹੇ ਹੋ ਜੀ? ਮੈਂ ਜੀ ਜਿਹੜਾ ਡਰੈਗਨ ਫਰੂਟ ਆ ਜਾਂ ਹੋਰ ਆ ਚੰਦਨਾ ਗਾ, ਇਹ ਮੈਂ ਕੋਈ 2 ਕਿੱਲਿਆਂ 'ਚ ਲਾਇਆ ਹੋਇਆ ਜੀ, 2 ਏਕੜ 'ਚ ਜੀ। ਠੀਕ ਹੈ ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਸ਼ੁਕਰੀਆ ਜੀ। ਬਾਕੀ ਦੇਖਦੇ ਹਾਂ ਤਾਂ ਦੋਸਤੋ ਵੀ ਕਿੱਦਾਂ ਬੀਜੀ ਜਾਂਦੀ ਹੈਗੀ ਕੰਗਣੀ, ਕੋਧਰਾ, ਅਤੇ ਕੀ ਰੇਟ ਆ ਉਹਨਾਂ ਦਾ। ਉੱਥੇ ਚੱਲ ਕੇ ਦੇਖ ਦਿਆਂਗੇ, ਵੀਡੀਓ ਸ਼ੂਟ ਕਰਾਂਗੇ ਉਹ ਵੀ ਅੱਗੇ। ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਹੁਣ ਆਪਾਂ ਜਿਹੜਾ ਜਿਸ ਮਕਸਦ ਲਈ ਆਪਾਂ ਇਕੱਠੇ ਹੋਇਆਂਗੇ, ਤੁਸੀਂ ਇੱਥੇ ਆਏ ਹੋ, ਪਧਾਰੇ ਹੋਗੇ। ਆਪਾਂ ਪਹਿਲਾਂ ਬਾਗਬਾਨੀ ਦੀ ਜਿਹੜੀ ਹੈਗੀ ਆ ਉਹਦੀ ਸ਼ੁਰੂਆਤ ਕਰਦੇ ਹਾਂ ਦੱਸਣੀ, ਕੱਲੀ ਗੱਲ ਦੀ। ਉਸ ਤੋਂ ਬਾਅਦ ਜਗਤਾਰ ਸਿੰਘ ਜੀ ਜੈਤੋ, ਜੋ ਕਿ ਇੱਕ ਸਰਕਾਰੀ ਨੌਕਰੀ ਛੱਡ ਕੇ ਇਹਨਾਂ ਦੱਸਣਗੇ ਆਪਦੇ ਵਾਸਤੇ ਇਸ ਖੇਤੀ ਦੇ ਵਿੱਚ ਇਹਨਾਂ ਨੇ ਯੋਗਦਾਨ ਪਾਇਆ ਕਰਾਉਣ ਦੇ ਵਿੱਚ। ਹੋਰ ਬਹੁਤ ਸਾਰੇ ਇਹਨਾਂ ਵਾਂਗੂ ਵੱਡੇ ਲੋਕ ਨੇ ਜਿਹੜੇ ਸੂਝਵਾਨ ਨੇ, ਡਾਕਟਰ ਨੇਗੇ ਜਾਂ ਵਕੀਲ ਨੇਗੇ, ਜਾਂ ਚੰਗੀ ਸੋਝੀ ਰੱਖਦੇ ਹੈਗੇ ਬੰਦੇ, ਸਮਾਜ ਸੇਵੀ ਨੇ, ਉਹ ਇਸ ਖੇਤੀ ਨੂੰ ਤਰਜੀਹ ਦਿੰਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦੀ ਲੋੜ ਆ ਗਈ। ਅਤੇ ਅਸੀਂ ਸਭ ਤੋਂ ਪਹਿਲਾਂ 2016 ਦੇ ਵਿੱਚ ਡਰੈਗਨ ਫਰੂਟ ਸ਼ੁਰੂ ਕੀਤਾ ਸੀਗਾ। ਡਰੈਗਨ ਦਾ ਬੂਟਾ ਕੋਈ ਚੱਕ ਲਿਓ ਉੱਧਰੋਂ। ਅਤੇ 2017 ਦੇ ਵਿੱਚ ਅਸੀਂ ਜਿਹੜਾ ਚੰਦਨ ਸੀ ਉਹ ਸ਼ੁਰੂ ਕੀਤਾ ਸੀਗਾ। ਅਤੇ ਹੁਣ ਮੈਂ ਪਹਿਲੇ ਬੂਟੇ ਤੋਂ ਤੁਹਾਨੂੰ ਜਾਣਕਾਰੀ ਦੇਣਾ ਸ਼ੁਰੂ ਕਰਦਾ।
ਇਹ ਮੋਰਿੰਗਾ ਹੈਗਾ ਜੀ, ਝੁਆਂਜਣਾ ਵੀ ਕਹਿੰਦੇ ਆ ਇਹਨੂੰ ਆਪਾਂ, ਮੋਰਿੰਗਾ ਵੀ ਕਹਿੰਦੇ ਆ। ਬਹੁਤ ਸਾਰੇ ਜਿਹੜੇ ਇੱਥੇ ਬੈਠੇ ਹੈਗੇ ਸੂਝਵਾਨ, ਉਹਨਾਂ ਨੂੰ ਇਸ ਬਾਰੇ ਪਤਾ ਵੀ ਹੋਊਗਾ। ਇਹ 300 ਬਿਮਾਰੀਆਂ ਲੜਨ ਦੇ ਸਮਰੱਥ ਹੈ। 300 ਬਿਮਾਰੀਆਂ ਨੂੰ ਇਹ ਦੂਰ ਕਰਨ ਦੀ ਸਮਰੱਥਾ ਰੱਖਦਾ ਗਾ। ਬਹੁਤ ਸਾਰੀ ਆਕਸੀਜਨ ਦਿੰਦਾ ਗਾ। ਇਹਦੇ ਉੱਤੇ ਫਲੀਆਂ ਦੇ ਰੂਪ ਵਿੱਚ ਵੀ ਇਹਨੂੰ ਆਪਾਂ ਸਬਜ਼ੀ ਬਣਾ ਕੇ, ਚਟਣੀ ਬਣਾ ਕੇ ਪੱਤਿਆਂ ਦੀ, ਸਿੱਧੇ ਪੱਤੇ ਇਹਦੀ ਦਾਤਣ ਕਰਕੇ ਆਪਾਂ ਦਾਤਣ ਕਰੋ, ਮੂੰਹ ਸਾਫ਼ ਕਰੋ। ਜਿਹੜੀ ਲਾਸਟ ਘੁੱਟ ਹੈ ਉਹਨੂੰ ਆਪਾਂ ਅੰਦਰ ਲੰਘਾ ਲਓ, ਚਮਤਕਾਰੀ ਜਿਹੜੇ ਨਤੀਜੇ ਤੁਹਾਡੇ ਸਾਹਮਣੇ ਆਉਣਗੇ। ਦੂਜਾ ਇਹ ਜਿਹੜਾ ਫਾਇਦਾ ਕਰਦਾ, ਜਿਵੇਂ ਆਪਾਂ ਹਰਾ ਚਾਰਾ ਬੀਜਦੇ ਹਾਂ, ਇਹ ਤੁਸੀਂ 100-200 ਬੂਟਾ ਲਾ ਲਓ। ਜਦੋਂ ਹੁਣ ਐਡਾ ਕੁ ਹੋ ਗਿਆ, ਇਹਨੂੰ ਕੱਟ ਲਓ ਜੜ ਚੋਂ ਥੋੜ੍ਹਾ ਜਿਹਾ ਉੱਚਾ, ਇਹ ਫੇਰ ਦੁਬਾਰਾ ਫੁੱਟ ਜਾਏਗਾ। ਪਸ਼ੂਆਂ ਨੂੰ ਇਹ ਪਾਵੋ, ਨਾ ਤੁਹਾਡੇ ਪਸ਼ੂ ਬਿਮਾਰ ਹੋਣ ਅਤੇ ਹਰੇ ਦੀ ਕੋਈ ਘਾਟ ਨਹੀਂ ਆਊਗੀ। ਬਹੁਤ ਸਾਰਾ ਕੈਲਸ਼ੀਅਮ ਹੈ ਇਹਦੇ ਵਿੱਚ, ਬਹੁਤ ਸਾਰੇ ਵਿਟਾਮਿਨ ਹੈਗੇ। ਅੱਧੀ ਖੁਰਾਕ ਪਾਉਣੀ ਪਊਗੀ ਤੁਹਾਨੂੰ ਦੂਜੀ, ਨਾ ਤੁਹਾਡੇ ਡਾਕਟਰਾਂ ਕੋਲ ਕੋਈ ਡਾਕਟਰ ਆਵੇ, ਡੰਗਰਾਂ ਕੋਲੇ। ਇਹ ਗੁਣ ਨੇਗੇ। ਆਪਾਂ ਇਹਨੂੰ ਬੀਜਣਾ ਵੀ ਆ। ਹੁਣ ਫਲੀਆਂ ਲੱਗ ਜਾਣਗੀਆਂ, ਸੜਕਾਂ 'ਤੇ ਖੜ੍ਹਿਆ ਗਿਆ, ਫਲੀਆਂ ਤੋੜ ਕੇ ਤੁਸੀਂ 100-100 200 ਬੂਟਾ ਆਪਣਾ ਹਰੇ ਚਾਰੇ ਦੇ ਨਾਲ ਲਾਵੋ, ਆਪ ਵੀ ਖਾਵੋ, ਪਸ਼ੂਆਂ ਨੂੰ ਵੀ ਖਵਾਵੋ, ਅਤੇ ਸਾਰੇ ਹੀ ਇਹ ਆਪਣਾ ਕੰਮ ਕਰਦਾ ਔਰਗੈਨਿਕ ਦਾ। ਆਹ ਬੂਟਾ ਜਿਹੜਾ ਤੁਸੀਂ ਦੇਖ ਰਹੇ ਹੋ, ਇਹਦਾ ਨਾਮ ਹੈਗਾ ਮਹਾਂਗਣੀ। ਹਿੰਦੀ 'ਚ ਇਹਨੂੰ ਮਹਾਂਗਣੀ ਕਹਿੰਦੇ ਆ। ਇਹ ਜਹਾਜ਼ਾਂ, ਜਿਹੜੇ ਸਮੁੰਦਰੀ ਜਹਾਜ਼ ਨੇ, ਲੱਕੜੀ ਉੱਥੇ ਉਪਯੋਗ ਹੁੰਦੀ ਆ, ਫਰਨੀਚਰ ਦੇ ਵਿੱਚ ਉਪਯੋਗ ਹੁੰਦੀ ਆ, ਜੋੜੀਆਂ ਲਾਉਣੇ ਆਪਾਂ ਉਹਦੇ ਵਿੱਚ ਜੋੜ ਇਹ ਵਰਤੋਂ 'ਚ ਆਉਂਦੀ ਆ। ਇਹ ਲਾਲ ਭਾਅ ਦੀ ਇਹ ਰੰਗ ਤਾਂ ਦਿੰਦਾ ਗਾ ਜਦੋਂ ਵਿੱਚੋਂ ਨੂੰ ਕੱਢ ਦਿਆਂਗੇ, ਅਤੇ ਇਹਦੇ 'ਤੇ ਰੰਗ ਕਰਨ ਦੀ ਲੋੜ ਨਹੀਂ, ਚਾਹੇ 100 ਸਾਲ 'ਤੇ ਮੀਂਹ ਪਈ ਜਾਵੇ। ਇਹ 10 ਸਾਲਾਂ 'ਚ ਕੋਈ 20-25 ਹਜ਼ਾਰ ਦਾ ਘੱਟੋ ਘੱਟ ਹੋ ਜਾਂਦਾ। ਇਹ 70-80 ਫੁੱਟ ਤੱਕ, 100 ਫੁੱਟ ਤੱਕ ਵੀ ਉੱਚਾ ਜਾਣ ਦੀ ਸਮਰੱਥਾ ਰੱਖਦਾ। ਆਪਣੀ ਧਰਤੀ 'ਚ ਬਹੁਤ ਵਧੀਆ ਹੁੰਦਾ, ਲੱਗਿਆ ਖੜਾ ਪਿਛਲੇ ਬੰਨੇ। ਇਹ ਥੱਲੇ ਵਾਲੇ ਪੱਤੇ ਝਾੜੀ ਜਾਂਦਾ, ਉੱਪਰ ਵਾਲੇ ਪੱਤੇ ਰੱਖਦਾ। ਖੇਤ ਨੂੰ ਆਪਾਂ ਕਹਿੰਦੇ ਹਾਂ ਵੀ ਛਾਇਆ ਹੋ ਗਈ, ਇਹ ਸਗੋਂ ਨਾਈਟ੍ਰੋਜਨ ਦਿੰਦਾ ਗਾ, ਖੇਤ ਨੂੰ ਉਪਜਾਊ ਬਣਾਉਂਦਾ। ਇਹ ਪੱਤੇ ਛਿੜਦੇ ਆਗੇ, ਅਤੇ ਆਪਾਂ ਇਹਦੇ ਵਿੱਚ ਖੇਤੀ ਵੀ ਕਰ ਸਕਦੇ ਹਾਂ ਬਿਨਾਂ ਝੋਨੇ ਤੋਂ। ਝੋਨੇ ਦਾ ਆਪਾਂ ਬਦਲਾ ਜਿਹੜਾ ਕੋਧਰਾ ਹੈਗਾ, ਝੋਨੇ ਦਾ ਆਪਾਂ ਖੇਤਾਂ 'ਚੋਂ ਆਟੋਮੈਟਿਕ ਹੀ ਖਤਮ ਕਰਨਾ, ਅਤੇ ਤੁਸੀਂ ਖਤਮ ਕਰ ਦੋਗੇ ਕਿਸੇ ਦਿਨ, ਕਿਉਂਕਿ ਝੋਨਾ ਜਿਹੜਾ ਸਾਰੀਆਂ ਬਿਮਾਰੀਆਂ ਦਾ ਆਪਾਂ ਨੂੰ ਦੇ ਰਿਹਾ ਹੈਗਾ, ਪ੍ਰਦਾਨ ਕਰ ਰਿਹਾ ਹੈ। ਪਾਣੀ ਮੁਕਾ ਰਿਹਾ ਹੈਗਾ, ਵਾਤਾਵਰਨ ਖਰਾਬ ਕਰ ਰਿਹਾ ਹੈਗਾ। ਅਤੇ ਝੋਨਾ ਪੈਦਾ ਕਰਨ ਦੇ ਵਿੱਚ 1 ਕਿੱਲੋ ਦੇ ਉੱਤੇ 3000 ਲੀਟਰ ਆ ਜਿਹੜਾ ਉਹ ਪਾਣੀ ਲੱਗਦਾ ਗਾ। 1 ਕਿੱਲੋ ਜਿਹੜਾ ਝੋਨਾ ਆਪਣਾ 20 ਰੁਪਈਆਂ ਦਾ ਵਿਕਦਾ, 3000 ਜਿਹੜਾ ਲੀਟਰ ਹੈਗਾ ਉਹ 60,000 ਦਾ ਜਿਹੜਾ ਪਾਣੀ ਆਪਾਂ ਹਜਾਇਆ ਭੇਜ ਦਿੰਦੇ ਹਾਂ, ਅਤੇ ਵੱਟਦੇ ਆਪਾਂ 20 ਰੁਪਈਆ। ਇਸ ਕਰਕੇ ਆਪਾਂ ਨੂੰ ਇਹ ਗੱਲਾਂ ਸੋਚਣ ਦੀ ਜ਼ਰੂਰਤ ਹੈ। ਇਹ ਮਹਾਂਗੁਣੀ ਹੈ ਜੀ, ਇਹ ਵੀ ਖੇਤ ਦੇ ਆਲੇ ਦੁਆਲੇ ਵਿੱਚ ਤੁਸੀਂ ਲਾ ਸਕਦੇ ਹੋ। ਇਹ ਬੂਟਾ ਹੈਗਾ ਜੀ ਚੰਦਨ, ਜਿਹੜਾ ਕਿ ਅੱਗੇ ਆਪਾਂ ਗੁਰਬਾਣੀ 'ਚ ਸੁਣਦੇ ਸੀ ਚੰਦਨ। ਇਹ ਉਹ ਬੂਟਾ ਹੈਗਾ। ਆਹ ਜਿਹੜਾ ਇਹਦਾ ਨਾਲ ਬੂਟਾ ਲੱਗਿਆ ਹੋਇਆ, ਇਹ ਹਰ ਦਾ ਹੈ, ਕਿਉਂਕਿ ਜਿਹੜਾ ਇਹ ਬੂਟਾ ਹੈਗਾ, ਅੱਧੀ ਖੁਰਾਕ ਇਹ ਆਪਦੀ ਧਰਤੀ 'ਚੋਂ ਲੈਂਦਾ, ਅੱਧੀ ਇਹ ਆਪਣੇ ਗੁਆਂਢੀ ਤੋਂ। ਪਹਿਲਾਂ ਇਹ ਹਰ ਲਾਉਣੀ ਹੈ, ਅਤੇ ਗੱਠ ਦੂਰੀ 'ਤੇ, ਇੰਨੀ ਜੜ 'ਚ ਨਹੀਂ ਲਾਉਣੀ। ਹਰ ਤੋਂ ਇਹ ਨਾਈਟ੍ਰੋਜਨ ਵਗੈਰਾ ਜੋ ਵੀ ਹੈਗਾ ਇਹਦੀਆਂ ਜੜ੍ਹਾਂ ਲੈ ਲੈਂਦੀਆਂ ਨੇ। ਉਸ ਤੋਂ ਬਾਅਦ ਆਪਾਂ ਇਹਦੇ ਦੂਰ ਆ ਜਿਹੜਾ 6 ਫੁੱਟ 'ਤੇ 12 ਫੁੱਟ ਦੇ ਵਿਚਾਲੇ ਇੱਕ ਆਪਾਂ ਔਲੇ ਦਾ ਬੂਟਾ ਲਾਉਣਾ ਗਾ। ਕੁਛ ਬੂਟੇ ਆਪਾਂ ਅਮਰੂਦ ਦੇ ਲਾਉਣੇ ਆ, ਕੁਛ ਆਪਾਂ ਅਨਾਰ ਦੇ ਲਾਉਣੇ ਆ, ਤਾਂ ਕਿ ਆਪਾਂ ਨੂੰ ਕੁਛ ਹੋਰ ਵੀ ਖਾਣ ਨੂੰ ਮਿਲ ਸਕੇ। ਫਲਦਾਰ ਬੂਟੇ, ਮੌਸਮੀ ਵੀ ਲਾ ਸਕਦੇ, 1-2 ਬੂਟੇ ਜ਼ਿਆਦਾ। ਇਹਦੇ 'ਚ ਔਲਾ ਲਾਉਣਾ। ਇਹ ਜਿੱਦੇ ਅਸੀਂ 2016 ਦੇ ਵਿੱਚ ਲਾਇਆ ਸੀਗਾ, ਉੱਦੇ ਇਹਦੀ ਜਿਹੜੀ ਕੀਮਤ ਸੀ ਲੱਕੜੀ ਦੀ, ਹਾਰਡਵੁੱਡ ਦੀ, ਉਹ ਹੈਗੀ ਸੀ 15,000 ਰੁਪਈਆ ਕਿੱਲੋ। ਅੱਜ ਦਾ ਜਿਹੜਾ ਰੇਟ ਹੈ ਇੰਟਰਨੈੱਟ 'ਤੇ, ਉਹ ਹੈਗਾ 26,000 ਰੁਪਏ ਕਿੱਲੋ। 10,000 ਵੱਧ ਗਿਆ 4 ਸਾਲਾਂ 'ਚ, ਅਤੇ ਉਸ ਆਉਣ ਵਾਲੇ ਸਮੇਂ 'ਚ ਤਾਂ ਹੋਰ ਵੀ ਬਹੁਤ ਵਧੇਗਾ। ਇਹ 12 ਤੋਂ 15 ਸਾਲ ਦੇ ਵਿੱਚ 20 ਤੋਂ ਲੈ ਕੇ 30 ਕਿੱਲੋ ਤੱਕ ਆਪਾਂ ਨੂੰ ਲੱਕੜੀ ਦੇ ਦਿੰਦਾ, ਜਿਹਦੀ ਕਿ 25-26,000 ਰੁਪਏ ਕੀਮਤ ਆ। ਜੇ ਆਪਾਂ 25 ਕਿੱਲੋ ਨੂੰ 20,000 ਨਾਲ ਜਰਬ ਕਰ ਲਈਏ ਤਾਂ ਇਹ 5 ਲੱਖ ਦਾ ਬੂਟਾ ਬਣਦਾ ਜੀ ਤੁਹਾਡਾ। 300 ਬੂਟਾ ਲੱਗਦਾ ਜੀ।
1 ਏਕੜ ਦੇ ਵਿੱਚ। ਹੁਣ ਤੁਸੀਂ ਆਪ ਹੀ ਹਿਸਾਬ ਲਓ, ਤੁਹਾਡਾ ਇਹ ਕਰੋੜਾਂ 'ਚ ਰੁਪਈਆ ਚਲਿਆ ਜਾਂਦਾ 10-15 ਕਰੋੜ ਦਾ। ਇਹ ਜਿਹੜਾ ਚੰਦਨ ਹੈਗਾ ਤੁਹਾਨੂੰ 12 ਤੋਂ 15 ਸਾਲ 'ਚ ਇਹ ਪ੍ਰਾਪਤ ਹੋ ਜਾਊਗਾ। ਇਹ ਹੈ ਜੀ ਚੰਦਨ, 2016 ਤੋਂ ਆਪਾਂ ਸ਼ੁਰੂ ਕੀਤਾ। ਹੁਣ ਜਿਹੜਾ ਆਪਣਾ ਚੰਦਨ ਖੜਾ ਹੈਗਾ ਅੱਜ ਇਹ 12-13 ਇੰਚ ਦਾ ਲਵੇਟ ਦਾ ਮੋਟਾ ਹੋ ਗਿਆ ਤੇ 12-13 ਫੁੱਟ ਇਹ ਉੱਚਾ ਹੋ ਗਿਆ। ਇਹ ਬੂਟਾ ਹੈਗਾ ਜੀ ਐਵੋਕਾਡੋ, ਜਿਹੜਾ ਕਿ ਮੈਕਸੀਕੋ, ਅਮਰੀਕਾ, ਅਫਰੀਕਾ ਦੇ ਵਿੱਚ ਇਹ ਬੂਟਾ ਹੋ ਰਿਹਾ ਹੈਗਾ। ਤਾਰਾ ਸਿੰਘ ਜੀ ਕਿੱਥੇ ਖੜੇ ਨੇ? ਸਰਪੰਚ ਸਾਹਿਬ। ਹਾਂਜੀ, ਆ ਤਾਰਾ ਸਿੰਘ ਸਰਪੰਚ ਸਾਹਿਬ ਨੇ ਮੈਨੂੰ 8 ਇਹ ਲੈ ਕੇ ਆਉਂਦੇ ਸੀਗੇ ਐਵੋਕਾਡੋ ਦੇ ਬੀਜ। ਉਹ 8 ਉਗਾ ਲਏ ਸੀਗੇ। 8 ਦੇ ਵਿੱਚੋਂ 3 ਖੇਤ ਚਲਾਤੇ ਸੀ, 1 ਮਾਰ ਗਿਆ ਸੀ, 2 ਖੜੇ ਹੈਗੇ ਬਰਕਰਾਰ ਹੈ। ਕੁਛ ਮਿੱਤਰ ਪਿਆਰੇ ਲੱਗੇ। ਅਫਰੀਕਾ 'ਚੋਂ ਲੈ ਕੇ ਆਇਆ ਜੀ ਇਹ ਮੁੰਡਾ, ਉੱਥੇ ਕੰਮ ਕਰਦਾ ਜੀ, ਕੰਬਾਈਨਾਂ ਚਲਾਉਂਦਾ। ਸਾਡਾ ਪੁਰਾਣਾ ਸਰਪੰਚ ਆ ਤਾਰਾ ਸਿੰਘ, ਅਤੇ ਉਹ ਵੀ ਬਿਲਕੁਲ ਇਸ ਤਰ੍ਹਾਂ ਦਾ ਅਤੇ ਬਹੁਤ ਵਧੀਆ ਇਹਨੂੰ ਫਲ ਲੱਗਦਾ ਗਾ। ਆਪਣੇ ਜਿਹੜਾ ਇਹਨੂੰ ਫਲ ਲੱਗੂ ਜੀ 5ਵੇਂ ਸਾਲ ਤੋਂ ਸ਼ੁਰੂ ਹੋਊਗਾ। ਆ ਬੀਜ ਵਾਲੇ ਨੂੰ 12-13 ਸਾਲ ਦੇ ਵਿੱਚ ਜਾ ਕੇ ਇਹਨੇ 14 ਸਾਲ ਦੇ ਵਿੱਚ ਜਾ ਕੇ 2 ਕੁਇੰਟਲ ਇਹਨੇ ਫਲ ਦੇਣਾ ਜੀ ਤੁਹਾਨੂੰ। ਜੇ ਆਪਾਂ ਬਾਜ਼ਾਰ ਦੇ ਵਿੱਚ ਉਹਦਾ ਲੈ ਕੇ ਆਉਂਦੇ ਹਾਂ 800-900 1000 ਰੁਪਏ ਕਿਲੋ ਆਪਾਂ ਨੂੰ ਮਿਲਦਾ ਗਾ ਅੱਜ ਦੀ ਡੇਟ ਦੇ ਵਿੱਚ, ਅਤੇ ਆਪਾਂ ਇਹਨੂੰ 500 ਰੁਪਏ ਕਿਲੋ ਹੀ ਲਾਉਂਦੇ ਹਾਂ। 13-14 ਸਾਲ ਦੇ ਵਿੱਚ 2 ਕੁਇੰਟਲ ਹੋ ਜੂ। ਮੰਨ ਲਓ ਕਿ 1 ਲੱਖ ਰੁਪਈਆ ਇਹ ਜਿਹੜਾ ਤੁਹਾਨੂੰ ਫਰੂਟ ਦਊਗਾ। 100 ਬੂਟਾ ਇਹ ਏਕੜ 'ਚ ਲੱਗਦਾ ਗਾ। 12-13 ਸਾਲ 'ਚ ਜਾ ਕੇ ਤੁਹਾਨੂੰ 1 ਕਰੋੜ ਦੀ ਇਨਕਮ ਆ ਜਿਹੜੀ ਪਹੁੰਚ ਜਾਏਗੀ, ਹੋ ਜਾਏਗੀ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਜਾਇਓ, ਕਿਤੇ ਵੀ ਆਪਦੇ ਬੱਚਿਆਂ ਨੂੰ ਭੇਜ ਦਿਓ, ਤੁਹਾਨੂੰ ਕਰੋੜ ਰੁਪਈਆ ਨਹੀਂ ਦੇਵੇਗਾ। ਇਸ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਨਾ ਖੇਚਲਾ ਕਰੋ। ਉਹਨਾਂ ਨੂੰ ਸਮਝਾਵੋ। ਐਵੇਂ 15-15 ਲੱਖ ਰੁਪਈਆ, 20-20 ਲੱਖ ਰੁਪਈਆ, 30-30 ਲੱਖ ਰੁਪਈਆ ਉਹਨਾਂ 'ਤੇ ਲਾਉਂਦੇ ਬੱਚਿਆਂ 'ਤੇ, ਬੇਘਰ ਕਰਦੇ, ਉੱਥੇ ਧੱਕੇ ਖਾਂਦੇ ਫਿਰਦੇ ਆ। ਅਤੇ ਆਪਾਂ ਜੇ ਸੂਝ-ਬੂਝ ਨਾਲ ਚੱਲੀਏ, ਜਾਣਕਾਰੀ ਨਾਲ ਚੱਲੀਏ, ਤਾਂ ਆਪਣਾ ਬਾਹਰਲਾ ਮੁਲਕ USA ਇੱਥੇ ਹੀ ਹੈਗਾ। ਇਹ ਹੈਗਾ ਜੀ ਐਵੋਕਾਡੋ, ਇਹ ਬੀਜ ਵਾਲਾ। ਅਤੇ ਹੁਣ ਮੈਂ ਤੁਹਾਨੂੰ ਗ੍ਰਾਫਟਡ ਦਿਖਾਉਣਾ। ਇਹ ਵੀ ਬੂਟਾ ਐਵੋਕਾਡੋ ਹੈ ਜੀ, ਇਹ ਗ੍ਰਾਫਟਡ ਹੈ। ਜਿਹੜਾ ਬੀਜ ਵਾਲਾ ਬੂਟਾ ਗਾ ਉਹ 5 ਸਾਲਾਂ 'ਚ ਫਲ ਦਿੰਦਾ। ਇਹ ਤੀਜੇ ਸਾਲ 'ਚ ਦੇਣਾ ਸ਼ੁਰੂ ਕਰਦਾ। 2 ਸਾਲ ਪਹਿਲਾਂ ਫਲ ਦਿੰਦਾ, ਉਹ 2 ਸਾਲ ਬਾਅਦ 'ਚ ਦਿੰਦਾ। ਪਰ ਉਹ ਜ਼ਿਆਦਾ ਦਊਗਾ, ਉਹਦੀ ਉਮਰ ਜ਼ਿਆਦਾ ਹੋਊਗੀ। ਇਹ ਫਲ ਘੱਟ ਦਊਗਾ, ਇਹਦੀ ਉਮਰ ਵੀ ਘੱਟ ਹੋਊਗੀ। ਇਸ ਕਰਕੇ ਉਹ ਤਾਂ ਇਹ ਆਪਾਂ ਮਿਕਸ ਲਾਉਣੇ ਹੈਗੇ, ਅੱਧੇ ਉਹ ਲਾਉਣੇ, ਅੱਧੇ ਇਹ ਲਾਉਣੇ, ਤਾਂ ਕਿ ਆਪਾਂ ਫਲ ਵੀ ਪਹਿਲਾਂ ਲੈਣਾ ਸ਼ੁਰੂ ਕਰ ਲਈਏ। ਉਹਦੀ ਜ਼ਿਆਦਾ ਜਿਹੜੀ ਹੈਗੀ ਆਪਾਂ ਨੂੰ ਬੈਨੀਫਿਟ ਆ ਲਾਉਣ ਦਾ। ਫਿਰ ਆਪਾਂ 2 ਸਾਲ ਲੇਟ ਜਦੋਂ ਉਡੀਕਦਾ ਜ਼ਿਮੀਦਾਰ ਤਾਂ ਇਹ ਕਹਿੰਦਾ ਮੈਨੂੰ ਦੂਜੇ ਦਿਨ ਮਿਲ ਜੇ, ਵੀ ਉਹ ਜਿਹੜੀ ਲੇਟ ਆ ਥੋੜ੍ਹੀ ਜਿਹੀ ਇਹ ਕੱਢ ਦੂਗਾ, ਅਤੇ ਜਿਹੜਾ ਪਛੇਤੀ ਆਮਦਨ ਆ ਉਹ ਕੱਢ ਦੂਗਾ। ਇਹ ਹੈਗੇ ਨੇ ਦੋਨੇ ਕਿਸਮ ਦੇ। ਆ ਗ੍ਰਾਫਟਡ ਕਹਿੰਦੇ ਆ, ਕਲਮ ਤੋਂ ਹੁੰਦਾ, ਕਲਮ ਤੋਂ ਇਹ ਹੁੰਦਾ ਜੀ। ਇਹ ਹੈਗਾ ਜੀ ਬਾਂਸ, ਬੰਬੂ ਕਹਿੰਦੇ ਆ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ। ਇਹ ਬਹੁਤ ਸਾਰੀ ਆਕਸੀਜਨ ਦਿੰਦਾ। ਇਹ ਬਹੁਤ ਜ਼ਿਆਦਾ ਆਕਸੀਜਨ ਦਿੰਦਾ। ਇਹਨੂੰ ਆਪਾਂ ਕਿਸੇ ਖੂੰਜੇ 'ਤੇ 1-2 ਬੂਟੇ ਲਾਉਣੇ ਜ਼ਰੂਰੀ ਹੈ ਹਰੇਕ ਨੂੰ, ਤਾਂ ਕਿ ਆਪਾਂ ਨੂੰ ਸਬਜ਼ੀ ਵਾਸਤੇ, ਬੇਲਾਂ ਵਾਸਤੇ, ਜਾਂ ਕੋਈ ਛੱਪਰ ਬਣਾਉਣਾ ਜਾਂ ਕੋਈ ਹੋਰ ਕਰਨਾ ਗਾ। ਇਹਦਾ 1 ਬੂਟਾ ਜਿਹੜਾ ਇਹ ਤੀਜੇ ਸਾਲ ਤੋਂ ਇਹ ਕਟਾਈ ਦੇਣੀ ਸ਼ੁਰੂ ਕਰ ਦਿੰਦਾ। ਬਾਂਸ ਬਹੁਤ ਲੰਬਾ ਵੱਧਦਾ ਗਾ। ਕੋਈ ਨੂੰ ਖਾਦ ਖੁਰਾਕ ਦੀ ਲੋੜ ਨਹੀਂ, ਕਿਸੇ ਕਿਸਮ ਦੀ ਲੋੜ ਨਹੀਂ। ਇਹ 100-100, 150-150, 200 ਸਾਂਖ ਹੋ ਜਾਂਦੀ ਆ। ਇਹ 50-60 ਰੁਪਏ ਦਾ 100 ਤੱਕ ਵੀ ਇਹ 1 ਬਾਂਸ ਹੋ ਜਾਂਦਾ। ਜੇ 100 ਲਾਈਏ ਆਪਾਂ, 50 ਨੂੰ ਵੀ ਲਾਈਏ ਤਾਂ 5000 ਦਾ ਹੋ ਗਿਆ। 100 ਪੀਸ ਹੀ ਲਾ ਲਓ ਤੁਸੀਂ ਕਿੰਨੇ ਦਾ ਹੋ ਗਿਆ। ਇਹ ਵੀ 5-10 ਲੱਖ ਤੋਂ ਸ਼ੁਰੂ ਹੋ ਕੇ 10-15 ਲੱਖ ਤੱਕ 1 ਏਕੜ ਦੀ ਇਨਕਮ ਦਿੰਦਾ, ਜਿਹਨੂੰ ਕਿ ਆਪਾਂ ਐਵੇਂ ਕਰਕੇ ਜਾਣਦੇ ਵੀ ਬਾਂਸ ਹੀ ਹੈ। ਸਭ ਤੋਂ ਵੱਧ ਆਕਸੀਜਨ, ਪਾਣੀ ਹੈਗਾ ਲਾ ਦਿਓ, ਨਹੀਂ ਹੈਗਾ ਨਾ ਲਾਓ। ਬਹੁਤ ਜ਼ਿਆਦਾ ਹਾਈਟ ਕਰਦਾ। ਮੈਡੀਸਨ ਹੈਗੀ ਆ, ਬਹੁਤ ਤਾਕਤ ਪ੍ਰਦਾਨ ਕਰਦੀ ਆ, ਸਾਰੀਆਂ ਘਾਟਾਂ ਵਾਧਾਂ ਪੂਰੀਆਂ ਕਰਦੀ ਆ। ਡਰੈਗਨ ਵੀ ਪੂਰਾ ਕਰਦਾ, ਐਵੋਕਾਡੋ ਵੀ ਪੂਰਾ ਕਰਦਾ। ਮੈਡੀਸਨ ਹੀ ਨਹੀਂ ਜੀ, ਅਤੇ ਮੋਰਿੰਗਾ ਵੀ ਮੈਡੀਸਨ ਹੀ ਆ। ਇਹਨੂੰ ਸਾਲ ਬਾਅਦ ਫਲ ਲੱਗਣਾ ਸ਼ੁਰੂ ਹੋ ਜਾਂਦਾ, ਬੇਅੰਤ ਫਲ ਲੱਗਦਾ। ਇਹ ਕੋਈ ਆਪਾਂ ਸੁੱਕੀ ਲੈ ਕੇ ਆਉਂਦੇ ਬਾਜ਼ਾਰ ਦੇ ਵਿੱਚੋਂ 1000 ਰੁਪਏ ਕਿਲੋ ਮਿਲਦੀ ਆ, ਅਤੇ ਊਂ ਜੇ ਗਿੱਲੀ ਆ ਕੋਈ 300 ਨੂੰ ਵੀ ਦੇ ਦਿੰਦਾ, ਕੋਈ 400 ਨੂੰ ਵੀ ਦੇ ਦਿੰਦਾ। ਘਰ ਦੇ ਵਿੱਚ 2 ਬੂਟੇ ਲੱਗਣੇ ਜ਼ਰੂਰੀ ਨੇ, ਤੁਹਾਨੂੰ ਅਤੇ ਤੁਹਾਡੇ ਰਿਸ਼ਤੇਦਾਰਾਂ ਨੂੰ ਇਹ ਵਾਧੂ ਨੇ। ਇਹ ਸਾਲ ਬਾਅਦ ਹੀ ਫਲ ਦੇਣੇ ਸ਼ੁਰੂ ਕਰਦਾ। ਇਹਨੂੰ ਅੰਜੀਰ ਕਹਿੰਦੇ ਆ ਜੀ ਆਪਾਂ। ਇਹ ਵੀ ਲੱਗੀ ਹੋਈ ਆ ਜੀ,
ਜੇ ਆਪਾਂ ਜ਼ਿਆਦਾ ਬੂਟੇ ਲਾਉਣੇ ਫਿਰ ਇਹਨੂੰ ਪ੍ਰੋਸੈਸ ਕਰਨਾ ਪਊਗਾ, ਉਹਦੇ ਖਰਚੇ ਵੱਧ ਜਾਣਗੇ, ਉਹ ਇੰਨਾ ਆਪਾਂ ਕੰਮ ਹੋਣਾ ਨਹੀਂ। ਜੇ 3-4 ਦਿਨਾਂ ਤੋਂ ਬਾਅਦ ਆਪਾਂ ਰੱਖਦੇ ਹਾਂ ਇਹਨੂੰ ਫੰਗਸ ਪੈ ਜਾਂਦੀ ਆ, ਫਿਰ ਖਾਣ ਯੋਗ ਨਹੀਂ ਰਹਿੰਦੀ। ਇਸ ਕਰਕੇ ਇਹਨੂੰ ਪ੍ਰੋਸੈਸ ਕਰਨਾ ਪੈਂਦਾ। ਤਾਜ਼ੀ ਖਾਣ ਦੇ ਵਿੱਚ ਆਪਾਂ ਇਹਨੂੰ ਖੇਤ ਦੇ ਵਿੱਚ ਹੀ ਲਾਈਏ ਜਾਂ ਘਰ ਦੇ ਵਿੱਚ ਲਾਈਏ ਤਾਂ ਕਿ ਆਪਾਂ ਇਹਨੂੰ ਖਾ ਸਕੀਏ ਜੀ। ਖੇਤੀ ਬਾਰੇ ਕਣਕ ਬਾਰੇ ਤੁਹਾਨੂੰ ਪਤਾ ਹੀ ਹੈਗਾ, ਜਿਹੜੀ ਬੀਜੀ ਹੈਗੀ ਉਹ 10 ਕਿਲੋ, ਉਹ ਜਾਂਦੇ ਹੋਏ ਦੇਖ ਲਿਓ ਇੱਧਰ ਪੱਖੀ 'ਤੇ ਖੜੀ ਹੈ। ਔਰਗੈਨਿਕ ਅਤੇ ਰਸਾਇਣਿਕ ਇੱਕ ਟਰੈਕਟਰ ਨਾਲ ਇੱਕ ਮਸ਼ੀਨ ਨਾਲ ਬੀਜੀ ਆ, ਇੱਕੋ ਹੀ ਬੀਜੀ ਹੈਗਾ। ਦੂਜੀ 4 ਵਿਘਿਆਂ 'ਚ ਇੱਕ ਬੋਰੀ ਆ ਅਤੇ 4 ਬੋਰੀਆਂ ਉੱਤੇ ਯੂਰੀਆ। ਇਹਦੇ ਵਿੱਚ ਸਿਰਫ 10 ਕਿਲੋ ਥੱਲੇ ਆਪਣੀ ਸਰੋਂ ਦੀ ਖਾਲ, 10 ਕਿਲੋ ਉੱਪਰ ਪਾਣੀ ਦੇ ਅਤੇ ਜਾਂ ਅੰਮ੍ਰਿਤਜੀਵ ਅਤੇ ਇਸ ਤਰ੍ਹਾਂ ਦੀ ਸਪਰੇਅ ਕੀਤੀ ਹੋਈ ਹੈਗੀ ਅਤੇ ਬਹੁਤ ਵਧੀਆ ਖੜੀ ਆ। ਘਾਹ ਫੂਸ ਵੀ ਖੜ੍ਹਿਆ, ਕੋਈ ਕਣਕ ਨੇ ਲੋੜ ਨਹੀਂ ਮੰਨਿਆ। ਮੈਨੂੰ ਉਮੀਦ ਆ ਵੀ ਉਹਦੇ ਲਵੀ ਲੱਗ ਜੂਗੀ। ਇਸ ਕਰਕੇ ਆਪਾਂ ਇਸ ਖੇਤੀ ਨੂੰ ਵੀ ਚੇਂਜ 'ਚ ਲਿਆਈਏ। ਬਸ ਇਹ ਸੀ ਮੇਰੇ ਕੋਲ ਇੰਨੀ ਕੁ ਜਾਣਕਾਰੀ, ਅਤੇ ਬਾਕੀ ਜਾਣਕਾਰੀ ਹੈ ਜਿਹੜੀ ਹੁਣ ਜਿਹਦੇ ਵਾਸਤੇ ਆਪਾਂ ਇੱਥੇ ਆਏ ਹਾਂ, ਅੱਜ ਇਕੱਠੇ ਹੋਏ ਹਾਂ, ਉਹ ਜਾਣਕਾਰੀ ਹੈ ਸਾਡੇ ਜਗਤਾਰ ਸਿੰਘ ਜੀ, ਖੇਤੀ ਵਿਰਾਸਤ ਮਿਸ਼ਨ, ਉਹ ਦੇਣਗੇ ਜੀ। ਅਤੇ ਆਉਣ ਦੀ ਕਿਰਪਾਲਤਾ ਕਰਨ ਜੀ ਜਗਤਾਰ ਸਿੰਘ। ਸਭ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਇਸ ਫਾਰਮ 'ਤੇ ਪਹੁੰਚਣ 'ਤੇ ਸਭ ਨੂੰ ਅਸੀਂ ਖੇਤੀ ਵਿਰਾਸਤ ਮਿਸ਼ਨ ਵੱਲੋਂ, ਸਰਪੰਚ ਸਾਹਿਬ ਵੱਲੋਂ ਸਵਾਗਤ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਤੁਸੀਂ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਅੱਜ ਇੱਥੇ ਪਹੁੰਚੇ ਹਾਂ, ਆਪਾਂ ਇਕੱਠੇ ਹੋਏ ਹਾਂ। ਕੁਝ ਵਿਚਾਰ ਵਟਾਂਦਰੇ ਜੋ ਆਪਣਾ ਅੱਜ ਕੱਲ੍ਹ ਹਾਲਾਤ ਆਪਾਂ ਦੇਖ ਰਹੇ ਹੈਗੇ ਹਾਂ ਖੇਤੀ ਦੇ, ਤਾਂ ਉਹਦੇ ਬਦਲ ਵਜੋਂ ਆਪਾਂ ਕੁਛ ਉਪਰਾਲੇ ਜਿਹੜੇ ਸ਼ੁਰੂ ਕਰ ਸਕਦੇ ਹਾਂ, ਔਰ ਉਹਦਾ ਮੁੱਖ ਹੈ ਕੁਦਰਤੀ ਖੇਤੀ। ਇਹਦੇ ਬਾਰੇ ਆਪਾਂ ਅੱਜ ਗੱਲਬਾਤ ਸਾਂਝੀ ਕਰਾਂਗੇ। ਅਸੀਂ ਖੇਤੀ ਵਿਰਾਸਤ ਮਿਸ਼ਨ ਵੱਲੋਂ ਇੱਥੇ ਪਹੁੰਚੇ ਹਾਂ ਜੀ। ਖੇਤੀ ਵਿਰਾਸਤ ਮਿਸ਼ਨ ਦਾ ਜਿਹੜਾ ਮੁੱਖ ਦਫ਼ਤਰ ਹੈ ਉਹ ਜੈਤੋ ਮੰਡੀ, ਜ਼ਿਲ੍ਹਾ ਫਰੀਦਕੋਟ ਦੇ ਵਿੱਚ ਆ। ਬਠਿੰਡੇ ਤੋਂ 35 ਕਿਲੋਮੀਟਰ ਫਰੀਦਕੋਟ ਵਾਲੇ ਪਾਸੇ ਨੂੰ ਰਹਿ ਜਾਂਦਾ। ਅਤੇ ਲਗਭਗ ਸਾਰੇ ਪੰਜਾਬ ਦੇ ਵਿੱਚ ਅਸੀਂ ਕਿਸਾਨ ਭਰਾਵਾਂ ਦੇ ਨਾਲ ਰਲ ਕੇ ਜਿਹੜੀ ਕੁਦਰਤੀ ਖੇਤੀ ਹੈ ਇਹਦੀ ਮੁਹਿੰਮ ਆ ਉਹਨੂੰ ਅੱਗੇ ਵਧਾ ਰਹੇ ਹਾਂ। 15-18 ਸਾਲ ਤੋਂ ਕੁਦਰਤੀ ਖੇਤੀ ਦੇ ਪ੍ਰਚਾਰ ਪ੍ਰਸਾਰ ਦਾ ਕੰਮ ਖੇਤੀ ਵਿਰਾਸਤ ਮਿਸ਼ਨ ਵੱਲੋਂ ਪੰਜਾਬ ਦੇ ਵਿੱਚ ਵੀ, ਔਰ ਨਾਲ ਅੱਜ ਕੱਲ੍ਹ ਜਿਹੜਾ ਹੈਗਾ ਅਸੀਂ ਹਰਿਆਣਾ ਔਰ ਰਾਜਸਥਾਨ ਦੇ ਵਿੱਚ ਵੀ ਅੱਗੇ ਕੰਮ ਜਿਹੜੀ ਇਹ ਵੱਖ-ਵੱਖ ਤਜਰਬੇ ਜਿਹੜੇ ਕਿਸਾਨਾਂ ਵੱਲੋਂ ਹੀ ਕੀਤੇ ਜਾ ਰਹੇ ਆ, ਉਹਨਾਂ ਦਾ ਆਦਾਨ ਪ੍ਰਦਾਨ, ਵੱਖ-ਵੱਖ ਕਿਸਾਨਾਂ ਤੋਂ ਚੀਜ਼ਾਂ ਸਿੱਖਣੀਆਂ, ਹੋਰਾਂ ਦੂਸਰੇ ਸੂਬਿਆਂ ਤੋਂ ਕੁਝ ਢੰਗ ਤਰੀਕੇ ਖੇਤੀ ਦੇ ਸਿੱਖਦੇ ਹੋਏ ਜਿਹੜੇ ਆਪਣੇ ਲਾਗੂ ਹੁੰਦੇ ਆ ਉਹ ਇੱਥੇ ਆਪਾਂ ਕਰਵਾ ਰਹੇ ਹਾਂ। ਇਹ 6 ਤਰ੍ਹਾਂ ਦੇ ਮੂਲ ਅਨਾਜ ਆਪਣੇ ਕੋਲ ਇੱਥੇ ਹੈਗੇ ਆ ਜੀ, ਜਿਹੜੇ ਆਪਾਂ ਲਾਉਂਦੇ ਆ। ਇੱਕ ਹੋਰ 7ਵਾਂ ਵੀ ਹੁੰਦਾ, ਉਹ ਵੀ ਮੈਂ ਲਿਖਦਾ। ਸਾਰਿਆਂ ਤੋਂ ਪਹਿਲਾਂ ਰਾਗੀ ਆ। ਰਾਗੀ ਅਸੀਂ ਜਿਵੇਂ ਥੋੜ੍ਹਾ ਤੁਰਾ ਫਿਰਾ ਰਹਿੰਦਾ ਤਾਂ ਉਹ ਸੁਣਨ 'ਚ ਆਇਆ ਵੀ ਇਹ ਲੱਗਦੀ ਸੀ ਆਪਣੇ, ਇਹਨੂੰ ਮੱਡਲ ਕਹਿੰਦੇ ਹੁੰਦੇ ਸੀ, ਮੰਡਲ ਕਹਿੰਦੇ ਸੀ ਜਾਂ ਮੱਡਲ ਕਹਿੰਦੇ ਸੀ। ਅਤੇ ਵੱਟਾਂ ਵੁੱਟਾਂ 'ਤੇ ਇਹ ਲਾਉਂਦੇ ਹੁੰਦੇ ਸੀਗੇ, ਆਪਣੇ ਹੋਰਾਂ ਫਸਲਾਂ ਦੀਆਂ ਵੱਟਾਂ 'ਤੇ ਲਾ ਦਿੰਦੇ ਸੀ। ਅਤੇ ਜਿਹੜੀ ਕੰਗਣੀ ਆ ਇਹਨੂੰ ਫੋਕਸਟੇਲ ਮਿਲਟ ਕਹਿੰਦੇ ਆ, 3 ਨੰਬਰ ਵਾਲੀ। ਇਹਨੂੰ ਹੁਸ਼ਿਆਰਪੁਰ ਵਾਲੇ ਪਾਸੇ ਉਹ ਮੱਕੀ ਦੇ ਵਿੱਚ ਅੰਤਰ ਫਸਲ ਲਾਉਂਦੇ ਹੁੰਦੇ ਸੀਗੇ, ਕੰਗਣੀ ਕਹਿੰਦੇ ਸੀਗੇ। ਅਤੇ ਫਿਰ ਸਵਾਂਕ ਆ ਜਿਹੜਾ ਝੋਨੇ ਦੇ ਵਿੱਚ ਜਿਹੜਾ ਸਵਾਂਕ ਹੁੰਦਾ, ਆਪਣੇ ਨਦੀਨ ਕਹਿ ਦਿੰਦੇ ਆ, ਉਹਦੇ ਨਾਲ ਦਾ ਰਲਦਾ ਮਿਲਦਾ ਹੀ ਹੁੰਦਾ। ਥੋੜ੍ਹਾ ਜਿਹਾ ਉਹ 'ਚ ਹੋਰ ਸੁਧਾਰ ਕਰਿਆ ਹੋਇਆ, ਵੱਡਾ ਛਿੱਟਾ ਹੁੰਦਾ, ਉਹੀ ਫਸਲ ਹੈਗੀ ਆ। ਇਹ ਸਾਰੇ ਘਾਹ ਵਰਗ ਦੀਆਂ ਫਸਲਾਂ ਹੈਗੀਆਂ, ਬਹੁਤ ਬਰੀਕ ਦਾਣਾ ਹੁੰਦਾ ਇਹਨਾਂ ਸਾਰਿਆਂ ਦਾ। ਫਿਰ ਕੁਟਕੀ, ਹਰੀ ਕੰਗਣੀ, ਇਹ ਵੀ ਝੋਨੇ 'ਚ ਹੀ ਆਪਣੇ ਝੋਨੇ ਦੇ ਨਾਲ ਰਲਦੇ ਮਿਲਦੇ ਨਦੀਨਾਂ ਜਿਹਾ ਵਰਗੇ ਹੋਣਗੇ ਸਾਰੇ ਦੇਖਣ ਦੇ ਵਿੱਚ। ਫਿਰ ਕੋਧਰਾ ਆਪਣੇ ਉਹ ਗੁਰੂ ਨਾਨਕ ਦੇਵ ਜੀ ਜਿਵੇਂ ਕਹਿੰਦੇ ਵੀ ਕੋਧਰੇ ਦੀ ਰੋਟੀ ਖਾਧੀ। ਤਾਂ ਇਹਨਾਂ ਚੀਜ਼ਾਂ ਨੂੰ ਆਪਾਂ ਦੇਖ ਗਏ ਤਾਂ ਆਪਣੇ ਇਹ ਖਿੱਤੇ ਦੇ ਵਿੱਚ ਇਹਨਾਂ ਦਾ ਪੁਰਾਤਨ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈਗਾ ਵੀ ਇਹ ਚੀਜ਼ਾਂ ਆਪਣੇ ਹੁੰਦੀਆਂ ਰਹੀਆਂ। ਜਿਹੜਾ ਸਾਰਿਆਂ ਤੋਂ ਲੇਟੈਸਟ ਹੈਗਾ, ਤੁਸੀਂ ਜਮਲੇ ਜੱਟ ਦਾ ਗਾਣਾ ਹੈਗਾ, ਉਹ ਅਸੀਂ ਆਰ ਡਾਂਗਾ ਪਾਰ ਡਾਂਗਾ, ਤਾਂ ਉਹ ਜਿਹੜਾ ਗੀਤ ਹੈਗਾ ਉਹਦੇ ਵਿੱਚ ਸਾਰਿਆਂ ਦਾ ਲਗਭਗ 4-5 ਚੀਜ਼ਾਂ ਦਾ ਉਹਨਾਂ ਨੇ ਜ਼ਿਕਰ ਕਰਿਆ ਹੋਇਆ ਹੈਗਾ ਵੀ ਪਾਣੀ ਦੀ ਔੜ ਲੱਗ ਗਈ ਤਾਂ ਤੁਸੀਂ ਆਹ ਚੀਜ਼ਾਂ ਬੀਜ ਕੇ ਇਸ ਤਰ੍ਹਾਂ ਆਪਾਂ ਖਾ ਕੇ ਆਪਦਾ ਉਹ ਜ਼ਿਮੀਂਦਾਰ ਗੁਜ਼ਾਰਾ ਕਰਦੇ ਸੀ। ਤਾਂ ਉੱਥੇ ਵੀ ਇਹ ਚੀਜ਼ਾਂ ਦਾ ਜ਼ਿਕਰ ਆਉਂਦਾ ਹੈਗਾ, ਤਾਂ ਉੱਥੋਂ ਜੁੜਦਾ ਹੈਗਾ ਵੀ ਆਪਣੇ ਖਿੱਤੇ 'ਚ ਇਹ ਚੀਜ਼ਾਂ ਹੁੰਦੀਆਂ ਰਹੀਆਂ ਹੈਗੀਆਂ। ਔਰ ਅਸੀਂ ਪਿਛਲੇ 2-3 ਸਾਲ ਤੋਂ ਇਹ ਕਰਵਾ ਰਹੇ ਹਾਂ। ਜਦੋਂ ਸ਼ੁਰੂਆਤ ਕਰੀ ਸੀ ਤਾਂ ਰਾਗੀ ਤੋਂ ਅਸੀਂ ਕਰਿਆ ਸੀ ਵੀ ਰਾਗੀ ਦੀ ਆਪਾਂ ਪੰਜਾਬ 'ਚ ਬਿਜਾਈ ਕਰਕੇ ਦੇਖੀਏ।
ਤਾਂ ਅੱਜ ਹੈਗਾ ਵੀ ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਰਾਗੀ ਦੇ ਨਾਲ ਜਿਹੜੇ ਬਾਕੀ 5-6 ਤਰ੍ਹਾਂ ਦੇ ਹੈਗੇ ਆ ਉਹ ਵੀ ਅਸੀਂ ਗਾਂਹ ਨੂੰ ਕਰਦੇ ਥੋੜ੍ਹਾ, ਉਹ ਵੀ ਅਸੀਂ ਬੀਜ ਚੁੱਕੇ ਹੈਗੇ ਆ। ਔਰ ਪੰਜਾਬ ਦੇ ਵਿੱਚ ਇਹ ਪੈਦਾਵਾਰ ਦੇ ਪੱਖ ਤੋਂ ਸਾਰੇ ਦੀਆਂ ਸਾਰੀਆਂ ਕਾਮਯਾਬ ਆ, ਸਾਰੀਆਂ ਵਧੀਆ ਹੋ ਜਾਂਦੀਆਂ। ਤੇ ਅੱਜ ਦੇ ਸਮੇਂ 'ਚ ਪਿਛਲੇ 1-2 ਸਾਲਾਂ ਤੋਂ ਯੂਨੀਵਰਸਿਟੀ ਵੀ ਇਹਨਾਂ ਦੇ ਵਿੱਚ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਉਹ ਵੀ ਕੰਮ ਕਰ ਰਹੀ ਆ। ਉਹਨਾਂ ਦੇ ਕੁਝ ਵਿਗਿਆਨੀ ਉਹਦੇ 'ਚ ਲੱਗੇ ਹੋਏ ਆ ਵੀ ਉਹ ਵੀ ਇਹਦੇ ਟਰਾਇਲ ਕਰ ਦੇਖ ਰਹੇ, ਜਦੋਂ ਕਿ ਕਿਸਾਨ ਤਾਂ ਪਹਿਲਾਂ ਹੀ ਕਰ ਚੁੱਕੇ ਆ ਔਰ ਆਪਣੇ ਇਹ ਸਫਲ ਹੈਗੇ ਆ। ਸਾਰਿਆਂ ਤੋਂ ਪਹਿਲਾਂ ਆਪਾਂ ਵਾਰੀ-ਵਾਰੀ ਇੱਕ ਇਕੱਲੇ ਦੇ ਨਾਲ ਗੱਲ ਕਰਦੇ ਜਾਵਾਂਗੇ। ਗੁਰਵਿੰਦਰ ਬੀਜ ਲਿਆਈ ਰਾਗੀ ਦਾ ਚੱਕ ਕੇ ਮੈਨੂੰ ਇੱਕ ਪੈਕਟ ਜਿਹਾ ਲਿਆ ਦੇ। ਰਾਗੀ ਹੈਗੀ ਇਹਦਾ ਬੀਜ ਹੈਗਾ ਸਰੋਂ ਦੇ ਦਾਣੇ ਵਰਗਾ, ਜਮਾਂ ਲਾਲ ਭੂਰਾ ਜਿਹਾ, ਬਰੀਕ ਗੋਲ ਦਾਣਾ। ਇਹਨਾਂ ਦੀ ਸਮੱਸਿਆ ਇਹ ਹੈਗੀ ਆ, ਜਿੰਨੇ ਵੀ ਹੈਗੇ ਆ ਇਹਨਾਂ ਦੇ ਵਿੱਚੋਂ ਸਿਰਫ ਆਪਾਂ ਰਾਗੀ ਹੈ ਇਸ ਤਰ੍ਹਾਂ ਦੀ ਹੈ ਵੀ ਜਿਹਨੂੰ ਆਪਾਂ ਸਿੱਧੀ ਖਾ ਸਕਦੇ ਹਾਂ। ਜਾਂ ਤਾਂ ਇਹਨੂੰ ਭਿਆ ਕੇ ਇਹਦਾ ਆਟਾ ਬਣਾ ਲਓ, ਇਹਨੂੰ ਕੋਈ ਛਿਲਕਾ ਲਵਾਉਣ ਦੀ ਲੋੜ ਨਹੀਂ, ਕੋਈ ਹੋਰ ਪ੍ਰੋਸੈਸ ਕਰਨ ਦੀ ਲੋੜ ਨਹੀਂ। ਸਿਰਫ ਇਹਦਾ ਇੱਥੇ ਰੱਖ ਜਾ ਸਾਰੇ ਇੱਕ ਮਿੰਟ, ਇਹਨੂੰ ਪੀਸ ਕੇ ਆਟਾ ਬਣਾ ਕੇ ਰੋਟੀ ਖਾਂਦੇ ਆ ਦੀ, ਅਤੇ ਜਾਂ ਇਹਦਾ ਆਟਾ ਬਣਿਆ ਤਾਂ ਉਹਦਾ ਕੜਾਹ ਵਗੈਰਾ ਬਣਾ ਕੇ ਉਹਦਾ ਮਿੱਠੀ ਬਣਾਇਆ ਜਾਂਦਾ ਹੈਗਾ, ਮਿਠਾਸ ਜਿਹੜਾ ਹੈਗਾ। ਅਤੇ ਨਹੀਂ ਆਟੇ ਦੇ ਰੂਪ ਦੇ ਵਿੱਚ ਰੋਟੀ ਦੇ ਵਿੱਚ। ਇਹਦਾ ਫਾਇਦਾ ਇਹ ਆ ਵੀ ਇਹ ਸਾਰਿਆਂ ਤੋਂ ਜ਼ਿਆਦਾ ਕੈਲਸ਼ੀਅਮ ਇਹਦੇ ਵਿੱਚ ਹੈਗਾ, ਜਿੰਨਾ ਆਪਣੇ ਦੁੱਧ ਘਿਓ ਦੇ ਵਿੱਚ ਆਉਂਦਾ ਹੈਗਾ। ਤਾਂ ਇਹਦੇ ਵਿੱਚ ਕੈਲਸ਼ੀਅਮ ਦਾ ਕੰਟੈਂਟ ਜਿਹੜਾ ਸਾਰਿਆਂ ਤੋਂ ਜ਼ਿਆਦਾ ਆ। ਡਾਕਟਰ ਹਰਸ਼ਿੰਦਰ ਕੌਰ ਦਾ ਆਰਟੀਕਲ ਵੀ ਇਹਦੇ 'ਤੇ ਹੈਗਾ, ਉਹਨਾਂ ਦਾ ਲੈਕਚਰ ਵਗੈਰਾ ਵੀ ਉਹਨਾਂ ਨੇ ਦਿੱਤੇ ਆ ਰਾਗੀ ਦੇ ਉੱਪਰ, ਉਹ ਕਾਫੀ ਡਿਸਕਸ ਕਰਦੇ ਆ। ਤਾਂ ਵਧੀਆ ਫਸਲ ਹੈਗੀ ਆ। ਖੁਰਾਕੀ ਤੱਤ 'ਤੇ ਜੇ ਆਪਾਂ ਗੱਲ ਕਰੀਏ, ਸਿਰਫ ਰਾਗੀ ਆ ਜਿਹੜੀ ਆਪਾਂ ਸਿੱਧੀ ਖਾ ਸਕਦੇ ਹਾਂ। ਬਾਕੀਆਂ ਦਾ ਉੱਪਰ ਜਦੋਂ ਬਰੀਕ ਦਾਣਾ, ਉਹਦੇ ਉੱਪਰ ਬਰੀਕ ਛਿਲਕਾ ਹੁੰਦਾ, ਉਹਨੂੰ ਪ੍ਰੋਸੈਸ ਕਰਨਾ ਪੈਂਦਾ। ਛਿਲਕਾ ਲਵਾਉਣ ਤੋਂ ਬਾਅਦ ਹੀ ਆਪਾਂ ਉਹਨੂੰ ਖਾ ਸਕਦੇ ਹਾਂ। ਰਾਗੀ ਦਾ ਕੋਈ ਪ੍ਰੋਸੈਸ ਕਰਨ ਦੀ ਜ਼ਰੂਰਤ ਨਹੀਂ। ਸਾਰੇ ਦੀਆਂ ਸਾਰੀਆਂ ਸਾਉਣੀ ਦੀਆਂ ਫਸਲਾਂ, ਸਾਰੀਆਂ ਇਹ ਫਸਲਾਂ ਝੋਨੇ ਦਾ ਬਦਲ ਦੇ ਰੂਪ ਦੇ ਵਿੱਚ ਬੀਜੀਆਂ ਜਾ ਸਕਦੀਆਂ। ਜਿੱਥੇ ਝੋਨਾ ਮਣਾ ਮੂੰਹੀ ਪਾਣੀ ਪੀਂਦਾ, ਉੱਥੇ ਇਹ 1 ਪਾਣੀ ਜਾਂ 2 ਪਾਣੀ, ਅਤੇ ਜੇ ਵਿੱਚ ਦੀ ਬਰਸਾਤ ਹੋ ਗਿਆ ਤਾਂ ਬਿਨਾਂ ਪਾਣੀ ਤੋਂ। ਇਹ ਚੀਜ਼ਾਂ ਸਾਰੀਆਂ ਹੋ ਜਾਂਦੀਆਂ। ਰਾਗੀ ਹੈਗੀ ਇਹ 200 ਗ੍ਰਾਮ ਦਾ ਪੈਕਟ ਆ। ਵੈਸੇ ਅਸੀਂ ਇਹਨੂੰ 1 ਕਨਾਲ ਦਾ ਰੱਖਿਆ, ਵੈਸੇ ਤਾਂ 1.5-2 ਕਨਾਲ ਤੱਕ ਵੀ ਸਰ ਸਕਦਾ। ਤੁਸੀਂ ਕਨਾਲ ਕੁ ਦਾ ਮੰਨ ਕੇ ਚੱਲੋ। ਇਹ 200 ਗ੍ਰਾਮ ਦਾ ਪੈਕਟ ਹੈਗਾ। ਇਹਦਾ ਬੀਜ ਆ ਰਾਗੀ ਦਾ। ਸਾਰੀਆਂ ਫਸਲਾਂ ਬਹੁਤ ਲੋਕ ਪਿਛਲੇ 2-3 ਸਾਲਾਂ 'ਚ ਕਰਿਆ। ਕਿਸੇ ਨੇ ਸਿੱਧੀ ਬੀਜਤੀ, ਕਿਸੇ ਨੇ ਵੱਟਾਂ ਦੇ ਉੱਤੇ ਚੂੰਡੀ ਨਾਲ ਬੀਜਤੀਆਂ, ਅਤੇ ਕਿਸੇ ਨੇ ਪਨੀਰੀ ਲਾ ਕੇ ਅੱਗੇ ਫਿਰ ਟਰਾਂਸਪਲਾਂਟ ਕੀਤੀ। ਤਾਂ ਉਹ ਸਾਰਾ ਕੁਝ ਅਸੀਂ ਉਹਦਾ ਜਦੋਂ ਅਧਿਐਨ ਕੀਤਾ, ਸਾਰਾ ਕੁਝ ਘੋਖ ਵਿਚਾਰ ਕੇ ਦੇਖਿਆ, ਤਾਂ ਬੈਸਟ ਤਰੀਕਾ ਤਾਂ ਇਹ ਹੈਗਾ ਵੀ ਸਾਰਿਆਂ ਦੀ ਤੁਸੀਂ ਪਨੀਰੀ ਬੀਜੋ। ਪਹਿਲਾਂ ਪਨੀਰੀ ਬੀਜ ਕੇ ਉਹਨੂੰ 15-20 ਦਿਨਾਂ 'ਚ ਪਨੀਰੀ ਇਹ ਤਿਆਰ ਹੋ ਜਾਂਦੀ ਆ। ਤਾਂ ਉਹ ਪੱਟ ਕੇ ਖੇਤ ਦੇ ਵਿੱਚ ਟਰਾਂਸਪਲਾਂਟ ਕਰ ਦਿਓ, ਖੇਤ ਦੇ ਵਿੱਚ ਲਗਾ ਦਿਓ। ਤਾਂ ਉਹ ਸਾਰਿਆਂ ਤੋਂ ਵਧੀਆ ਤਰੀਕਾ। ਨਹੀਂ ਇਹ ਸਿੱਧੀਆਂ ਵੀ ਬੀਜੀਆਂ ਜਾ ਸਕਦੀਆਂ। ਮੰਨ ਲਓ ਰਾਗੀ ਹੈਗੀ, ਆਪਾਂ ਸਿੱਧੀ ਬੀਜਾਂਗੇ, ਬਰੀਕ ਦਾਣਾ ਹੈਗਾ, ਕਦੇ ਵੀ ਵੱਧ ਡਿੱਗ ਜੂਗਾ, ਕਦੇ ਘੱਟ ਡਿੱਗ ਜੂਗਾ। ਸੰਘਣੀ ਹੋ ਗਈ ਤਾਂ ਇਹ ਪੱਟੀ ਨਹੀਂ ਜਾਣੀਗੀ, ਵਿਰਲੀ ਨਹੀਂ ਹੋਣੀਗੀ। ਵਿਰਲੀ ਨਾ ਹੋਈ ਤਾਂ ਇਹਨੇ ਜਾੜ ਨਹੀਂ ਕਰਨਾਗਾ, ਬੂਝਾ ਨਹੀਂ ਮਾਰਨਾਗਾ। ਜੇ ਬੀਜ ਉੱਪਰ ਰਹਿ ਗਿਆ ਤਾਂ ਵੀ ਨਹੀਂ ਉੱਗਣੀ, ਜੇ ਡੂੰਘਾ ਜਾ ਵੜਿਆ ਤਾਂ ਨਹੀਂ ਉੱਗਣੀ। ਉੱਥੇ ਫਿਰ ਡੱਬ ਖੜੱਬ ਜਿਹੇ ਰਹਿ ਜਾਣਗੇ, ਕਿਤੇ ਉੱਗਰੀ ਕਿਤੇ ਨਹੀਂ ਉੱਗਰੀ, ਵਿੱਚ ਕਿਤੇ ਘਾਹ ਹੋ ਗਿਆ, ਫਿਰ ਐਂ ਖਲਾਰਾ ਜਿਹਾ ਪੈ ਜਾਂਦਾ। ਤਾਂ ਇਸ ਲਈ ਬੈਸਟ ਤਰੀਕਾ ਹੈਗਾ ਵੀ ਤੁਸੀਂ ਇਹਨੂੰ ਪਨੀਰੀ ਤਿਆਰ ਕਰੋ। ਪਨੀਰੀ ਦਾ ਕੋਈ ਔਖਾ ਤਰੀਕਾ ਨਹੀਂ। ਮਿੱਟੀ ਨੂੰ ਗੋਡੀ ਕਰੋ, ਪੱਧਰ ਕਰੋ, ਛਿੱਟਾ ਦਿਓ ਉੱਪਰ। ਬੀਜ ਨੂੰ ਆਪਾਂ ਬੀਜਣ ਤੋਂ ਪਹਿਲਾਂ ਸਾਰਿਆਂ ਦੇ ਇੱਕੋ ਹੀ ਸਿਧਾਂਤ ਹੈਗਾ, ਘੱਟੋ ਘੱਟ 12 ਘੰਟੇ ਆਪਾਂ ਕੱਚੀ ਲੱਸੀ ਦੇ ਵਿੱਚ ਭਿਉਂ ਕੇ ਰੱਖਣਾ। ਦੁੱਧ 'ਚ ਪਾਣੀ 'ਚ ਥੋੜ੍ਹਾ ਕੱਚਾ ਦੁੱਧ ਪਾ ਲੈਣਾ ਆਪਾਂ, ਉਹਦੇ ਵਿੱਚ 12 ਘੰਟੇ ਭਿਉਣਾ। ਸਾਰੇ ਸਖਤ ਛਿਲਕੇ ਵਾਲੇ ਆ, ਸਾਰੇ ਦੇ ਸਾਰੇ ਬੀਜ ਹੈਗੇ ਆ। ਛਿਲਕਾ ਬਹੁਤ ਸਖਤ ਆ ਇਹਨਾਂ ਦਾ। ਅਤੇ ਇਹਨਾਂ ਨੂੰ ਆਪਾਂ 12 ਘੰਟੇ ਘੱਟੋ ਘੱਟ 1 ਰਾਤ ਆਪਾਂ ਭਿਉਂ ਕੇ ਰੱਖਣਾ ਪਾਣੀ ਦੇ ਵਿੱਚ, ਥੋੜ੍ਹਾ ਕੱਚੀ ਦੁੱਧ ਪਾ ਕੇ, ਕੱਚੀ ਲੱਸੀ ਜੀ ਬਣਾ ਕੇ। ਛਿਲਕਾ ਪੋਲਾ ਹੋ ਜਾਊਗਾ, ਜਲਦੀ ਉਗਾਉਣਗੇ। ਪਨੀਰੀ ਬੀਜੀ ਆਪਾਂ, ਛਿੱਟਾ ਦਿੱਤਾ ਮਿੱਟੀ 'ਚ, ਬੀਜ ਹਲਕਾ ਜਿਹਾ ਰਲਾਇਆ, ਉੱਪਰ ਪਰਾਲੀ ਪਾ ਦਿਓ। 2 ਕੁ ਦਿਨਾਂ ਜਦੋਂ ਢੰਗੂਰ ਚੱਲ ਪਏ, ਸ਼ਾਮ ਦੇ ਟਾਈਮ 'ਤੇ ਪਰਾਲੀ ਚੱਕ ਦਿਓ, ਅਤੇ ਆਪਣੀ ਪਨੀਰੀ ਇਹ 15-20 ਦਿਨਾਂ ਦੇ ਵਿੱਚ ਲਾਉਣ ਜੋਗੀ ਤਿਆਰ ਹੋ ਜਾਣੀ ਆ। ਜਿੰਨਾ ਲੇਟ ਕਰਦੇ ਜਾਵਾਂਗੇ ਉਨਾ ਉਹਦਾ ਨੁਕਸਾਨ ਆ। ਜਾੜ ਘੱਟ ਮਾਰੂਗੀ, ਉੱਥੇ ਜੜ ਪਕਾ ਜੂਗੀ, ਗੰਢ ਪਕਾ ਜੂਗੀ। ਤਾਂ ਬਹੁਤ ਛੇਤੀ ਵੱਧਦੀਆਂ ਇਹ।
ਤਾਂ ਆਪਾਂ ਟਾਈਮ ਦੇ ਉੱਪਰ ਟਰਾਂਸਪਲਾਂਟ ਕਰ ਦੇਣੀਆਂ। ਜਿੰਨੀਆਂ ਵੀ ਪਨੀਰੀਆਂ ਮੰਨ ਲਓ ਤੁਸੀਂ ਸਾਰੀਆਂ 5 ਦੀਆਂ 5 6 ਦੀਆਂ 6 ਬੀਜਤੀਆਂ, ਜੇ ਤਾਂ ਤੁਸੀਂ ਲਿਖ ਕੇ ਰੱਖ ਲਓਗੇ ਤਾਂ ਠੀਕ ਰਹੂਗਾ, ਨਹੀਂ ਤਾਂ ਉਹਦਾ ਇੰਨਾ ਰੌਲਾ ਪੈ ਜਾਣਾ, ਤੁਹਾਨੂੰ ਪਛਾਣ ਨਹੀਂ ਆਉਣੀ ਕਿ ਸਾਰੇ ਇੱਕੋ ਜਿਹੇ ਹੋਣਗੇ। ਤੁਹਾਨੂੰ ਇਹ ਵੀ ਨਹੀਂ ਪਤਾ ਲੱਗਣਾਗਾ ਵੀ ਰਾਗੀ ਕਿਹੜੀ ਆ ਅਤੇ ਘਾਹ ਕਿਹੜਾ, ਪੱਠੇ ਕਿਹੜੇ ਆ। ਇਹਨਾਂ ਦੇ ਪੱਤੇ ਛੋਟੀ ਅਵਸਥਾ 'ਚ ਸਾਰੇ ਇੱਕੋ ਜਿਹੇ ਹੋਣਗੇ, 5 ਦੀਆਂ 5 ਹੀ ਰਲ ਜਾਣਗੀਆਂ, ਪਤਾ ਨਹੀਂ ਲੱਗਣਾਗਾ। ਉਹਨੂੰ ਲਿਖ ਕੇ ਜ਼ਰੂਰ ਰੱਖਿਓ। ਬੀਜ ਨੂੰ 12-15 ਘੰਟੇ ਭਿਉਂ ਕੇ ਫਿਰ ਬੀਜਿਓ। ਪਨੀਰੀ ਬੀਜ ਲਈ 15 ਦਿਨਾਂ ਦੀ ਆਪਾਂ ਖੇਤ ਦੇ ਵਿੱਚ ਉਹ ਲਾ ਦੇਣੀ ਆ। ਲਾਉਣੀ ਕਿਵੇਂ ਆ? ਇੱਕ ਤਰੀਕਾ ਤਾਂ ਇਹ ਹੈਗਾ ਵੀ 15 ਦਿਨਾਂ ਨੂੰ ਮੰਨ ਲਓ ਲਾਉਣੀ ਆ ਤੁਸੀਂ, 10 ਕੁ ਦਿਨ ਪਹਿਲਾਂ ਲਾਉਣ ਤੋਂ ਵੀ ਖੇਤ ਨੂੰ ਪਾਣੀ ਲਾ ਦਿਓ। ਰੌਣੀ ਕਰਤਾ, ਰੌਣੀ ਬੱਤਰ ਆ ਗਈ, ਉਹਨੂੰ ਵਾਹ ਕੇ ਸੁਹਾਗਾ ਮਾਰਤਾ, ਗਿੱਲ ਵਿੱਚ ਖੇਤ ਦੇ ਹੈਗੀ ਆਪਣੇ, ਸੁੱਕਿਆ ਨਾ ਹੋਵੇ, ਗਿੱਲ ਹੋਵੇ ਤਾਂ ਆਪਾਂ 2x1 ਤੇ ਇਹ ਲਾਉਂਦੇ ਜਾਣਾ। ਜਦੋਂ ਗਿੱਲਾ ਵਾਹ ਕੇ ਸੁਹਾਗਾ ਮਾਰਿਆ, ਭੁਰਭੁਰਾ ਬਣਿਆ, ਕੋਈ ਡਲੀ ਨਹੀਂ, ਤਾਂ ਉਹਦੇ 'ਚ ਇੱਕ ਲੋਹੇ ਦਾ ਮਾਰਕਰ ਜਿਹਾ ਬਣ ਜਾਂਦਾ, ਉਹਦੇ 'ਚ 2-2 ਫੁੱਟ ਤੇ ਐਂ ਕਿੱਲ ਲੱਗੇ ਹੋਣਗੇ। ਇੱਧਰੋਂ ਆਪਾਂ ਉਹ 2 ਫੁੱਟ ਤੇ ਮਾਰ ਦੇਣਾ, ਇੱਧਰੋਂ ਆਪਾਂ 1-1 ਫੁੱਟ ਦੇ ਮਾਰਕਰ ਮਾਰ ਦੇਣਾ। ਉਹ ਕ੍ਰੋਸ ਬਣ ਜਾਣਗੇ, ਡੱਬੇ ਬਣ ਜਾਣਗੇ, ਜਿਹਦੇ 'ਚ ਲਾਈਨ ਤੋਂ ਲਾਈਨ ਦੀ ਦੂਰੀ 2 ਫੁੱਟ ਹੋਵੇ, ਬੂਟੇ ਤੋਂ ਬੂਟਾ 1 ਫੁੱਟ। ਆਪਣੀ ਗਿੱਲ ਵਾਲੀ ਮਿੱਟੀ ਆ, ਆਪਾਂ ਆਥਣ ਦੇ ਟਾਈਮ ਤੇ ਪਨੀਰੀ ਪੱਟਣੀ ਆ, ਸ਼ਾਮ ਜੇ ਨੂੰ ਸੂਰਜ ਢਲਦੇ ਤੇ ਉਹ 2x1 ਤੇ ਉਹ ਮਿੱਟੀ ਦੇ ਵਿੱਚ ਲਾ ਦੇਣੀ ਆ ਅਤੇ ਤੁਰੰਤ ਉੱਤੋਂ ਪਾਣੀ ਲਾ ਦੇਣਾ। ਉਹ ਪਾਣੀ ਲਾਤਾ, 4-5 ਦਿਨਾਂ ਬਾਅਦ ਆਪਾਂ ਨੂੰ ਫੇਰ ਲੱਗਿਆ ਮਿੱਟੀ ਥੋੜ੍ਹੀ ਜਿਹੀ ਖੁਸ਼ਕ ਜਿਹੀ ਹੁੰਦੀ ਹੈ, 1 ਪਾਣੀ ਹੋਰ ਲਾ ਦਿਓ। ਉਸ ਤੋਂ ਬਾਅਦ ਬਸ ਭੁੱਲ ਜਾਓ, ਉਹਨੇ ਆਪਣੇ ਆਪ ਪਲ ਜਾਣਾ। ਦੂਜਾ ਤਰੀਕਾ ਇਹ ਆ ਵੀ ਆਪਣਾ ਰੌਣੀ ਲੇਟ ਸੀ ਜਾਂ ਵਾਹਣ ਖੁਸ਼ਕ ਆ, ਮੰਨ ਲਓ ਆਪਾਂ ਵਾਹ ਕੇ ਸੁਹਾਗਾ ਤਾਂ ਮਾਰ ਲਿਆ, ਪਰ ਉਹ ਸੁੱਕਿਆ ਪਿਆ, ਬਿਲਕੁਲ ਨਮੀ ਹੈ ਨਹੀਂ ਉਹਦੇ 'ਚ, ਤਾਂ ਫਿਰ ਉਹਨੂੰ ਵਾਹ ਕੇ ਸੁਹਾਗਾ ਮਾਰ ਲਿਆ, ਪੱਧਰ ਕਰ ਲਿਆ, ਉਹਦੇ 'ਚ ਛੋਟਾ ਕਿਆਰਾ ਪਾ ਕੇ ਪਾਣੀ ਛੱਡ ਦਿਓ। ਪਾਣੀ ਛੱਡਤਾ, ਕੱਦੂ ਕਰਨ ਦੀ ਲੋੜ ਨਹੀਂ, ਪਾਣੀ ਛੱਡਤਾ, ਉਹ ਪਾਣੀ ਪੀ ਗਿਆ। ਜਦੋਂ ਪੀ ਗਿਆ ਖੋਬਾ ਜਿਹਾ ਹੈਗਾ, ਤਾਂ ਉਦੋਂ ਆਪਾਂ ਉਹ ਜਿਹਾ ਢੰਗ ਤਰੀਕਾ ਵਰਤ ਕੇ 2x1 ਤੇ ਲਾਈਨਾਂ ਦੇ ਵਿੱਚ ਉਹਨੂੰ ਬਿਜਾਈ ਕਰਨ ਦੀ ਕੋਸ਼ਿਸ਼ ਕਰੋ ਵੀ ਸਿੱਧਾ ਹੋਵੇ। ਸਿੱਧਾ ਹੋਊਗੀ ਤਾਂ ਉਹਦੇ ਵਿੱਚ ਤਰਪਾਲੀ ਨਾਲ ਗੋਡੀ ਕਰਨੀ ਉਨੀ ਆਸਾਨ ਰਹੂਗੀ। ਇਹਦੇ 'ਚ ਕੱਖ ਪੱਠਾ ਹੋਊਗਾ, ਉਹਨੂੰ ਆਪਾਂ ਤਰਪਾਲੀ ਨਾਲ 1-2 ਗੋਡੀਆਂ ਕਰਨੀਆਂ, ਹਲਕੀ ਮਿੱਟੀ ਚੜ੍ਹਾ ਦੇਣੀ ਆ, ਅਤੇ ਅਖੀਰ 'ਤੇ ਜੇ ਮੀਂਹ ਨਾ ਪਿਆ ਤਾਂ ਦਾਣਾ ਪੈਣ ਵੇਲੇ 1 ਪਾਣੀ ਲਾਉਣਾ, 1 ਪਾਣੀ ਇਹਨੂੰ ਲਓ ਜਦੋਂ ਪੱਟ ਕੇ ਪਨੀਰੀ ਲਾਈ ਉਦੋਂ ਲਾਉਣਾ। ਤਾਂ ਆਪਣੇ 2 ਕੁ ਪਾਣੀਆਂ 'ਤੇ ਇਹ ਰਾਗੀ ਹੋ ਜਾਂਦੀ ਆ। ਰਾਗੀ ਜਾੜ ਕਾਫੀ ਕਰਦੀ ਹੈ, ਬੂਝਾ ਝੋਨੇ ਨਾਲੋਂ ਵੱਧ ਬੂਝਾ ਮਾਰਦੀ ਆ। ਅਖੀਰ 'ਤੇ ਜਾ ਕੇ ਇਹ ਛੋਟੀਆਂ ਦੁੰਬੀਆਂ ਕੱਢਣੀਆਂ ਸ਼ੁਰੂ ਕਰੂਗੀ। ਇਹ ਜਿੰਨੇ ਵੀ ਅਨਾਜ ਹੈਗੇ ਆ ਤੁਸੀਂ ਖੇਤ ਦੇ ਵਿੱਚ ਲਾ ਲਏ ਤਾਂ ਦੇਖਣ ਦੇ ਵਿੱਚ ਇਸ ਤਰ੍ਹਾਂ ਲੱਗਣਗੇ ਵੀ ਕੱਖ ਪੱਠੇ ਹੀ ਖੜ੍ਹੇ ਆ ਜਾਂ ਰੂਹ ਵੀ ਵਾਧੂ ਹੀ ਖੜ੍ਹੇ ਆ ਕਿਤੇ। ਅਤੇ ਬਹੁਤ ਸਾਰੇ ਖੇਤਾਂ 'ਚ ਐਵੇਂ ਵੀ ਹੋਇਆ ਵੀ ਉਹ ਪੱਠਿਆਂ ਵਾਲੇ ਉਹਨਾਂ ਨੂੰ ਵੱਢ ਕੇ ਲੈ ਗਏ ਵੀ ਇਹ ਤਾਂ ਉਹੀ ਪੱਠੇ ਹੀ ਖੜ੍ਹੇ ਆ, ਕੱਖ ਹੀ ਖੜ੍ਹੇ ਆ ਅਤੇ ਲੈ ਗਏ, ਕਿਉਂਕਿ ਸਾਰੇ ਉਹਨਾਂ ਨਾਲ ਰਲਦੇ ਮਿਲਦੇ ਆ ਇਹ। ਤਾਂ ਰਾਗੀ ਤੁਸੀਂ ਲਾਤੀ, ਟਰਾਂਸਪਲਾਂਟ ਕਰਤੀ, ਗੋਡੀਆਂ ਕੀਤੀਆਂ, ਐਂਡ 'ਤੇ ਪਾਣੀ ਲਾਇਆ, ਛਿੱਟੇ ਕੱਢਿਆ ਜੀ। ਇਹ ਹਰੇ ਰੰਗ ਦਾ ਛਿੱਟਾ ਕੱਢੂਗੀ। ਇਹ ਇੱਕਸਾਰ ਨਹੀਂ ਪੱਕਦੀ ਕਿ ਇਹਨੂੰ ਡੁੰਗਣਾ ਪੈਂਦਾ, ਘੱਟੋ ਘੱਟ 2 ਵਾਰੀ ਆਪਾਂ ਨੂੰ ਛਿੱਟੇ ਡੁੰਗਣੇ ਪੈਣਗੇ। ਜਿਹੜੇ ਪਹਿਲਾਂ ਛਿੱਟੇ ਨਿਕਲੇ ਉਹ ਹਰੇ ਤੋਂ ਜਦੋਂ ਭੂਰੇ ਰੰਗ ਦੇ ਵਿੱਚ ਬਦਲ ਗਏ ਤਾਂ ਝੋਲੀ ਬੰਨ੍ਹ ਕੇ ਦਾਤੀ ਲੈ ਕੇ ਉਹ ਛਿੱਟੇ ਡੁੰਗ ਲੈਣੇ ਆ। ਉਦੋਂ ਬਾਅਦ ਦੁਬਾਰਾ ਫਿਰ 1 ਗੇੜਾ ਕੱਢ ਲੈਣਾ, ਤਾਂ ਉਧਰ ਨੂੰ ਅਕਤੂਬਰ ਦਾ ਮਹੀਨਾ ਆ ਜਾਊਗਾ, ਇਹਨੇ ਹੋਰ ਫੋਟਾਂ ਕੱਢੀ ਜਾਣੀਆਂ, ਹੋਰ ਛਿੱਟੇ ਕੱਢੀ ਜਾਣੇ ਆ। ਜਿਹੜੇ ਛੋਟੇ ਛਿੱਟੇ ਆ ਉਹਨੇ ਪਕਾਉਣੇ ਨਹੀਂ, ਇਸ ਲਈ 2 ਕੁ ਡੰਗਾਈਆਂ ਮੋਟੇ ਛਿੱਟਿਆਂ ਦੀਆਂ ਕਰ ਲਓ। ਬਾਕੀ ਜਿਹੜਾ ਰਹਿ ਗਿਆ ਉਹਨੂੰ ਕੁਤਰ ਕੇ ਪਸ਼ੂਆਂ ਨੂੰ ਚਾਰੇ ਦੇ ਰੂਪ ਦੇ ਵਿੱਚ ਤੁਸੀਂ ਵਰਤ ਸਕਦੇ ਆ। ਔਰ ਸਾਰਿਆਂ ਨੂੰ ਆਪਾਂ ਚਾਰੇ ਦੇ ਰੂਪ ਦੇ ਵਿੱਚ ਵਰਤ ਸਕਦੇ ਆ। ਬਹੁਤ ਪੌਸ਼ਟਿਕ ਚਾਰਾ ਹੈਗਾ ਪਸ਼ੂਆਂ ਵਾਸਤੇ। ਉੱਪਰੋਂ ਆਪਾਂ ਰਾਗੀ ਦੇ ਛਿੱਟੇ ਡੁੰਗ ਲੈਣੇ ਆ। ਡੁੰਗਣ ਤੋਂ ਬਾਅਦ ਉਹਨੂੰ ਆਪਾਂ ਪਤਲਾ ਕਰਕੇ ਖਿਲਾਰ ਕੇ ਨਹੀਂ ਰੱਖਣਾ ਗਾ, ਉਹਨੂੰ ਦੜਾ ਮਾਰ ਕੇ ਰੱਖਣਾ। ਰਾਗੀ ਦੇ ਛਿੱਟੇ ਡੁੰਗੇ ਹੋਏ ਆ, ਉਹਨੂੰ ਆਪਾਂ ਜਿਵੇਂ ਸਰੋਂ ਦੀ ਢੇਰ ਮਾਰ ਕੇ ਰੱਖਦੇ ਆ, ਅੰਦਰੋਂ ਸੇਕ ਮਾਰਦਾ, ਦੜਾ ਵੱਜਦਾ, ਸੇਕਾ ਨਿਕਲਦਾ ਤਾਂ ਉਹਦੇ ਦਾਣੇ ਢਿੱਲੇ ਹੋ ਜਾਂਦੇ ਆ ਅਤੇ ਉਹ ਰੰਗ ਵੀ ਵਟਾ ਜਾਂਦੇ ਆ ਅਤੇ ਪੋਲੇ ਵੀ ਹੋ ਜਾਂਦੇ ਆ, ਸੌਖੇ ਨਿਕਲ ਜਾਂਦੇ ਆ। ਉਵੇਂ ਹੀ ਆਪਾਂ ਰਾਗੀ ਨੂੰ ਕਰਨਾ। ਜੇ ਖਿਲਾਰ ਕੇ ਰੱਖਤੀ ਤਾਂ ਚੀੜੀ ਹੋ ਜਾਊਗੀ, ਡਾਂਗਾ ਮਾਰ ਕੁੱਟੀ ਜਾਓਗੇ, ਟਰੈਕਟਰ ਨਾਲ ਗਾਈ ਜਾਓਗੇ, ਨਿਕਲਣੀ ਨਹੀਂ ਗੀ। ਜੇ ਢੇਰੀ ਮਾਰ ਕੇ ਗਮ ਖਵਾਓਗੇ ਇਹਨੂੰ ਤਾਂ ਫਿਰ ਇਹ ਦਾਣਾ ਇਹਦਾ ਸੌਖਾ ਨਿਕਲ ਜੂਗਾ। ਇੰਨਾ ਕਿਹਦਾ ਕੰਮ ਆ, ਦਾਣੇ ਨਿਕਲ ਕੇ ਹਵਾ ਲਵਾ ਕੇ ਡਾ ਕੇ ਉਹਨੂੰ ਫੂਸ ਤੋਂ ਅਲੱਗ ਕਰ ਲਓ। ਆਟੇ ਦੇ ਰੂਪ ਦੇ ਵਿੱਚ ਜਾਂ ਕੜਾਹ ਪ੍ਰਸ਼ਾਦ ਦੇ ਰੂਪ ਦੇ ਵਿੱਚ ਇਹ ਖਾਧੀ ਜਾਂਦੀ ਹੈ। ਕੈਲਸ਼ੀਅਮ ਦਾ ਵਧੀਆ ਸੋਰਸ ਹੈਗਾ, ਘੱਟ ਪਾਣੀ 'ਤੇ ਹੋ ਜਾਂਦੀ ਹੈ, ਚਾਰਾ ਪਸ਼ੂਆਂ ਦੇ ਕੰਮ ਆਉਂਦਾ। ਰਾਗੀ ਆ, ਇਹਨੂੰ ਫਿੰਗਰ ਮਿਲਟ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ। ਅਗਲੀ ਗੱਲ ਹੈਗੀ ਜਿਹੜੀ ਅਗਲੀ ਫਸਲ ਆ ਉਹ ਹੈਗੀ ਆ ਕੋਦਰਾ। ਕੋਦਰੇ ਦਾ ਜਿਹੜਾ ਦਾਣਾ ਉਹ ਭੂਰੇ ਰੰਗ ਦਾ ਹੋਊਗਾ। ਰਾਗੀ ਹੈਗੀ ਆ ਉਹ ਥੋੜ੍ਹੀ ਕਰੀਮ ਜਿਹੀ 'ਚ ਹੁੰਦੀ ਹੈ, ਜਮਾਂ ਲਾਲ ਭੂਰੇ ਜਿਹੇ ਰੰਗ ਦਾ ਹੋਊਗਾ। ਦਾਣਾ ਬਹੁਤ ਸਖਤ ਹੁੰਦਾ, ਬਹੁਤ ਇਹਦੇ 'ਤੇ ਕਹਿੰਦੇ ਵੀ 7 ਤਹਿਆਂ ਹੁੰਦੀਆਂ ਇਹਦੇ ਉੱਪਰ ਛਿਲਕੇ ਦੀਆਂ, ਬਹੁਤ ਸਖਤ ਛਿਲਕਾ ਹੁੰਦਾ।
ਤਾਂ ਇਹ ਕੋਧਰੇ ਦੀ ਫਸਲ ਜਿਹੜੀ ਹੈਗੀ ਆਪਣੀ ਸਾਉਣੀ ਰੁੱਤ ਦੀ ਝੋਨੇ ਦੇ ਸੀਜ਼ਨ ਦੇ ਵਿੱਚ ਉਸੇ ਤਰ੍ਹਾਂ ਹੀ ਲੱਗਣੀ ਆ। ਜਿਹੜੀ ਰਾਗੀ ਆ ਉਹ 3 ਮਹੀਨਿਆਂ ਤੋਂ ਲੈ ਕੇ 100 ਕੁ ਦਿਨ ਤੋਂ ਲੈ ਕੇ 120 ਦਿਨ ਲੈਂਦੀ ਹੈ, ਮਤਲਬ 3.5-4 ਮਹੀਨੇ ਲੈ ਜਾਂਦੀ ਹੈ ਪੱਕਣ ਵਾਸਤੇ। ਕੋਧਰਾ ਰਾਗੀ ਜਿਹੜੀ ਆ ਉਹਦਾ ਝਾੜ 8 ਤੋਂ 10 ਕੁਇੰਟਲ ਨਿਕਲਦਾ ਤੇ 4 ਮਹੀਨੇ ਮੰਨ ਲਓ ਲੈ ਕੇ ਜਾਊਗੀ। ਕੋਧਰਾ ਜਿਹੜਾ ਹੈਗਾ ਇਹ 12 ਤੋਂ ਲੈ ਕੇ 15 ਕੁਇੰਟਲ ਤੱਕ ਉਤਪਾਦਨ ਦੇ ਵਿੱਚ ਜਾ ਸਕਦਾ। ਸਿਰਫ ਇੱਕੋ ਹੀ ਇੱਕ ਫਸਲ ਆ ਜਿਹੜੀ ਕੋਧਰਾ, ਜਿਹੜੀ ਸਾਰਿਆਂ ਤੋਂ ਲੰਮਾ ਸਮਾਂ ਲੈਂਦੀ ਆ ਇਹਨਾਂ ਮੂਲ ਅਨਾਜਾਂ ਦੇ ਵਿੱਚੋਂ। ਇਹ 5 ਮਹੀਨੇ ਪੱਕੇ ਲੈਣੇ ਆ, ਇਹਨੇ 150 ਦਿਨ ਇਹ ਪੱਕਣ ਦੇ ਲਈ ਲਊਗੀ। ਜੇ ਤੁਸੀਂ ਕੋਧਰਾ ਲਾਉਣਾ ਤਾਂ ਉਹਦਾ ਖਾਸ ਧਿਆਨ ਰੱਖਣਾ ਵੀ ਉਹਨੂੰ ਮਈ ਦੇ ਮਹੀਨੇ ਦੇ ਵਿੱਚ ਇਹਦੀ ਪਨੀਰੀ ਆਪਾਂ ਬੀਜ ਕੇ ਤੇ ਝੋਨੇ ਦੇ ਨਾਲ ਇਹਨੂੰ ਟਰਾਂਸਪਲਾਂਟ ਕਰ ਦੇਣਾ। ਝੋਨੇ ਤੋਂ ਪਹਿਲਾਂ ਹੀ ਹੋ ਜਾਣਾ, 20 ਦਿਨਾਂ 'ਚ ਪਨੀਰੀ ਤਿਆਰ ਹੋ ਜੂਗੀ। ਇਹਨੂੰ ਥੋੜ੍ਹਾ ਜਿਹਾ ਦੂਸਰਿਆਂ ਨਾਲੋਂ ਅਗੇਤਾ ਲਾਉਣਾ। ਦੂਸਰੇ ਬਾਕੀ ਸਾਰੇ ਆਪਾਂ ਜੂਨ 'ਚ ਵੀ ਲਾ ਸਕਦੇ ਹਾਂ, ਜੁਲਾਈ 'ਚ ਵੀ ਲਾ ਸਕਦੇ ਹਾਂ। ਇਹਨੂੰ ਆਪਾਂ ਨੂੰ ਮਈ ਦੇ ਵਿੱਚ ਪਨੀਰੀ ਬੀਜ ਕੇ ਤੇ ਜਲਦੀ ਟਰਾਂਸਪਲਾਂਟ ਕਰਨਾ ਪੈਣਾ। ਜੇ ਆਪਾਂ ਪਛੇਤਾ ਕਰਤਾ ਫਿਰ ਇਹਨੇ ਬੂਝਾ ਮਾਰੀ ਜਾਣਾ, ਛਿੱਟੇ ਕੱਢੀ ਜਾਣੇ ਆ, ਐਂਡ ਤੇ ਠੰਡ ਪੈਣ ਲੱਗ ਜਾਣੀ ਆ ਤੇ ਇਹਨੇ ਦਾਣਾ ਨਹੀਂ ਪਕਾਉਣਾਗਾ, ਰੰਗ ਨਹੀਂ ਵਟਾਉਣਾਗਾ, ਉੱਥੇ ਆਪਾਂ ਨੂੰ ਸਮੱਸਿਆ ਆਊਗੀ। ਇਸ ਲਈ ਕੋਧਰੇ ਦਾ ਧਿਆਨ ਰੱਖਣਾ। 5 ਮਹੀਨਿਆਂ ਦੀ ਫਸਲ ਆ, 12-15 ਕੁਇੰਟਲ ਝਾੜ ਆ। ਪਨੀਰੀ ਤਿਆਰ ਕਰਕੇ ਉਸੇ ਤਰ੍ਹਾਂ ਹੀ ਲਾਉਣੀ ਆ ਆਪਾਂ, 2 ਫੁੱਟ ਬਾਈ 1 ਫੁੱਟ ਤੇ। ਬਹੁਤ ਜ਼ਿਆਦਾ ਬੂਝਾ ਮਾਰੂਗਾ, ਝੋਨੇ ਤੋਂ ਵੀ ਦੁੱਗਣਾ ਤਿੱਗਣਾ, ਰਾਗੀ ਤੋਂ ਵੀ ਵੱਧ ਝਾੜ ਕਰਦਾ। ਸ਼ਿਖਾਵਾਂ ਜ਼ਿਆਦਾ ਹੁੰਦੀਆਂ ਪਰ ਇਹਦਾ ਜਿਹੜਾ ਛਿੱਟਾ ਉਹ ਬਰੀਕ ਹੁੰਦਾ। ਸਿਰਫ ਇੱਕ ਧਾਗਾ ਜਿਹਾ ਨਿਕਲੂਗਾ, ਉਹਦੇ 'ਤੇ ਐਂ ਬਰੀਕ ਬਰੀਕ ਦਾਣੇ ਲੱਗੇ ਹੋਣਗੇ, ਪਰ ਉਹ ਧਾਗਿਆਂ ਦੀ ਜਿਹੜੀ ਗਿਣਤੀ ਆ ਉਹ ਬਹੁਤ ਜ਼ਿਆਦਾ ਹੋਊਗੀ। ਉਹਦੇ ਕਰਕੇ ਇਹ ਝਾੜ ਵੱਧ ਦਿੰਦਾ। 2x1 'ਤੇ ਆਪਾਂ ਟਰਾਂਸਪਲਾਂਟ ਕਰ ਦੇਣਾ। ਜਾਂ ਤਾਂ ਵੱਤਰ 'ਚ ਲਾ ਕੇ ਉੱਪਰੋਂ ਪਾਣੀ ਲਾ ਦਿਓ, ਜਾਂ ਸੁੱਕੇ 'ਚ ਲਾ ਕੇ ਪਹਿਲਾਂ ਪਾਣੀ ਛੱਡ ਦਿਓ ਤੇ ਖੋਬੇ ਦੇ ਵਿੱਚ ਇਹਨੂੰ ਲਾ ਦਿਓ। ਪਨੀਰੀ ਤਿਆਰ ਕਰਕੇ ਮਈ ਦੇ ਵਿੱਚ ਆਪਾਂ ਇਹਦੀ ਪਨੀਰੀ ਬੀਜ ਦੇਣੀ ਆ। ਬੀਜਣ ਤੋਂ ਪਹਿਲਾਂ ਉਵੇਂ ਹੀ 12-15 ਘੰਟੇ ਨੂੰ ਭਿਉਣਾ ਹੈਗਾ, ਬੀਜ ਨੂੰ ਛਿਲਕਾ ਪੋਲਾ ਹੋ ਜੇ, ਫਿਰ ਇਹ ਵਧੀਆ ਜਮਾ ਕਰੂਗਾ। ਇਸ ਤੋਂ ਬਾਅਦ ਆਉਂਦੀ ਆ ਕੰਗਣੀ। ਜਿਹੜੀ ਰਾਗੀ ਤੇ ਕੋਧਰਾ, ਇਹਨਾਂ ਦਾ ਨਾੜ ਜਿਹੜਾ ਹੈਗਾ ਮਜ਼ਬੂਤ ਹੁੰਦਾ, ਕੱਦ ਇਹਨਾਂ ਦਾ ਦਰਮਿਆਨਾ ਹੁੰਦਾ, 3 ਕੁ ਫੁੱਟ ਮੰਨ ਲਓ ਇੰਨਾ ਕੁ ਕੱਦ ਹੋਊਗਾ। ਇਹ ਡਿੱਗਦੇ ਨਹੀਂਗੇ, ਥੋੜ੍ਹੇ ਮਜ਼ਬੂਤੀ ਨਾੜ ਵਾਲੇ ਹੁੰਦੇ ਆ। ਪਰ ਜਿਹੜੀ ਕੰਗਣੀ ਹੈਗੀ ਆ ਇਹ ਬੂਝਾ ਬਹੁਤ ਘੱਟ ਮਾਰਦੀ ਆ। ਸ਼ਿਖਾਵਾਂ ਇਹਦੀਆਂ 4-5 ਕੀ ਹੁੰਦੀਆਂ, ਛਿੱਟਾ ਇਹਦਾ ਭਾਰਾ ਹੁੰਦਾ, ਕੱਦ ਇਹਦਾ ਜ਼ਿਆਦਾ ਹੁੰਦਾ, 4 ਫੁੱਟ ਤੱਕ ਵੀ ਹੋ ਜਾਂਦਾ, 4.25 ਵੀ ਹੋ ਜਾਂਦਾ, ਤੇ ਨਾੜ ਕਮਜ਼ੋਰ ਕਰਕੇ ਇਹ ਡਿੱਗਦੀ ਆ। ਇਸ ਲਈ ਜਦੋਂ ਤੁਸੀਂ ਕੰਗਣੀ ਲਾਉਣੀ ਆ, ਪਰ ਕੰਗਣੀ ਦੇ ਵਿੱਚ ਤੁਸੀਂ ਕਿਉਂਕਿ ਬੂਝਾ ਘੱਟ ਮਾਰਦੀ ਆ, ਇਸ ਲਈ ਪਨੀਰੀ ਦੀ ਬਜਾਏ ਸਿਰਫ ਕੰਗਣੀ ਆ, ਜਿਹਨੂੰ ਆਪਾਂ ਸਿੱਧੀ ਵੀ ਬੀਜ ਸਕਦੇ ਆ। ਸਿੱਧੀ ਬੀਜਾਂਗੇ ਮਤਲਬ ਲਾਈਨ ਦਾ ਫਾਸਲਾ ਆਪਾਂ ਨਿਰਧਾਰਿਤ ਕਰ ਲਾਂਗੇ, 2 ਫੁੱਟ ਰੱਖ ਰਹੇ ਆ। ਬੂਟੇ ਤੋਂ ਬੂਟਾ ਜੇ ਨੇੜੇ ਵੀ ਹੋ ਜਾਊਗਾ ਤਾਂ ਵੀ ਕੋਈ ਸਮੱਸਿਆ ਨਹੀਂ, ਕਿਉਂਕਿ ਇਹਨੇ ਸ਼ਿਖਾਵਾਂ ਘੱਟ ਮਾਰਨੀਆਂ। ਤਾਂ ਆਪਾਂ ਕੰਗਣੀ ਦੀ ਸਿੱਧੀ ਬਿਜਾਈ ਵੀ ਕਰ ਸਕਦੇ ਹਾਂ, ਨਹੀਂ ਤਾਂ ਇਹਨੂੰ 2x1 'ਤੇ ਆਪਾਂ ਉਸੇ ਤਰ੍ਹਾਂ ਟਰਾਂਸਪਲਾਂਟ ਵੀ ਕਰ ਸਕਦੇ ਹਾਂ। ਇਹਦੇ 'ਚ ਧਿਆਨ ਰੱਖਣਾ ਵੀ ਜਿੱਥੇ ਤੁਸੀਂ ਕੰਗਣੀ ਲਾਉਣੀ ਆ ਉੱਥੇ ਕੋਸ਼ਿਸ਼ ਕਰੋ ਸਾਈਡ ਦੇ ਉੱਤੇ ਚਾਰੇ ਪਾਸੇ ਘੇਰੇ ਨਾਲ ਮੱਕੀ ਦਾ ਉਰੇ ਕੱਢੋ, ਤੇ ਹਰੇਕ 15-15 ਫੁੱਟ ਤੇ ਵਿਚਕਾਰ ਵੀ ਇੱਕ ਲਾਈਨ ਮੱਕੀ ਦੀ ਲਗਾਓ, ਤਾਂ ਕਿ ਉਹਨੂੰ ਹਵਾ ਤੋਂ ਓਟਾ ਰਵੇ ਤੇ ਮੱਕੀ ਨੂੰ ਥੋੜਾ ਸਹਾਰਾ ਮਿਲ ਜੇ ਤੇ ਡਿੱਗੇ ਨਾ। ਇਹਦਾ ਛਿੱਟਾ ਲੂੰਬੜੀ ਦੀ ਪੂਛ ਵਰਗਾ, ਫੋਕਸਟੇਲ ਮਿਲਟ ਕਹਿੰਦੇ ਆ ਇਹਨੂੰ। ਐਂ ਲੰਮਾ ਛਿੱਟਾ ਹੋਊਗਾ ਤੇ ਥੱਲੇ ਨੂੰ ਝੁਕ ਜੂਗਾ। ਪਹਿਲਾਂ ਸਾਰੇ ਦਾ ਸਾਰਾ ਉਹ ਹਰਾ ਹੋਊਗਾ, ਉਦੋਂ ਬਾਅਦ ਪੀਲਾ ਹੋ ਜੂਗਾ। ਜਿਹੜਾ ਕੋਧਰਾ ਇਹ ਇੱਕਸਾਰ ਵੱਢਿਆ ਜਾਂਦਾ। ਸਾਰੇ ਜਦੋਂ ਦਾਣੇ ਹਰੇ ਸੀ, ਜਦੋਂ ਹਰੇ ਤੋਂ ਲਾਲ 'ਚ ਬਦਲ ਗਏ ਉਹ, ਤਾਂ ਥੱਲੋਂ ਆਪਾਂ ਨੂੰ ਛਿੱਟੇ ਡੂੰਘਣ ਦੀ ਲੋੜ ਨਹੀਂ ਗੀ। ਥੱਲੋਂ ਬੂਝਾ ਆਪਾਂ ਕੱਟਾਂਗੇ ਤੇ ਸਾਰੇ ਦਾ ਸਾਰਾ ਹੀ ਉਹ ਆਪਾਂ ਕੱਟ ਕੇ ਇੱਕ ਸਾਈਡ 'ਤੇ ਤਰਪਾਲ ਦੇ ਉੱਤੇ ਆਪਾਂ ਖੇਤ ਦੇ ਵਿੱਚ ਰੱਖ ਲੈਣਾ। ਕੁਛ ਦਿਨ ਉਹ ਪਿਆ ਰਹੂਗਾ, ਥੋੜ੍ਹਾ ਬਹੁਤ ਉਹ ਨਾੜ ਦਾ ਅਸਰ ਲੈ ਕੇ ਦਾਣਾ ਚੰਗੀ ਤਰ੍ਹਾਂ ਪਕਾ ਜੂਗਾ। ਫਿਰ ਉਹਨੂੰ ਕੁੱਟ ਕੇ ਝਾੜ ਲੈਣਾ, ਜਾਂ ਆਪਾਂ ਗਾਹ ਕੇ ਉਹਦੇ ਦਾਣੇ ਅਲੱਗ ਕਰ ਲੈਣੇ ਆ ਕੋਧਰੇ ਦੇ। ਰਾਗੀ ਦੇ ਛਿੱਟੇ ਡੁੰਗਣੇ ਆ, ਕੋਧਰਾ ਥੱਲੋਂ ਵੱਢ ਸਕਦੇ ਆ। ਜਿਹੜੀ ਕੰਗਣੀ ਹੈਗੀ ਆ ਇਹਦਾ ਫਿਰ ਆਪਾਂ ਨੂੰ ਛਿੱਟੇ ਡੁੰਗਣੇ ਪੈਣਗੇ, ਉੱਪਰ ਵੱਢਣੇ ਪੈਣਗੇ। 2 ਵਾਰੀ ਆਪਾਂ ਡੁੰਗਾਈ ਕਰ ਲਈ, ਤੀਜੇ ਵਾਰੀ ਵੱਢ ਕੇ ਪਸ਼ੂਆਂ ਨੂੰ ਚਾਰ ਦਿਓ। ਉਹਨੂੰ ਜ਼ਿਆਦਾ ਵੇਟ ਨਹੀਂ ਕਰਨ ਦੀ ਲੋੜ, ਨਹੀਂ ਤਾਂ ਉਹ ਹੋਰ ਛਿੱਟੀਆਂ ਜਿਹੀਆਂ ਥੱਲੇ ਕੱਢਦੀ ਰਹਿੰਦੀ ਆ। ਤਾਂ ਇਹ ਕੰਗਣੀ ਦਾ ਤਰੀਕਾ। ਉਸ ਤੋਂ ਬਾਅਦ ਆ ਜਾਂਦੀ ਹੈ ਹਰੀ ਕੰਗਣੀ ਤੇ ਕੁਟਕੀ। ਹਰੀ ਕੰਗਣੀ ਤੇ ਕੁਟਕੀ ਦੋਵਾਂ ਦਾ ਬਹੁਤ ਬਰੀਕ ਦਾਣਾ ਹੈਗਾ, ਔਰ ਬਿਲਕੁਲ ਘਾਹ ਫੂਸ ਵਰਗੀਆਂ ਇਹ ਹੈਗੀਆਂ। ਜਿਹੜੀ ਹਰੀ ਕੰਗਣੀ ਆ ਇਹਦਾ ਪੱਤਾ ਥੋੜ੍ਹਾ ਜਿਹਾ ਚੌੜਾ ਹੁੰਦਾ, ਜੇ ਉਹਦੀ ਪਨੀਰੀ ਤੁਸੀਂ ਦੇਖੋਗੇ ਉਹਦਾ ਪੱਤਾ ਚੌੜਾ ਹੋਊਗਾ। ਇਹਦਾ ਬੂਝਾ ਤੁਸੀਂ 2x1 ਫੁੱਟ ਤੇ ਟਰਾਂਸਪਲਾਂਟ ਕਰਤਾ ਤਾਂ ਇਹ ਸਿੱਧਾ ਵਧਣ ਦੀ ਬਜਾਏ ਪਾਸੇ ਨੂੰ ਫੈਲਦੀ ਆ। ਇਹਦਾ ਜਾੜ ਐ ਸਾਈਡਾਂ ਨੂੰ ਜਾਈ ਜਾਊਗਾ। ਹਰੀ ਕੰਗਣੀ ਦੇ ਵਿੱਚ ਇਹ ਆ ਵੀ ਜਿੱਥੇ ਇਹਦਾ ਤਣਾ ਮਿੱਟੀ ਨਾਲ ਲੱਗ ਗਿਆ ਨੇ ਉੱਥੇ ਹੀ ਜੜ ਲਾ ਜਾਣੀ ਹੈ। ਐਂ ਜੜ੍ਹਾਂ ਲਾਉਂਦੀ ਜਾਊਗੀ, ਪਾਸੇ ਨੂੰ ਕਾਫੀ ਫੈਲ ਜੂਗੀ। ਦਿਨਾਂ ਦੇ ਵਿੱਚ ਹੀ ਸਾਰੇ ਦਾ ਸਾਰਾ ਖੇਤ ਇਹ ਢੱਕ ਲੂਗੀ। ਛਿੱਟਾ ਇਹਦਾ ਗੁੰਦਮਾ ਹੋਊਗਾ। ਇਹਨੂੰ ਆਪਾਂ ਇੱਕਸਾਰ ਵੱਢ ਸਕਦੇ ਹਾਂ।
ਇਹਦੇ ਵਾਰ-ਵਾਰ ਛਿੱਟੇ ਡੁੰਗਣ ਦੀ ਲੋੜ ਨਹੀਂ, ਸਾਰੀ ਇਕੱਠੀ ਵੱਢੀ ਜਾਊਗੀ। ਪਰ ਜਿਹੜੀ ਹਰੀ ਕੰਗਣੀ ਆ ਇਹਦੇ 'ਚ ਧਿਆਨ ਇਹ ਰੱਖਣਾ, ਹਰੀ ਕੰਗਣੀ ਤੇ ਕੁਟਕੀ ਦੋਵਾਂ ਦੇ ਵਿੱਚ, ਜਿਵੇਂ ਆਪਾਂ ਹੁੰਦੀ ਨਾ ਗੋਭੀ ਸਰੋਂ ਉਹ ਆਪਾਂ ਹਰੇ ਹੱਡ ਵੱਢਦੇ ਆ, ਜੇ ਜ਼ਿਆਦਾ ਚੜ੍ਹ ਗਈ ਤਾਂ ਖੇਤ 'ਚ ਝੜ ਜਾਂਦੀ ਹੈ। ਹਰੀ ਕੰਗਣੀ ਤੇ ਕੁਟਕੀ ਦੇ ਵਿੱਚ ਦੋਵਾਂ 'ਚ ਸੇਮ ਪ੍ਰੋਬਲਮ ਆ, ਜੇ ਜ਼ਿਆਦਾ ਆਪਾਂ ਪਕਾ ਲਈ ਤਾਂ ਤੁਹਾਡੀ ਅੱਧੀ ਇਹ ਖੇਤ 'ਚ ਹੀ ਰਹਿ ਜੂਗੀ। ਇਸ ਲਈ ਜਦੋਂ ਮੰਨ ਲਓ ਆਪਾਂ ਛਿੱਟੇ ਕੱਢ ਲਈ, ਫਸਲ ਹਰੀ ਆ, ਜਿਵੇਂ ਕਣਕਾਂ ਹੁਣ ਉਹ ਹਰੀ ਆ, ਇੱਧਰ ਰੰਗ ਜਿਹਾ ਵਟਾ ਗਈ, ਤਾਂ 20% ਜਦੋਂ ਫਸਲ ਰੰਗ ਵਟਾ ਜੇ ਆਪਾਂ ਨੂੰ ਦੱਖ ਦਿੰਦੀ ਹੈ ਹਰੀ ਤੋਂ, ਭਾਈ ਭੂਰੀ ਜੀ ਹੋਣੀ ਹੋ ਗਈ ਆ ਇਹ, 20% 25% ਛਿੱਟੇ ਇਹਦੇ ਪੱਕ ਗਏ ਆ, ਉਦੋਂ ਤੁਸੀਂ ਚੁੱਪ ਕਰਕੇ ਥੱਲੋਂ ਇੱਕਸਾਰ ਵੱਢ ਕੇ ਇਹਨੂੰ ਤਰਪਾਲ ਵਿਛਾ ਕੇ ਉੱਥੇ ਬਾਹਰ ਕੱਢ ਲਓ। ਨਾੜ ਦਾ ਅਸਰ ਲੈ ਕੇ ਦਾਣੇ ਉਹ ਪੱਕ ਜਾਣਗੇ। ਬਹੁਤ ਸੌਖੀ ਇਹ ਝੜ ਜਾਂਦੀ, ਮਾੜਾ ਜਿਹਾ ਸੋਟੀ ਲਾਈ ਤਾਂ ਇਹ ਦਾਣੇ ਝੜ ਜਾਣਗੇ। ਚਾਰਾ ਪਸ਼ੂਆਂ ਨੂੰ ਚਾਰ ਲਓ, ਦਾਣੇ ਅਲੱਗ ਕਰ ਲਓ। ਜੇ ਇਹਨੂੰ ਪਕਾ ਲਿਆ, ਜ਼ਿਆਦਾ ਪਕਾ ਲਿਆ ਤਾਂ ਇਹ ਖੇਤ ਦੇ ਵਿੱਚ ਥੋੜੀ ਅੱਧੀ ਝੜ ਜੂ, ਅੱਧੀ ਤੁਹਾਡੇ ਪੱਲੇ ਪਊਗੀ। ਤੇ ਹਰੀ ਕੰਗਣੀ ਤੇ ਕੁਟਕੀ ਤੇ ਉਸੇ ਤਰ੍ਹਾਂ ਹੀ ਕੰਗਣੀ, ਇਹਨਾਂ ਦਾ ਝਾੜ ਦੀ ਰੇਂਜ ਹੈਗੀ ਆ 5 ਤੋਂ 6 ਕੁਇੰਟਲ, ਰਾਗੀ ਹੈਗੀ ਆ 10 ਕੁਇੰਟਲ, ਕੋਧਰਾ 12 ਤੋਂ 15 ਕੁਇੰਟਲ, ਬਾਕੀ ਕੰਗਣੀ ਹਰੀ ਕੰਗਣੀ ਕੁਟਕੀ 5-6 ਕੁਇੰਟਲ ਇੱਥੋਂ ਤੱਕ ਰਹਿੰਦੀਆਂ। ਹੁਣ ਆਪਾਂ ਗੱਲ ਕਰਾਂਗੇ ਕੁਟਕੀ ਦੀ। ਕੁਟਕੀ ਉਸੇ ਤਰ੍ਹਾਂ ਪਨੀਰੀ ਬੀਜਣੀ ਆ, 2x1 ਤੇ ਟਰਾਂਸਪਲਾਂਟ ਕਰਨੀ ਆ। ਕੁਟਕੀ ਦਾ ਨਾੜ ਵੀ ਕਮਜ਼ੋਰ ਹੁੰਦਾ, ਇਹਦਾ ਛਿੱਟਾ ਇੱਕ ਡੱਕਾ ਜਿਹਾ ਹੋਊਗਾ ਤੇ ਪਾਸੇ ਵਾਲ ਜੇ ਐਂ ਹੋਣਗੇ, ਬਰੀਕ ਬਰੀਕ ਵਾਲ ਜੇ, ਉੱਪਰ ਵਾਲ ਦੀ ਕੰਨੀ ਤੇ ਜਾ ਕੇ ਦਾਣਾ ਲੱਗਿਆ ਹੋਊਗਾ। ਇਕੱਠੇ ਕਰਾਂਗੇ ਤਾਂ ਐਂ ਹੋ ਜਾਣਗੇ, ਨਹੀਂ ਐਂ ਖਿੱਲਰ ਜਾਂਦੇ ਸਾਰੇ, ਵੱਡਾ ਸਾਰਾ ਦੁੰਬ ਜਿਹਾ ਬਣ ਜਾਂਦਾ। ਪਰ ਨਾੜ ਕਮਜ਼ੋਰ ਆ, ਇਹ ਡਿੱਗਦੀ ਆ। ਹਰੀ ਕੰਗਣੀ ਵੀ ਥੱਲੇ ਹੀ ਵਿਛਦੀ ਆ, ਤੇ ਕੰਗਣੀ ਵੀ ਜਿਹੜੀ ਆ ਕੁਟਕੀ ਆ, ਜਿਹੜੀ ਲਿਟਲ ਮਿਲਟ ਜਿਹਨੂੰ ਕਹਿੰਦੇ ਆ, ਉਹਦਾ ਵੀ ਨਾੜ ਕਮਜ਼ੋਰ ਆ, ਇਹ ਵੀ ਡਿੱਗਦੀ ਹੈ। ਇਸ ਲਈ ਇਹਨੂੰ 2x1 ਤੇ ਲਾਓ, ਤਰਪਾਲੀ ਨਾਲ ਗੋਡੀਆਂ ਕਰੋ, ਕੋਸ਼ਿਸ਼ ਕਰੋ ਵੀ ਹਲਕੀ ਹਲਕੀ ਇਹਨੂੰ ਮਿੱਟੀ ਚੜ੍ਹ ਜੇ ਤਾਂ ਕਿ ਸਪੋਰਟ ਰਵੇ, ਨਹੀਂ ਤਾਂ ਜਮਾ ਵਿਛ ਜੂਗੀ। ਡਿੱਗ ਜੇ ਵਿਛ ਜੇ ਉਹਦਾ ਕੋਈ ਨੁਕਸਾਨ ਨਹੀਂਗਾ, ਪਰ ਜ਼ਿਆਦਾ ਪਕਾ ਲਈ ਤਾਂ ਫੇਰ ਨੁਕਸਾਨ ਹੋ ਜਾਊਗਾ ਵੀ ਵਿੱਚ ਝੜ ਜੂਗੀ। ਇਹਦਾ ਵੀ ਆਪਾਂ ਧਿਆਨ ਰੱਖਣਾ, ਜਦੋਂ ਹਰੇ ਤੋਂ ਭੂਰਾ ਰੰਗ ਜਿਹਾ ਹੋ ਗਿਆ, 20-25% ਪੱਕ ਗਈ, ਉਦੋਂ ਆਪਾਂ ਇੱਕ ਸਾਰੇ ਕੱਟ ਲੈਣੀ ਆ ਛਿੱਟੇ। ਇਹਦੇ ਵੀ ਕੱਟਣ ਦੀ ਲੋੜ ਨਹੀਂ, ਥੱਲੋਂ ਕੱਟੀ, ਨਾੜ ਦੇ ਅਸਰ ਨਾਲ ਦਾਣਾ ਪਕਾ ਗਈ, ਹਲਕਾ ਜਿਹਾ ਕੁੱਟਿਆ ਤੇ ਆਪਾਂ ਝਾੜ ਲੈਣੀ ਆ। ਤਾਂ ਇਹ ਵੀ ਆਪਣੇ 6-7 ਕੁਇੰਟਲ ਦੇ ਝਾੜ ਤੱਕ ਇਹ ਨਿਕਲਦੀ ਆ। ਅਗਲਾ ਹੈਗਾ ਸਵਾਂਕ, 6 ਨੰਬਰ ਤੇ ਸਵਾਂਕ। ਸਵਾਂਕ ਬਹੁਤ ਫਾਸਟ ਗਰੋ ਕਰਦਾ, 5-5 ਫੁੱਟ ਕੱਦ ਤਾਂ ਨੋਰਮਲ ਹੀ ਆ, 6 ਫੁੱਟ ਤੱਕ ਵੀ ਚਲਾ ਜਾਂਦਾ। ਨਾੜ ਥੋੜ੍ਹਾ ਜਿਹਾ ਤਕੜਾ ਹੁੰਦਾ ਇਹਦਾ, ਜਿਵੇਂ ਮਾੜੀ ਚਰੀ ਜੀ ਹੋਵੇ ਉਹ ਜਾਂ ਨਾੜ ਹੋ ਜਾਂਦਾ ਇਹਦਾ ਸਵਾਂਕ ਦਾ। ਚਾਰਾ ਵੀ ਵਧੀਆ ਮਿਲ ਜਾਂਦਾ, ਕਈ ਜਗ੍ਹਾ ਤੇ ਇਹਨੂੰ ਪੱਠਿਆਂ ਦੇ ਰੂਪ 'ਚ ਹੀ ਬੀਜਦੇ ਆ। ਸਵਾਂਕ ਬੀਜਤਾ, ਵੱਢ ਕੇ ਪਸ਼ੂਆਂ ਨੂੰ ਚਾਰਤਾ ਪੱਠਿਆਂ ਦੇ ਰੂਪ ਦੇ ਵਿੱਚ ਹੀ। ਤਾਂ ਆਪਾਂ ਇਹਨੂੰ 2x1 ਤੇ ਟਰਾਂਸਪਲਾਂਟ ਕਰਾਂਗੇ, ਉਵੇਂ ਹੀ ਪਨੀਰੀ ਬੀਜ ਕੇ। ਨਾੜ ਇਹਦਾ ਤਕੜਾ ਹੋਊਗਾ, ਬੂਝਾ ਵੀ ਤਕੜਾ ਹੋਊਗਾ, ਕੱਦ ਵਾਹਵਾ, ਛਿੱਟੇ ਵੱਡੇ ਵੱਡੇ ਹੋਣਗੇ। ਤਾਂ ਇਹਨੂੰ ਆਪਾਂ ਥੱਲੋਂ ਨਹੀਂ ਵੱਢਦੇ, ਇਹਦੇ ਫਿਰ ਰਾਗੀ ਇਹਨੂੰ ਜਾਂ ਕੰਗਣੀ ਵੱਲੋਂ ਇਹਦੇ ਛਿੱਟੇ ਡੁੰਗੇ ਜਾਂਦੇ ਆ। ਗਿੱਠ ਦਾ ਛਿੱਟਾ ਹੋਊਗਾ, ਪਹਿਲਾਂ ਹਰਾ ਹੋਊਗਾ, ਉਸ ਤੋਂ ਬਾਅਦ ਸਾਰੇ ਦਾ ਸਾਰਾ ਉਹ ਲਾਲ ਹੋ ਜਾਊਗਾ, ਭੂਰਾ ਹੋ ਜਾਊਗਾ। ਜਦੋਂ ਭੂਰੇ ਹੋ ਗਏ ਉਦੋਂ ਆਪਾਂ 2 ਵਾਰੀ ਇਹਦੀ ਡੁੰਗਾਈ ਕਰਨੀ ਆ, ਉਸ ਤੋਂ ਬਾਅਦ ਥੱਲੋਂ ਵੱਢ ਕੇ ਪਸ਼ੂਆਂ ਨੂੰ ਆਪਾਂ ਚਾਰ ਸਕਦੇ ਹਾਂ। ਤਾਂ ਇਹਦੇ ਛਿੱਟੇ ਡੰਗਾ ਕੇ ਢੇਰ ਮਾਰ ਲਿਆ, ਉਸ ਤੋਂ ਬਾਅਦ ਕੁੱਟ ਕੇ ਆਪਾਂ ਅਲੱਗ ਕਰ ਲਏ। ਤਾਂ ਸਵਾਂਕ ਇਹਨੂੰ ਬਾਰਨਯਾਰਡ ਮਿਲਟ ਕਹਿੰਦੇ ਆ। ਚੀਨਾ ਇਹ ਬਹੁਤ ਘੱਟ ਜਗ੍ਹਾ ਤੇ 2-4 ਥਾਵਾਂ 'ਤੇ ਲੱਗਿਆ ਸੀ, ਜ਼ਿਆਦਾ ਨਹੀਂ ਲਗਾਇਆ ਸੀਗਾ। ਇਹਨੂੰ ਪ੍ਰੋਸੋ ਮਿਲਟ ਕਹਿੰਦੇ ਆ। ਵੀ ਬਰੀਕ ਬਰੀਕ ਘਾਹ ਜਿਹਾ ਹੁੰਦਾ, ਇਹਨੂੰ ਜੇ ਤੁਸੀਂ ਅਗੇਤਾ ਲਾ ਲਓ, ਮੰਨ ਲਓ ਅਪ੍ਰੈਲ ਮਈ 'ਚ ਬੀਜਤਾ ਜਾਂ ਟਰਾਂਸਪਲਾਂਟ ਕਰਤਾ, ਤਾਂ ਇਹ ਅਕਤੂਬਰ ਤੱਕ ਆਉਂਦਾ 2-3 ਵਾਢੀਆਂ ਦੇ ਜਾਂਦਾ। ਇਹਦੇ ਦਾਣੇ ਪੱਕ ਗਏ, ਉਹਨੂੰ ਤੁਸੀਂ ਵੱਢ ਲਿਆ, ਤੇ ਜਿਵੇਂ ਕੰਗਣੀ ਕੁਟਕੀ ਨੂੰ ਉਹ ਆਪਣਾ ਹਰੀ ਕੰਗਣੀ ਤੇ ਕੁਟਕੀ ਵਾਂਗੂ ਬਾਹਰ ਕੱਢ ਲਿਆ, ਝਾੜ ਲਿਆ, ਉਹਨੇ ਫੇਰ ਫੁੱਟ ਆਉਣਾ, ਫਿਰ ਦਾਣੇ ਪਕਾ ਜਾਣੇ ਆ, ਫੇਰ ਫੁੱਟ ਆਉਣਾ, ਫੇਰ ਪਕਾ ਜਾਣੇ ਆ। ਤਾਂ ਇਹ ਮਤਲਬ ਕਈ ਤਾਂ 60 ਨੂੰ ਹੀ ਆ, ਇਹ ਮਤਲਬ 60-65 ਦਿਨਾਂ 'ਚ ਪੱਕ ਜਾਂਦਾ, ਤੇ 2-3 ਕਟਾਈਆਂ ਦੇ ਜਾਂਦਾ ਇਹ ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ। ਬਰੀਕ ਬਰੀਕ ਦਾਣਾ ਉਵੇਂ ਹੀ ਕੁੱਟ ਕੇ ਝਾੜ ਕੇ ਨਿਕਲ ਜਾਣਾ। ਜਿੰਨੇ ਸਾਰੇ ਦੇ ਸਾਰੇ ਹੈਗੇ ਆ, ਰਾਗੀ ਨੂੰ ਛੱਡ ਕੇ ਸਾਰਿਆਂ ਦਾ ਦਾਣੇ ਦੇ ਉੱਪਰੋਂ ਛਿਲਕਾ ਹੁੰਦਾ, ਉਹਨੂੰ ਲਾਉਣ ਤੋਂ ਬਾਅਦ ਹੀ ਆਪਾਂ ਖਾ ਸਕਦੇ ਹਾਂ। ਉਹਦਾ ਪ੍ਰੋਸੈਸਿੰਗ ਯੂਨਿਟ ਅਸੀਂ ਬਟਾਲੇ ਦੇ ਵਿੱਚ ਇੱਕ ਲੱਗ ਚੁੱਕਿਆ, ਲਗਭਗ ਮਹੀਨੇ ਦੇ ਵਿੱਚ ਉਹਨੇ ਵਰਕਿੰਗ ਦੇ ਵਿੱਚ ਆ ਜਾਣਾ, ਉੱਥੇ ਲੱਗ ਜਾਣਾ। ਇੱਕ ਅੱਧਾ ਸ਼ਾਇਦ ਕੋਈ ਲੁਧਿਆਣੇ ਜਾਂ ਜਲੰਧਰ ਉੱਥੇ ਲੱਗ ਜੇ, ਜਿੱਥੇ ਥੋੜ੍ਹਾ ਵੱਡੀ ਕੁਆਂਟਿਟੀ ਦੇ ਵਿੱਚ ਸਾਰਾ ਇਹ ਛਿਲਕਾ ਲੈ ਸਕਦਾ। ਔਰ ਦੂਸਰਾ ਤਰੀਕਾ ਇਹਦਾ ਇਹ ਹੈਗਾ ਵੀ ਆਪਾਂ ਘਰਾਂ ਦੇ ਵਿੱਚ ਇੱਕ ਥੋੜ੍ਹਾ ਮੈਕਸੀ ਨੂੰ ਮੋਡੀਫਾਈ ਕਰਕੇ ਸਾਊਥ ਦੇ ਵਿੱਚ ਵਰਤਦੇ ਆ। ਉਹ ਮੈਕਸੀ ਦੇ ਵਿੱਚ ਉਹ ਦਾਣੇ ਪਾਓ, ਉਹਨੂੰ ਗੇੜੇ ਦਿਓ, ਤੇ ਉਹਦਾ ਛਿਲਕਾ ਨਿਕਲ ਜਾਂਦਾ। ਤਾਂ ਇਸ ਤਰ੍ਹਾਂ ਆਪਣੇ ਇਹ ਸਾਰੇ ਦੇ ਸਾਰੇ ਮੂਲ ਅਨਾਜ ਕਾਸ਼ਤ ਬੜੀ ਸੌਖੀ ਆ, ਬੜੇ ਘੱਟ ਪਾਣੀ ਤੇ ਝੋਨੇ ਦੇ ਬਦਲ ਦੇ ਰੂਪ ਦੇ ਵਿੱਚ ਖਾਵਾਂਗੇ ਤਾਂ ਆਪਣੇ ਖੁਰਾਕੀ ਤੱਤਾਂ ਦੇ ਨਾਲ ਭਰਪੂਰ ਹੈਗੇ ਆ। ਬਹੁਤ ਬੰਦਿਆਂ ਨੇ ਕੋਧਰਾ ਖਾਧਾ, ਮਹੀਨੇ ਦੇ ਵਿੱਚ ਸ਼ੂਗਰ ਲੈਵਲ ਉਹਨਾਂ ਦਾ ਸਹੀ ਹੋ ਗਿਆ।
ਹੋਰ ਖੁਰਾਕੀ ਤੱਤ ਜਿਹੜੇ ਹੈਗੇ ਉਹਨਾਂ ਦੇ ਤੁਹਾਡੇ ਵੱਖ-ਵੱਖ ਕਿਸਾਨ ਉਹ ਆਪਦੇ ਤਜਰਬੇ ਆਪਾਂ ਉਹ ਸਾਂਝੇ ਕਰ ਸਕਦੇ ਹਾਂ, ਇੱਕ ਦੂਜੇ ਤੋਂ ਪੁੱਛ ਸਕਦੇ ਹਾਂ। ਤਾਂ ਇਹ ਚੀਜ਼ਾਂ ਹੈਗੀਆਂ। ਹੁਣ ਅੱਗੇ ਅਮਿੰਦਰ ਜੀ। क्षमा करना जरा मैं लेट होया, कई चीज़ां उलझियां सी। वैसे ਜਿਹੜੇ ਲੋਕ ਖਾ ਚੁੱਕੇ ਨੇ ਅਗਰ ਨੇੜੇ ਆ ਸਕਣ ਤਾਂ ਵਧੀਆ, ਆਪਾਂ ਗੱਲਬਾਤ ਕਰ ਲਈ। ਜਰਾ ਗਰੇਵਾਲ ਜੀ ਥੋੜ੍ਹੀ ਦੇਰ ਬੈਠੋ, ਜਰਾ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਜਾ ਰਹੇ ਹਾਂ। ਸਰਪੰਚ ਸਾਹਿਬ ਕਿੱਥੇ ਨੇ? ਹਰਬੰਸ ਜੀ ਬੈਠੇ ਹੋ? ਠੀਕ ਹੈ। ਇੱਕ ਤਾਂ ਬਹੁਤ ਵਧਾਈ, ਬੜਾ ਜ਼ਬਰਦਸਤ ਪ੍ਰੋਗਰਾਮ ਕੀਤਾ। ਜਿਹੜੇ ਲੋਕ ਨਰਸਰੀ 'ਚ ਘੁੰਮ ਰਹੇ ਨੇ ਜੇ ਉਹ ਵੀ ਆ ਜਾਣ ਇੱਕ ਵਾਰੀ, ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਜਾ ਰਹੇ ਹਾਂ ਤੇ ਅੱਛਾ ਰਹੇਗਾ। ਜਿਹੜੇ ਲੋਕ ਨਰਸਰੀ 'ਚ ਘੁੰਮ ਰਹੇ ਨੇ, जरा गुरविंदर बेटा एक बार आवाज़ लगाओ, जाओ उधरों लोगों, एक किसानों को बुला लो, कोई साथियों को। एक तो बरनाले दे विच हर हफ्ते शनिवार 10 बजे टाइम है रवि, 11 बजे बरनाले हर हफ्ते शनिवार 11 बजे तो लैके 4 बजे तक, है ना, 5 बजे तक एक कुदरती किसान हट चल लगती है। ਜਿਹੜੇ ਕਿਸਾਨ ਕੁਦਰਤੀ ਖੇਤੀ ਦਾ ਸਮਾਨ ਉਗਾਉਂਦੇ ਨੇ ਉਹ ਇਕੱਠੇ ਹੋ ਕੇ ਉਹਨੂੰ ਵੇਚਦੇ ਨੇ। ਇਹ ਜਗ੍ਹਾ ਕਿਹੜੀ ਹੈਗੀ ਮਾੜੀ ਜੀ? ਲੱਖੀ ਕਲੋਨੀ ਗਲੀ ਨੰਬਰ 1। ਇਹ ਸਭ ਨੂੰ ਪਤਾ ਹੈ ਇੱਥੇ? ਵੈਸੇ ਨਹੀਂ ਪਤਾ, ਉਹ ਬਾਈ ਕਹਿੰਦਾ ਮੈਨੂੰ ਨਹੀਂ ਪਤਾ। ਅੱਛਾ ਠੀਕ ਹੈ, ਠੀਕ ਹੈ। ਤੁਹਾਨੂੰ ਪਤਾ ਜੀ ਲੱਖੀ ਕਲੋਨੀ ਕਿੱਥੇ ਹੈ? ਉਹ ਭਾਈ ਸਾਹਿਬ ਇੱਧਰ ਆਓ 2 ਮਿੰਟ ਜਰਾ। ਲੇਕਿਨ ਜੇ ਇਹ 2 ਬੰਦਿਆਂ ਨੂੰ ਪਤਾ, ਦੋਨੋਂ ਨਹੀਂ ਪਤਾ, ਮਾੜੇ ਦੱਸ ਦਿਓ ਨਾ ਕਿੱਥੇ ਹੈਗੀ ਹੈ। ਲੱਖੀ ਕਲੋਨੀ ਜਿਹੜੀ ਆ ਉਹ ਕਚਹਿਰੀ ਚੌਂਕ ਦੇ, ਜਦੋਂ ਕਚਹਿਰੀ ਚੌਂਕ ਤੋਂ ਆਪਾਂ ਨਾਨਕਸਰ ਗੁਰਦੁਆਰੇ ਨੂੰ ਆਉਂਦੇ ਹਾਂ, ਨਾਨਕਸਰ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਗਲੀ ਲੱਖੀ ਕਲੋਨੀ ਜਾਂਦੀ ਹੈ। हाँ ਹੁਣ ਗੱਲ ਬਣੀ, ठीक है। रवि ਨੂੰ ਖਿੱਚ ਕੇ ਲੈਣਾ ਪੈਂਦਾ। रवि का अपना बड़ा उमदा किसान है। ਮੈਨੂੰ ਨਹੀਂ ਪਤਾ ਜਿੰਨੇ ਇੱਥੇ ਸਾਥੀ ਬੈਠੇ ਨੇ ਇਹਨਾਂ 'ਚੋਂ ਕਿੰਨੇ ਲੋਕਾਂ ਨੇ ਰਵਦੀਪ ਦਾ ਫਰਵਾਹੀ ਪਿੰਡ ਵਿੱਚ ਜਿਹੜਾ ਖੇਤ ਹੈ ਉਹ ਦੇਖਿਆ। ਕਿੰਨੇ ਕਿੰਨੇ ਨੇ ਦੇਖਿਆ? ਵੈਸੇ ਹੱਥ ਖੜਾ ਕਰੋ ਜ਼ਰਾ। ਇੱਥੇ ਕਿੰਨੇ ਕੁ ਲੋਕ ਨੇ? ਬਸ 2-3 ਲੋਕ ਹੀ ਨੇ। ਅੱਛਾ, ਇੱਕ ਪ੍ਰੋਗਰਾਮ ਤਾਂ ਫਿਰ ਰਵੀ ਦੇ ਖੇਤ ਹੀ ਕਰਨਾ ਪੈਣਾ, ਠੀਕ ਹੈ ਨਾ। ਰਵੀ ਦਾ ਖੇਤ ਵੀ ਦੇਖਣ ਵਾਲਾ ਹੈ। ਕੁਦਰਤੀ ਖੇਤੀ ਦੀ ਜਿਹੜੀ ਬਣਤਰ ਉਹਨੇ ਰੱਖੀ ਹੈ, ਉਹਦੀ ਫਿਲਾਸਫੀ, ਉਹਦਾ ਦਰਸ਼ਨ ਸੁਣਨ ਵਾਲਾ ਹੈ। ਰਵੀ ਸੁਭਾਅ ਤੋਂ ਅੰਤਰਮੁਖੀ ਵਿਅਕਤੀ ਹੈ, ਸ਼ਾਂਤ ਰਹਿਣ ਵਾਲਾ। ਸੋ ਰਵੀ ਜ਼ਿਆਦਾ ਗੱਲ ਨਹੀਂ ਕਰਦਾ, ਪਰ ਕੋਸ਼ਿਸ਼ ਕਰਾਂਗੇ ਰਵੀ ਨੂੰ ਕਦੀ ਆਪਾਂ ਸੁਣੀਏ ਉਹਦੀ ਗੱਲ ਵੀ ਡੂੰਘੀਆਂ ਨੇ, ਕਿਉਂਕਿ ਉਹਨੇ ਆਪਣੇ 'ਤੇ ਹੰਡਾਇਆ ਹੈ। ਉਹਨੇ ਕੁਦਰਤੀ ਖੇਤੀ ਨੂੰ ਆਪਣੇ ਉੱਤੇ ਹੰਡਾ ਕੇ ਸਿੱਖਿਆ, ਉਹਦੇ ਵਿੱਚੋਂ ਕੁਝ ਚੀਜ਼ਾਂ ਉਹਨੇ ਖੜੀਆਂ ਕੀਤੀਆਂ ਨੇ। ਸੋ ਅੱਛਾ ਰਹੇਗਾ ਅਗਲੀ ਵਾਰੀ ਕਦੀ ਫਰਵਾਹੀ ਪਿੰਡ 'ਚ ਇਕੱਠੇ ਹੁੰਦੇ ਆ, ਕੋਈ ਦਿਨ ਤੈਅ ਕਰਦੇ ਹਾਂ। ਅੱਜ ਕਣਕ ਦੀ ਵਾਢੀ ਕਦੋਂ ਸ਼ੁਰੂ ਹੋਣੀ ਹੈ ਤੁਹਾਡੇ ਇਲਾਕੇ 'ਚ? ਕੀ ਹਿਸਾਬ ਕਿਤਾਬ ਇੱਥੇ? ਹਰਮਨ ਜੀ ਕਦੋਂ ਤੋਂ? 13 ਅਪ੍ਰੈਲ ਤੋਂ। ਅਗੇਤੀ ਹੈ। अच्छा, फिर या तो कणक वढ़ के उस तो बाद कर लिए, फिर हाँ, या फिर कणक वढ़ के कर लिए फिर आरामदार, वो ठीक रहेगा। फिर अप्रैल दे अज तरीक है 21, फिर वो 21 अप्रैल के बाद ਆਪਾਂ ਮਹੀਨਾ ਦਾ ਗੈਪ ਦੇ ਲੈਂਦੇ ਹਾਂ। ਰਵੀ ਦੇ ਖੇਤ ਆਪਾਂ ਇਕੱਠੇ ਹੋਵਾਂਗੇ ਇੱਕ ਵਾਰੀ, ਆਪਾਂ ਨੂੰ ਠੀਕ ਰਹੇਗਾ। ਮੈਂ ਕੁਝ ਬਹੁਤ ਮੋਟੀਆਂ ਗੱਲਾਂ ਕਰਨੀਆਂ ਨੇ। ਕੁਦਰਤੀ ਖੇਤੀ ਦੀ ਗੱਲ ਜਗਤਾਰ ਧਾਰੀਵਾਲ ਜੀ ਨੇ ਕਰਤੀ ਹੈ। ਜਗਤਾਰ ਜੀ ਨੇ ਸਾਰੀ ਤਕਨੀਕਾਂ ਦੀ ਗੱਲ ਕਰ ਲਈ ਹੈ। ਇਹਦੇ 'ਚ ਜਗਤਾਰ ਜੀ ਨੂੰ ਚਾਹ ਪੀਣ ਚਲੇ ਗਏ ਨੇ। ਜਗਤਾਰ ਜੀ 2 ਮਿੰਟ ਤੇ ਆ ਜਾਓ ਜਰਾ। ਧਾਲੀਵਾਲ ਤਕਨੀਕਾਂ 'ਚ ਕੀ ਪ੍ਰੈਕਟਿਸ ਦੱਸਿਆ? ਜਸਵਿੰਦਰ ਜੀ ਕੀ ਦੱਸਿਆ ਇਹਨਾਂ ਨੇ? ਧਾਲੀਵਾਲ ਜੀ ਨੇ ਮਿਲਟਸ ਬਾਰੇ ਦੱਸਤਾ ਜੀ ਸਾਰਾ। ਹੋਰ ਆਰਗੈਨਿਕ ਖੇਤੀ ਬਾਰੇ ਸਾਰਾ ਦੱਸਤਾ ਜੀ, ਕਿੱਦਾਂ ਸਟਾਰਟ ਕਰਦੇ ਆਪਾਂ। ਠੀਕ ਹੈ। ਕੁਛ ਲੋਕਾਂ ਨੂੰ ਉਹ ਧਾਲੀਵਾਲ ਜੀ ਝੋਨੇ ਦੀ ਵੀ ਗੱਲ ਹੋਈ ਹੈ ਕਿ ਨਹੀਂ? ਝੋਨੇ ਦੀ ਗੱਲ ਹੋ ਗਈ? ਹੋ ਗਈ, ਠੀਕ ਹੈ। ਮੈਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਗਿਆਨ ਦੀ ਗੱਲਾਂ ਨੇ। ਕੁਦਰਤੀ ਖੇਤੀ ਕਿਉਂ ਕਰਦੇ ਹਾਂ ਸਭ ਨੂੰ ਪਤਾ ਹੈ, ਉਹਦੇ ਬਾਰੇ ਕੁਝ ਜ਼ਿਆਦਾ ਮੈਨੂੰ ਕਹਿਣ ਦੀ ਲੋੜ ਨਹੀਂ। ਮੇਰੇ ਤੋਂ ਵੱਧ ਜਾਣਨ ਵਾਲੇ ਲੋਕ ਇੱਥੇ ਬੈਠੇ ਹੋਣਗੇ। ਬਸ ਮੈਂ ਇੰਨਾ ਕਹਾਂਗਾ, ਕੁਦਰਤੀ ਖੇਤੀ ਇਕੱਲੇ ਜ਼ਹਿਰ ਤੋਂ ਮੁਕਤੀ ਨਹੀਂ ਹੈ। ਜ਼ਹਿਰ ਤੋਂ ਮੁਕਤੀ ਤਾਂ ਹੈ ਹੀ ਕਿ ਖੇਤਾਂ 'ਚ ਜ਼ਹਿਰ ਨਹੀਂ ਹੋਏਗਾ, ਅਤੇ ਜੇ ਖੇਤਾਂ 'ਚ ਜ਼ਹਿਰ ਨਹੀਂ ਹੋਏਗਾ ਤਾਂ ਖੁਰਾਕ ਵਿੱਚ ਜ਼ਹਿਰ ਨਹੀਂ ਹੋਏਗਾ। ਅਤੇ ਜ਼ਹਿਰ ਮੁਕਤ ਖੇਤ, ਜ਼ਹਿਰ ਮੁਕਤ ਖੁਰਾਕ, ਸਿਹਤਮੰਦ ਸਮਾਜ, ਇਹ ਜਿਹੜਾ ਇੱਕ ਅਸੀਂ ਤ੍ਰਿਕੋਣ ਕਹਿੰਦੇ ਹਾਂ। ਅਸੀਂ ਦੂਜੇ ਢੰਗ ਨਾਲ ਇਹਨੂੰ ਕਹਿੰਦੇ ਹਾਂ ਕਿ ਖੇਤੀ ਉਹ ਜਿਹੜੀ ਖੁਰਾਕ ਦੇਵੇ, ਅਤੇ ਖੁਰਾਕ ਉਹ ਜਿਹੜਾ ਸਿਹਤ ਅਤੇ ਪੋਸ਼ਣ ਦੇਵੇ। ਜਿਹੜੀ ਖੁਰਾਕ ਸਿਹਤ ਅਤੇ ਪੋਸ਼ਣ ਨਹੀਂ ਦਿੰਦੀ ਉਹ ਖੁਰਾਕ ਨਹੀਂ ਹੈ।
ਜਿਹੜੀ ਖੁਰਾਕ ਖਾਣ ਤੋਂ ਬਾਅਦ ਲੋਕੀ ਬਿਮਾਰ ਹੋਣ, ਡਾਕਟਰਾਂ ਕੋਲ ਜਾਣਾ ਪਵੇ, ਜੋੜ ਮਤਲਬ ਉੱਠੇ ਬੈਠੀਏ ਤੇ ਜਰਾ ਗੋਡਿਆਂ 'ਚੋਂ ਆਵਾਜ਼ ਆਵੇ ਔਰ ਲੋਕਾਂ ਦੀ ਢੂਈ ਦੁਖੇ, ਬਿਮਾਰੀਆਂ ਲੱਗਣ, ਉਹ ਫਿਰ ਖੁਰਾਕ ਨਹੀਂ ਹੈਗੀ। ਖੁਰਾਕ ਤਾਂ ਸਿਹਤ ਦੇਣ ਵਾਲੀ ਹੁੰਦੀ ਹੈ। ਇਹ ਸਾਰਾ ਜਿਹੜਾ ਵਰਤਾਰਾ ਹੈਗਾ ਕਿ ਆਪਣੀ ਖੇਤੀ ਦਾ ਰਿਸ਼ਤਾ ਖੁਰਾਕ ਨਾਲ ਟੁੱਟਿਆ ਤੇ ਖੁਰਾਕ ਦਾ ਰਿਸ਼ਤਾ ਸਿਹਤ ਅਤੇ ਪੋਸ਼ਣ ਦੇ ਨਾਲ ਟੁੱਟ ਗਿਆ। ਅੱਜ ਪੋਸ਼ਣ ਕਿੱਥੋਂ ਲੈ ਰਹੇ ਆਪਾਂ? ਡਾਕਟਰਾਂ ਦੀ ਦੁਕਾਨ, ਕੈਮਿਸਟ ਸ਼ਾਪਾਂ ਤੋਂ। ਤੇ ਆਹ ਜਿਹੜਾ ਸਾਰਾ ਵਰਤਾਰਾ ਹੈਗਾ ਇਹਨੂੰ ਬਦਲਣਾ ਉਹੀ ਸਰਬੱਤ ਦੇ ਭਲੇ ਦੀ ਗੱਲ ਹੋਏਗੀ। ਉਹਦੇ ਨਾਲ ਹੀ ਪੰਜਾਬ ਬਚੇਗਾ, ਉਹਦੇ ਨਾਲ ਹੀ ਪੰਜਾਬ ਚੜ੍ਹਦੀ ਕਲਾ 'ਚ ਰਹੇਗਾ। ਔਰ ਜਿਹੜਾ ਆਪਾਂ ਇਹ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ, ਇਹ ਕਿਸਾਨਾਂ ਦੇ ਸੰਘਰਸ਼ ਦੀ ਪੂਰਨਤਾ ਵੀ ਉਹਦੇ 'ਚ ਹੀ ਹੈ ਕਿ ਅਸੀਂ ਖੇਤੀ ਦੇ ਉਸ ਮਾਡਲ 'ਚੋਂ ਬਾਹਰ ਨਿਕਲੀਏ ਜਿਸ ਖੇਤੀ ਦੇ ਮਾਡਲ ਨੇ ਕਿਸਾਨਾਂ ਨੂੰ ਬਰਬਾਦ ਕੀਤਾ, ਕਿਸਾਨਾਂ ਨੂੰ ਖੁਦਕੁਸ਼ੀਆਂ ਵੱਲ ਧੱਕਿਆ, ਜ਼ਮੀਨਾਂ ਨੂੰ ਬਰਬਾਦ ਕਰਤਾ, ਪਾਣੀ ਨੂੰ ਬਰਬਾਦ ਕਰਤਾ, ਮਿੱਟੀ ਦੀ ਉਗਣ ਸ਼ਕਤੀ ਖਰਾਬ ਕਰਤੀ, ਸਾਡੀ ਅਨਾਜ ਦੀ ਜਿਹੜੀ ਤਾਕਤ ਹੈਗੀ ਹੈ ਉਹ ਖਤਮ ਹੋ ਗਈ, ਸਾਡੇ ਬੀਜ ਜਿਹੜੇ ਨੇ ਇੱਥੋਂ ਨਿਕਲ ਕੇ ਬੀਜ ਕੰਪਨੀਆਂ ਦੇ ਕੋਲ ਚਲੇ ਗਏ ਔਰ ਕਿਸਾਨ ਬਾਜ਼ਾਰ 'ਤੇ ਨਿਰਭਰ ਹੋ ਗਿਆ ਪੂਰੀ ਤਰ੍ਹਾਂ। ਖੇਤੀ ਦਾ ਉਹ ਮਾਡਲ ਬਦਲਣ ਦੀ ਲੋੜ ਹੈ ਔਰ ਉਸ ਮਾਡਲ ਦੇ ਬਦਲਣ ਦੇ ਨਾਲ ਹੀ ਜਿਹੜਾ ਹੈਗਾ ਪੰਜਾਬ ਦਾ ਵੀ ਭਲਾ ਹੈ, ਆਪਣਾ ਸਾਰਿਆਂ ਦਾ ਭਲਾ ਹੈਗਾ, ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਭਲਾ ਹੈਗਾ। ਸੋ ਮੈਨੂੰ ਇਹ ਲੱਗਦਾ ਹੈਗਾ ਕਿ ਬਰਨਾਲੇ ਦੇ ਵਿੱਚ ਬੜੀ ਅੱਛੀ ਟੀਮ ਹੈ। ਇਹ ਕ੍ਰਮ ਹਰ ਮਹੀਨੇ ਆਪਾਂ ਬਣਾ ਕੇ ਰੱਖਣਾ ਲਗਾਤਾਰ। ਇੱਥੇ ਹੋਰ ਵੀ ਕਈ ਕਿਸਾਨ ਨੇ ਜਿਹੜੇ ਗਰੇਵਾਲ ਸਾਹਿਬ ਬੈਠੇ ਨੇ, ਚਹਿਲ ਸਾਹਿਬ ਬੈਠੇ ਨੇ, ਜਿਹੜੇ ਕੁਦਰਤੀ ਖੇਤੀ ਕਰਦੇ ਨੇ। ਔਰ ਮੈਨੂੰ ਲੱਗਦਾ ਕਿ ਗਰੇਵਾਲ ਜੀ ਤੁਸੀਂ ਇੱਕ ਮਿੰਟ ਜਰਾ ਆਪਣੀ ਖੇਤੀ ਬਾਰੇ ਦੱਸੋ, ਆ ਕੇ 2 ਮਿੰਟ ਆ ਕੇ ਦੱਸ ਦਿਓ। ਸਰ ਚਹਿਲ ਸਾਹਿਬ ਤੁਸੀਂ ਵੀ ਆਓ, 2 ਮਿੰਟ ਤੁਸੀਂ ਵੀ ਦੱਸਣਾ ਜਰਾ ਬਸ ਸੰਖੇਪ 'ਚ ਆਪਣੇ ਇੰਟਰੋਡਕਸ਼ਨ ਦੇ ਕੇ ਆਪਣਾ ਕਿੱਥੇ ਖੇਤ ਹੈ, ਕੀ ਕਰ ਰਹੇ ਹੋ, ਸੰਖੇਪ ਦੱਸੋ ਜਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵਿੰਦਰ ਸਿੰਘ ਗਰੇਵਾਲ, ਮੈਂ ਬਿਜਲੀ ਬੋਰਡ 'ਚੋਂ ਬਤੌਰ ਐਕਸ਼ਨ ਸਿਵਲ ਰਿਟਾਇਰ ਹੋਇਆ ਅਤੇ ਹੁਣ ਪਿੰਡ ਸ਼ਹਿਣੇ 6 ਕਿੱਲਿਆਂ ਦੇ ਵਿੱਚ ਔਰਗੈਨਿਕ ਖੇਤੀ ਇਸ ਸਾਲ ਹੀ ਸ਼ੁਰੂ ਕੀਤੀ ਆ। ਪਿਛਲੇ ਸਾਲ ਸਾਉਣੀ ਮੈਂ ਬੀਜੀ ਨਹੀਂ ਸੀ ਅਤੇ ਉਹ ਮੈਂ ਖਾਲੀ ਛੱਡਿਆ ਸੀ, 2 ਵਾਰ ਐਰੋਗ੍ਰੀਨ ਬੀਜੀ ਸੀ। ਇਸ ਵਾਰ ਮੈਂ ਕਣਕ, ਸਰੋਂ, ਛੋਲੇ ਅਤੇ ਕੁਛ ਸੌਂਫ, ਅਲਸੀ, ਜੌਂ, ਕੁਛ ਫਸਲਾਂ ਬੀਜੀਆਂ। ਪਹਿਲੀ ਵਾਰੀ ਆ ਮੇਰੀ ਇਹ ਹਾੜੀ ਅਤੇ ਹੁਣ ਸਾਉਣੀ 'ਚ ਦੇਖਦੇ ਹਾਂ ਨਵੀਆਂ ਫਸਲਾਂ ਬੀਜਦੇ ਹਾਂ। ਮੈਂ ਸ਼ਹਿਣੇ ਪਿੰਡ ਸ਼ੁਰੂ ਕਰ ਰਿਹਾ, ਸਰਕਾਰੀ ਸਕੂਲ ਦੇ ਨਾਲ ਹੀ ਗਰੇਵਾਲ ਫਾਰਮ ਕਰਕੇ ਮੇਰਾ ਖੇਤ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਰਨੇਕ ਸਿੰਘ ਖੇੜੀ ਚਹਿਲਾ, ਜੋ ਕਿ ਇੱਥੋਂ ਨਜ਼ਦੀਕ ਹੀ ਹੈ, 6 ਕਿਲੋਮੀਟਰ 'ਤੇ। ਮੈਂ ਪਿਛਲੇ 7-8 ਸਾਲਾਂ ਤੋਂ ਆਰਗੈਨਿਕ ਖੇਤੀ ਕਰਦਾ ਔਰ 18 ਏਕੜ 'ਤੇ ਕਰ ਰਿਹਾ ਮੈਂ ਆਪਦੀ ਖੇਤੀ ਨੂੰ। ਪਰ ਬੀਜ ਤਾਂ ਮੈਂ ਜੇ ਮੋਟੀਆਂ ਫਸਲਾਂ ਹੀ ਦੇ ਹਾਂ, ਸਬਜ਼ੀ ਥੋੜ੍ਹੀ ਮੋਟੀ ਲਾਉਣੇ ਆ, ਦੂਜੀਆਂ ਫਸਲਾਂ ਬੀਜਦੇ ਹਾਂ, ਮਿਲਟ ਅਨਾਜ 21 ਬੀਜਾਂਗੇ। ਅਤੇ ਬਾਕੀ ਖੇਤੀ ਨੂੰ ਮੈਂ ਟੈਸਟਡ ਐਂਡ ਸਰਟੀਫਾਈਡ ਕਰਵਾ ਲਿਆ। ਜਿਹੜਾ ਆਪਣਾ ਖਾਣਾ ਹੈ ਉਹਨੂੰ ਫੇਅਰ ਲੈਵਲ ਗੁੜਗਾਉਂ ਤੋਂ ਟੈਸਟ ਕਰਵਾ ਲਿਆ, ਜਿਹਦੇ ਕਿ 87 ਟੈਸਟ ਹੋਏ ਨੇ, ਜਿਵੇਂ ਆਪਣੇ ਹਿਊਮਨ ਬੀਇੰਗ ਦੇ ਹੁੰਦੇ ਆ। ਉਹਦੇ ਸਾਰੇ ਟੈਸਟ ਕਲੀਅਰ ਹੋ ਗਏ, ਜਿਹਨੂੰ ਆਪਾਂ ਪ੍ਰੂਫ ਕਰ ਸਕਦੇ ਹਾਂ ਵੀ ਇਹ ਆਰਗੈਨਿਕ ਹੈ। ਠੀਕ ਹੈ, ਆਰਗੈਨਿਕ ਵੈਸੇ ਵਿਸ਼ਵਾਸ 'ਤੇ ਵੀ ਚੱਲਦੀ ਆ, ਤਾਂ ਵੈਸੇ ਇੱਕ ਆਪਣੀ ਨੌਲੇਜ ਵਾਸਤੇ ਉਹਨੂੰ ਟੈਸਟ ਕਰਵਾਇਆ, ਉਹ ਟੈਸਟ ਕਰਵਾ ਲਈ ਹੈ। ਉਹਦੀ ਤੁਹਾਡੀ ਜਿਹੜੀ ਆਰਗੈਨਿਕ ਵਾਲੀ ਹੈ ਉਹ ਖਾਣ 'ਚ ਉਹਦਾ ਸਵਾਦ ਜਾਂ ਉਹਦੀ ਸਿਹਤ ਦਾ ਕੋਈ ਰਿਸ਼ਤਾ ਉਹਦਾ ਕੀ ਹੈਗਾ ਮਾੜਾ ਜਿਹਾ? ਉਹਦਾ ਖਾਣ ਦੇ ਵਿੱਚ ਜਿਵੇਂ ਤੁਸੀਂ ਆਪਾਂ DAP ਵਾਲੀ ਕਣਕ ਖਾਂਦੇ ਹਾਂ, ਇਹਦੇ ਵਿੱਚ ਜ਼ਿੰਕ ਨਹੀਂ ਹੈਗਾ। ਜੋ DAP ਵਾਲੀ ਕਣਕ ਹੈ ਇਹਦੇ ਵਿੱਚ ਜ਼ਿੰਕ ਦੀ ਡੈਫੀਸ਼ੈਂਸੀ ਹੈ। ਕੋਈ ਵੀ ਇਨਸਾਨ ਅਗਰ DAP ਤੋਂ ਬਿਨਾਂ ਕਣਕ ਬੀਜੂਗਾ, ਉਹਦੇ ਵਿੱਚ ਜ਼ਿੰਕ ਹੈਗਾ, ਜਿਹੜਾ ਕਿ ਬਹੁਤ ਜ਼ਰੂਰੀ ਹੈ। ਚਾਹੇ ਉਹ ਡਿਲੀਵਰੀ ਪਸ਼ੂ ਦੀ ਹੈ, ਚਾਹੇ ਲੇਡੀਜ਼ ਹੈ, ਕੋਈ ਵੀ ਹੈ, ਉਹਨਾਂ ਨੂੰ ਜ਼ਿੰਕ ਬਿਨਾਂ ਨਹੀਂ ਸਰਦਾ। ਜਿਹੜੀ ਜ਼ਿੰਕ ਆਪਾਂ ਆਮ ਲੈਂਦੇ ਹਾਂ ਉਹ ਜ਼ਿੰਕ ਨਹੀਂ ਸਹੀ ਹੈਗੀ, ਉਹ ਆਪਾਂ ਨੂੰ ਸਭ ਪੱਥਰੀਆਂ ਪੈਦਾ ਕਰਦੀ ਹੈ। ਜਿਹੜੀ ਜ਼ਿੰਕ ਆਪਾਂ ਨਿਊਟ੍ਰੀਸ਼ਨ ਰਾਹੀਂ ਲਵਾਂਗੇ ਉਹ ਫਾਇਦੇਮੰਦ ਹੈ। ਇਸ ਕਰਕੇ ਜਿਹੜੀ ਆਪਾਂ ਆਰਗੈਨਿਕ ਖੇਤੀ ਕਰਾਂਗੇ, ਚਾਹੇ ਬਿੱਘਾ, 2 ਬਿੱਘੇ, 4 ਬਿੱਘੇ, ਜੋ ਵੀ ਕਰ ਸਕਦੇ ਹੋ, ਇਹਨੂੰ ਸ਼ੁਰੂ ਕਰੋ। ਬੀਜ ਤੁਹਾਨੂੰ ਮਿਲਣਗੇ, ਗਾਈਡਲਾਈਨਸ ਮਿਲੂਗੀ, ਅਤੇ ਬਾਕੀ ਜੋ ਤੁਸੀਂ ਚਾਹੋਗੇ ਸਭ ਕੁਝ ਮਿਲੂਗਾ। ਬਾਕੀ ਆ ਮੂਲ ਅਨਾਜ ਨੇ ਬਾਬੇ ਨਾਨਕ ਵੇਲੇ, ਜਿਵੇਂ ਕੋਧਰਾ ਭਾਈ ਲਾਲੋ ਨੇ ਛਕਿਆ ਸੀ ਪ੍ਰਸਾਦ ਵਜੋਂ, ਔਰ ਬਹੁਤ ਵਧੀਆ ਅਨਾਜ ਹੈ। ਤੁਸੀਂ ਇਹਨੂੰ ਛਕੋਗੇ, ਤੁਹਾਡੀ ਬਿਮਾਰੀਆਂ ਦੂਰ ਹੋ ਜਾਣਗੀਆਂ। ਐਵੇਂ ਜਿਵੇਂ ਜਿਹੜੀ ਇਹ ਕਣਕ DAP ਵਾਲੀ ਹੈ ਉਹ 10 ਕੁਇੰਟਲ, ਜਿਹੜੀ ਪਿਓਰ ਆਰਗੈਨਿਕ 5 ਸਾਲਾਂ ਦੀ ਹੈ ਉਹ 7 ਕੁਇੰਟਲ ਲੱਗੂ ਕਣਕ ਖਾਣ 'ਚ। ਇਹ ਕਿਉਂ?
ਕਿਉਂਕਿ ਜਿਹੜੇ ਉਹਦੇ ਪ੍ਰੋਟੀਨ ਤੇ ਨਿਊਟ੍ਰੀਸ਼ਨ ਵੈਲਿਊ ਆ ਪੂਰੀ ਹੈ, ਤੁਹਾਨੂੰ ਸਰੀਰ ਨੂੰ ਪੂਰੀ ਨਿਊਟ੍ਰੀਸ਼ਨ ਦੇਊਗਾ। ਐ ਨਹੀਂ ਹੈਗਾ ਵੀ ਆ ਭੁੱਖ ਲੱਗ ਗਈ। ਜਿਹੜਾ ਕੈਮੀਕਲ ਹੈ 2 ਘੰਟਿਆਂ ਬਾਅਦ ਬੰਦਾ ਖਾਈ ਜਾਂਦਾ ਹੈ। ਜਿਹੜਾ ਆਰਗੈਨਿਕ ਪਿਓਰ ਹੈ 5 ਸਾਲਾਂ ਦਾ ਬਣਿਆ ਹੋਇਆ ਆਪਦੇ ਖੇਤ 'ਚ, ਉਹਨੂੰ ਤੁਸੀਂ ਸਵੇਰ ਖਾ ਕੇ ਸ਼ਾਮ ਨੂੰ ਖਾ ਸਕਦੇ ਹੋ। ਇਸ ਕਰਕੇ ਤੁਹਾਨੂੰ ਕੋਈ ਬਹੁਤੀ ਮੂੰਹ ਮਾਰ ਦੀ ਬਾਜ਼ਾਰ 'ਚ ਲੋੜ ਨਹੀਂ ਪੈਂਦੀ। ਇਸ ਕਰਕੇ ਇਹਦਾ ਬਹੁਤ ਫਾਇਦਾ ਹੈ। ਸਾਰੇ ਰਲ ਮਿਲ ਕੇ ਲਾਈਏ। ਜਿਸ ਤਰ੍ਹਾਂ ਇਹ ਆਪਣਾ ਧਰਨਾ ਚੱਲ ਰਿਹਾ ਹੈ, ਇਹਦਾ ਅਲਟਰਨੇਟਿਵ ਹੀ ਆਰਗੈਨਿਕ ਖੇਤੀ ਹੈ। ਇਕੱਲਾ ਬਾਜ਼ਾਰ 'ਤੇ ਨਿਰਭਰ ਹੋ ਕੇ ਨਹੀਂ ਕੰਮ ਚੱਲਦਾ। ਆਪਾਂ ਨੂੰ ਆਪਣੇ ਪੈਰਾਂ ਸਿਰ ਖੜਾ ਹੋਣਾ ਪਊਗਾ। ਹੁਣ ਹੋ ਜਾਓ, ਨਹੀਂ 2 ਸਾਲਾਂ ਨੂੰ ਹੋ ਜਾਓ, ਹੋਣਾ ਪੈਣਾ, ਨਹੀਂ ਫਿਰ ਕੁਦਰਤ ਕਰੂਗੀ। ਕਿਉਂਕਿ ਮਾਹੌਲ ਇਤਨੀ ਵਿਗੜ ਗਿਆ ਕਿ ਬਹੁਤ ਜ਼ਿਆਦਾ। ਇਸ ਕਰਕੇ ਬਾਬੇ ਨਾਨਕ ਦੀ ਜੋ ਖੇਤੀ ਹੈ ਇਹਨੂੰ ਅਪਣਾਓ। ਇਕੱਲਾ ਬਾਬਾ ਨਾਨਕ ਇਹ ਨਹੀਂ ਹੈਗਾ ਵੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਕਹਿਤਾ, ਆਪਾਂ ਅਮਲ ਤਾਂ ਕਰਦੇ ਹੀ ਨਹੀਂ। ਸਾਰਾ ਜ਼ਿਮੀਂਦਾਰ ਹੈ ਇੱਥੇ ਸੁਣ ਕੇ ਵਗ ਗਿਆ, ਕਿਸੇ ਨੇ ਕਿੰਤੂ ਪਰੰਤੂ ਨਹੀਂ ਕਰਿਆ। ਚਾਹੇ ਕੋਈ ਵੀ ਹੈ, ਮੈਂ ਲੈਕਚਰ ਕਰ ਰਿਹਾ ਤਾਂ ਕਿਸੇ ਨੇ ਕਿੰਤੂ ਪਰੰਤੂ ਨਹੀਂ ਕਰਿਆ ਵੀ 7 ਕੁਇੰਟਲ ਕਿਉਂ ਲੱਗੂਗੀ। ਸੁਣੀ ਜਾਂਦੇ ਆ, ਬੈਠੇ ਆ, ਐ ਗੱਲਾਂ ਨਹੀਂ ਹੁੰਦੀਆਂ। ਕੋਈ ਕੁਐਸਚਨ ਕਰੋ, ਪੁੱਛੋ, ਫੇਰ ਹੀ ਸਾਰੇ ਜਾਗਾਂਗੇ, ਨਹੀਂ ਕੋਈ ਫਾਇਦਾ ਨਹੀਂ। ਚਲੋ ਜੀ, ਵਾਹਿਗੁਰੂ। ਬਹੁਤ ਵਧੀਆ, ਬਹੁਤ ਵਧੀਆ। ਰਵੀ ਜੀ, ਇੱਕ ਮਿੰਟ ਤੁਸੀਂ ਦੱਸੋ ਆਪਣੀ ਖੇਤੀ ਬਾਰੇ ਜ਼ਰਾ। ਰਵਦੀਪ ਫਰਵਾਈ ਜੀ ਨੂੰ ਬੇਨਤੀ ਕਰਾਂਗਾ, ਰਵਦੀਪ ਜੀ ਵੀ ਆਪਣੀ ਖੇਤੀ ਦੇ ਬਾਰੇ ਸੰਖੇਪ 2 ਮਿੰਟ 'ਚ ਦੱਸਣ। ਤੁਹਾਡੀ ਤੋਂ ਹੋਰ ਤਾਂ ਕੋਈ ਨਹੀਂ ਖੇਤੀ, ਕੁਦਰਤੀ ਖੇਤੀ ਕਰ ਰਿਹਾ, ਕੋਈ ਹੋਰ ਹੈਗਾ ਜਿਹਨੂੰ ਮੈਂ ਨਾ ਜਾਣਦਾ ਹਾਂ? ਆਓ ਰਵੀ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ 6 ਏਕੜ ਵਿੱਚ ਕੁਦਰਤੀ ਖੇਤੀ ਕਰਦਾ ਅਤੇ ਉਹਦੇ ਵਿੱਚ ਲਗਭਗ ਅਨਾਜ, ਦਾਲਾਂ, ਸਬਜ਼ੀਆਂ, ਫਲ, ਤੇਲ ਬੀਜ, ਸੋ ਹਰ ਕਿਸਮ ਦੀ ਫਸਲ ਕਰੀਬ ਸਾਲ ਦੇ ਵਿੱਚ ਦੇਖੀਏ ਤਾਂ 35-40 ਕਿਸਮ ਦੀਆਂ ਜਾਂ ਸ਼ਾਇਦ 45 ਕਿਸਮ ਦੀਆਂ ਫਸਲਾਂ ਉਗਾਉਂਦੇ ਉੱਥੇ ਅਸੀਂ। ਅਤੇ ਕੁਛ ਦੁੱਧ ਵਾਲੇ ਪਸ਼ੂ ਵੀ ਰੱਖੇ ਹੋਏ ਨੇ। ਹੁਣ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਵੀ ਰੱਖੇ 1-2 ਥੋੜ੍ਹਾ ਜਿਹਾ। ਅਤੇ ਮਸ਼ੀਨਰੀ ਕੋਈ ਖਾਸ ਹੈ ਨਹੀਂ ਮੇਰੇ ਕੋਲ। ਟਰੈਕਟਰ ਸੀ ਉਹ ਵੀ ਵੇਚਤਾ, ਸੋ ਉਹ ਵੀ ਮੰਗ ਤੰਗ ਕੇ ਚੱਲ ਜਾਂਦਾ ਕੰਮ। 10 ਕੁ ਸਾਲਾਂ 'ਚ ਮੇਰਾ ਇੱਕੋ ਹੀ ਤਜਰਬਾ ਹੈ ਇਸ ਖੇਤੀ ਬਾਰੇ ਕਿ ਜਦੋਂ ਅਸੀਂ ਕੋਈ ਖੇਤੀ ਕਰਨ ਦੀ ਗੱਲ ਕਰਦੇ ਹਾਂ ਜਾਂ ਕੋਈ ਫਸਲ ਬੀਜਣ ਦੀ ਗੱਲ ਕਰਦੇ ਹਾਂ ਤਾਂ ਉਹਦੇ ਤੋਂ ਪਹਿਲਾਂ ਉਹਦਾ ਅਸੀਂ ਖਰਚਾ ਜਿਹੜਾ ਉਹਦੇ ਉੱਤੇ ਕਰਨਾ, ਉਹਦੀ ਤਿਆਰੀ ਕਰ ਲੈਂਦੇ ਬਹੁਤ ਵੱਡੀ। ਇੱਕ ਫਸਲ ਬੀਜਣੀ ਆ, ਉਹਦੀ ਤਿਆਰੀ ਲਈ ਸਾਡੇ ਕੋਲ ਲੱਖਾਂ ਦਾ ਖਰਚਾ ਪਹਿਲਾਂ ਬਜਟ ਖੜਾ ਹੁੰਦਾ। ਪਰ ਖੇਤੀ ਜਿਹੜੀ ਮੈਂ ਦੇਖੀ ਆ ਉਹ ਤਾਂ ਜੁਗਾੜਬਾਜੀ ਦੀ ਹੈ ਵੀ ਤੁਹਾਡਾ ਸਰਦਾ ਕਿਵੇਂ ਆ ਘੱਟ ਤੋਂ ਘੱਟ 'ਚ। ਅਸੀਂ ਸਾਰਾ ਦਿਮਾਗ ਉੱਧਰ ਹੀ ਲਾਉਣਾ। ਦੂਸਰੀ ਗੱਲ ਜਿਹੜੀ ਚਹਿਲ ਸਾਹਿਬ ਨੇ ਕਹੀ ਕਿ ਅਸੀਂ ਸਵਾਲ ਕੋਈ ਪੁੱਛਦੇ ਨਹੀਂ, ਮੀਟਿੰਗ ਖਤਮ ਹੋਈ, ਕੱਪੜੇ ਝਾੜੇ, ਨਾਲ ਹੀ ਗੱਲਾਂ ਝਾੜਤੀਆਂ ਅਤੇ ਘਰੇ ਜਾ ਕੇ ਉਹੀ ਸਾਰਾ ਕੁਛ ਉਵੇਂ ਚੱਲ ਪੈਂਦਾ। ਸੋ ਥੋੜ੍ਹਾ ਜਿਹਾ ਸਾਨੂੰ ਇਹ ਵੀ ਜਿਹੜਾ ਬੰਦਾ ਇੱਥੇ ਬੋਲਦਾ ਨਾ, ਜਿੰਨਾ ਚਿਰ ਤੁਹਾਡੇ ਸਵਾਲ ਉਹ ਬੰਦੇ ਨੂੰ ਮੁੜਕਾ ਨਹੀਂ ਆਉਣ ਲਾਉਂਦੇ, ਉਹਨਾਂ ਚਿਰ ਨਾ ਤੁਹਾਡੇ ਆਉਣ ਦਾ ਫਾਇਦਾ ਨਾ ਇਹਨਾਂ ਦੇ ਆਉਣ ਦਾ ਫਾਇਦਾ। ਸਹੀ ਗੱਲ। ਧੰਨਵਾਦ। ਮੈਨੂੰ ਲੱਗਦਾ ਕਿ ਵਾਕਈ ਸ਼ਰਧਾਲੂ ਬਣ ਕੇ ਸੁਣਨਾ ਨਹੀਂ, ਠੀਕ ਹੈ, ਸੁਣਨਾ ਚਾਹੀਦਾ ਢੰਗ ਨਾਲ, ਲੇਕਿਨ ਇਹ ਗਿਆਨ ਦੀ ਗੱਲ ਹੈ, ਵਿਗਿਆਨ ਦੀ ਗੱਲ ਹੈ। ਇਸ ਕਰਕੇ ਸਵਾਲ ਤਾਂ ਖੜੇ ਕਰਨੇ ਪੈਣਗੇ। ਔਰ ਇਹ ਜਿਹੜੀ ਗੱਲ ਹੈਗੀ ਹੈ, ਕਿਉਂਕਿ ਖੇਤੀ ਦਾ ਗਲਤ ਮਾਡਲ ਸਾਡੇ 'ਤੇ ਥੋਪਿਆ ਗਿਆ। ਅੱਛਾ, ਉਹ ਤਾਂ ਥੋਪਿਆ ਗਿਆ, ਅਸੀਂ ਉਹਨੂੰ ਥੋਪਣ ਦਿੱਤਾ, ਅਸੀਂ ਉਹਨੂੰ ਸਵਾਲ ਹੀ ਨਹੀਂ ਕੀਤੇ। ਦੇਖੋ 1968, 68, 67 'ਚ ਹਰੇ ਇਨਕਲਾਬ ਵਾਲਾ ਮਾਡਲ ਜਿਹੜਾ ਹੈਗਾ ਉਹ ਆਉਣਾ ਸ਼ੁਰੂ ਹੋਇਆ, ਤੱਕਣਾ ਸ਼ੁਰੂ ਹੋਇਆ। 1980 ਆਉਂਦੇ ਉਹਦੇ ਮਾੜੇ ਨਤੀਜਿਆਂ ਦੀ ਗੱਲ ਸ਼ੁਰੂ ਹੋ ਗਈ ਸੀ। ਅਗਰ ਤੁਸੀਂ 1980, 81, 82 ਦੀ ਕਈ ਯੂਨੀਵਰਸਿਟੀਆਂ ਦੇ ਰਿਸਰਚ ਪੇਪਰ ਪੜ੍ਹੋ ਤਾਂ ਉਦੋਂ ਆਉਂਦਾ 1984 ਤੇ ਕਈ ਕਿਤਾਬਾਂ ਛਪੀ ਗਈਆਂ ਸੀ ਕਿ ਜਿਹਦੇ ਵਿੱਚ ਦੱਸ ਰਿਹਾ ਸੀ ਵੀ ਇਹਦੇ ਮਾੜੇ ਨਤੀਜੇ ਵੀ ਆ ਰਹੇ ਨੇ, ਅਸਰ ਆ ਰਹੇ ਨੇ, ਪਰ ਅਸੀਂ ਨਹੀਂ ਸਵਾਲ ਕੀਤਾ। ਸੋ ਖੇਤੀ ਦਾ ਗਲਤ ਮਾਡਲ, ਕਿਉਂਕਿ ਖੁਰਾਕ ਦਾ ਗਲਤ ਮਾਡਲ ਹੋਇਆ, ਔਰ ਖੁਰਾਕ ਦੇ ਗਲੇ ਮਾਡਲ 'ਚੋਂ ਖੇਤੀ ਦਾ ਗਲਤ ਮਾਡਲ, ਉਹ 'ਚੋਂ ਕਿਸਾਨਾਂ ਦੀ ਖੁਦਕਸ਼ੀਆਂ, ਉਹਦੇ 'ਚੋਂ ਜ਼ਹਿਰ, ਉਹਦੇ 'ਚੋਂ ਬਿਮਾਰੀਆਂ, ਆਪਾਂ ਸਾਰੇ ਤੋਂ ਫਸ ਗਏ। ਸੋ ਇਹ ਕੁਦਰਤੀ ਖੇਤੀ ਦੀ ਲਹਿਰ 'ਚ ਸਭ ਨੂੰ ਸ਼ਾਮਿਲ ਹੋਣਾ ਚਾਹੀਦਾ। ਸਾਰੇ ਆਪਣੇ ਘਰ ਵਾਸਤੇ ਘੱਟੋ ਘੱਟ ਖਾਣ, ਆਪਣੇ ਘੱਟੋ ਘੱਟ ਆਪਣੇ ਘਰ ਵਾਸਤੇ ਉਗਾਉਣ। ਜ਼ਿਆਦਾ ਉਗਾਓਗੇ ਜ਼ਿਆਦਾ ਵਧੀਆ ਹੈਗਾ, ਮੇਰਾ ਕਹਿਣਾ ਹੈਗਾ। ਔਰ ਪੈਸਾ ਕਮਾਉਣਾ ਹੀ ਇਕੱਲਾ ਨਹੀਂ, ਪੰਜਾਬ ਦੀ ਹੋਂਦ ਦਾ ਸਵਾਲ ਹੈ, ਖੇਤੀ ਦੀ ਹੋਂਦ ਦਾ ਸਵਾਲ ਹੈ। ਆਪਾਂ ਪੈਸਾ ਕਮਾਵਾਂਗੇ ਤਾਂ ਸਾਰਾ ਪੈਸਾ ਆਪਾਂ ਦੇ ਰਹੇ ਹਾਂ ਹਸਪਤਾਲਾਂ ਦੇ ਵਿੱਚ। ਪੰਜਾਬ 'ਚ ਅੱਗੇ ਇੱਕ ਕੈਂਸਰ ਹਸਪਤਾਲ ਹੁੰਦਾ ਸੀ, ਮੋਹਨਦਾਈ ਯਸਵਲ ਕੈਂਸਰ ਹਸਪਤਾਲ। ਅੱਜ ਪੰਜਾਬ 'ਚ 40 ਕੈਂਸਰ ਹਸਪਤਾਲ ਨੇ ਘੱਟੋ ਘੱਟ। ਬਠਿੰਡਾ 'ਚ 10 ਹੋਣਗੇ, ਮੋਹਾਲੀ 'ਚ 10 ਹੋਣਗੇ, ਚੰਡੀਗੜ੍ਹ 'ਚ 10 ਹੋਣਗੇ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਸੰਗਰੂਰ, ਤੁਸੀਂ ਨਾਮ ਲਓ ਸ਼ਹਿਰ ਦਾ। ਪੰਜਾਬ ਦਾ ਮੁੱਖ ਮੰਤਰੀ ਅੱਜ ਤੋਂ 2 ਸਾਲ 4 ਸਾਲ ਪਹਿਲੇ ਤੱਕ ਪ੍ਰਧਾਨ ਮੰਤਰੀ ਨੂੰ ਮਿਲਦਾ ਸੀ ਤੇ ਕੀ ਮੰਗਦਾ ਸੀ? ਇੱਕ ਨਵਾਂ ਕੈਂਸਰ ਹਸਪਤਾਲ। ਇਹ ਪੰਜਾਬ ਦੀ ਸਥਿਤੀ ਹੈ, ਹਾਲਾਤ ਬਣ ਗਏ ਨੇ। ਸੋ ਇਹ ਤੋਂ ਅਗਰ ਬਚਣਾ ਹੈ, ਇਕੱਲਾ ਕੈਂਸਰ ਦਾ ਹੀ ਨਹੀਂ,
ਇਹ ਜਿਹੜੇ ਪ੍ਰਜਨਨ ਸਟੇਜ ਨੂੰ ਕਹਿੰਦੇ ਆ, ਸ਼ੁਕਰਾਣੂਆਂ ਦੀ ਗਿਣਤੀ ਕਿਤੇ ਲੱਗਦਾ ਲਗਾਤਾਰ ਘਟਣਾ, ਨਾ ਮਰਦਗੀ, ਬੱਚੇ ਡਿੱਗਣਾ, ਲੂਲੇ ਲੰਗੜੇ ਬੱਚੇ ਪੈਦਾ ਹੋਣਾ, ਲੰਬੀ ਲਿਸਟ ਹੈ ਇਹਨਾਂ ਚੀਜ਼ਾਂ ਦੀ। ਸੋ ਹੈ ਸਾਡੀ ਸੱਭਿਅਤਾ, ਪੰਜਾਬ ਦੀ ਸੱਭਿਅਤਾ, ਸਿੰਧ ਘਾਟੀ ਦੀ ਸੱਭਿਅਤਾ ਫਿਰ ਉਜੜਨ ਨੂੰ ਤਿਆਰ ਹੈ, ਇਹ ਕਹਿ ਸਕਦੇ ਹਾਂ। ਅਗਰ ਉਹਨੂੰ ਬਚਾਉਣਾ ਹੈ ਤਾਂ ਕੁਦਰਤੀ ਖੇਤੀ ਔਰ ਜੀਵਨ ਸ਼ੈਲੀ, ਇਹ ਕੁਦਰਤੀ ਜੀਵਨ ਸ਼ੈਲੀ, ਉਹਦੇ ਲੜ ਲੱਗਣਾ ਪਏਗਾ। ਇਹ ਵਾਰਤਾ ਆਪਾਂ ਜਾਰੀ ਰੱਖਾਂਗੇ। ਬਸ ਮੈਂ ਇੰਨੀ ਗੱਲ ਹੀ ਕਰਨੀ ਹੈ। ਆਪਾਂ ਅਗਰ ਅਪ੍ਰੈਲ ਦੀ ਕੋਈ ਡੇਟ ਰਵੀ ਜੀ ਆਪਾਂ ਡਿਸਾਈਡ ਕਰ ਦਈਏ, ਅਗਰ ਜਰਾ ਕੋਈ ਫਰਵਰੀ ਦੀ, ਮਈ ਦੇ ਪਹਿਲੇ ਹਫ਼ਤੇ ਰੱਖ ਲਈਏ। ਕੋਈ ਕੱਢੋ ਜਰਾ, ਕੋਈ ਐਤਵਾਰ ਤਾਂ ਨਹੀਂ ਚਾਹੀਦਾ, ਕੋਈ ਐਤਵਾਰ ਦਾ ਕੋਈ ਚੱਕਰ ਨਹੀਂ। ਸ਼ਨੀਵਾਰ ਰੱਖੋ ਜੀ, ਐਤਵਾਰ ਨੂੰ ਬਹੁਤ। ਉਹ ਸ਼ਨੀਵਾਰ ਨੂੰ ਦੁਕਾਨ ਹੁੰਦੀ ਤੁਹਾਡੀ, ਚਲੋ ਇਹਨਾਂ ਦਾ ਰੱਖ ਲਓ ਜੀ, ਐਤਵਾਰ ਹੀ ਠੀਕ ਰਹੂਗਾ ਜੀ। ਐਤਵਾਰ ਹੀ ਰੱਖੋ ਜੀ, ਚਲੋ ਠੀਕ ਹੈ। ਮਈ ਦਾ ਪਹਿਲੇ ਹਫ਼ਤੇ ਦਾ ਐਤਵਾਰ ਕੱਢੋ। ਪਹਿਲਾ ਹਫ਼ਤਾ ਐਤਵਾਰ ਕਦੋਂ ਆ? ਹਾਂਜੀ 2 ਮਈ ਦਾ। ਚਲੋ ਹਾਂ ਪੱਕਾ 2 ਦਾ ਨਹੀਂ ਕਰਨਾ, 9 ਦਾ ਠੀਕ ਹੈ ਜੀ। 9 ਮਈ ਨੂੰ ਦੁਬਾਰਾ ਇਕੱਠੇ ਹੋਵਾਂਗੇ। ਕੁਦਰਤੀ ਖੇਤੀ ਦੀ ਵਾਰਤਾ, ਜ਼ਿੰਦਗੀ ਦੀ ਵਾਰਤਾ, ਸਰਬੱਤ ਦੇ ਭਲੇ ਦੀ ਵਾਰਤਾ, ਪੰਜਾਬ ਦੀ ਚੜ੍ਹਦੀ ਕਲਾ ਦੀ ਵਾਰਤਾ 9 ਮਈ ਨੂੰ ਸਵੇਰੇ ਆਪਾਂ 9:30 ਵਜੇ ਦਾ ਟਾਈਮ ਰੱਖਦੇ ਹਾਂ। ਗਰਮੀਆਂ ਹੋ ਜਾਣਗੀਆਂ, 9:30 ਵਜੇ ਤੱਕ ਬਹੁਤ ਉਜਾਲਾ ਹੋ ਜਾਂਦਾ ਹੈ, ਬਲਕਿ 9 ਵਜੇ ਰੱਖੋ, 9 ਵਜੇ ਅਨਾਉਂਸਮੈਂਟ ਕਰੋ, ਠੀਕ ਹੈ। ਇੱਕ ਚਾਬੀ ਡਿੱਗੀ, ਇਹ ਚਾਬੀ ਡਿੱਗੀ ਜੀ ਕਿਸੇ ਦੀ, ਜਿਹੜਾ ਕੋਈ ਜਿਹੜਾ ਸੱਜਣ ਹੈਗਾ ਆਪਣੀ ਚਾਬੀ ਬਾਅਦ 'ਚ ਲੈ ਲਵੇ ਯਾਰ ਇੱਥੋਂ। ਇਹ ਭਾਈ ਸਾਹਿਬ ਆਪਾਂ ਸਾਲ ਬਾਅਦ ਇੱਕ ਚੇਤ ਵਿੱਚ ਰੱਖਿਆ ਕਰਾਂਗੇ। ਹਾਂ ਉਹ ਵੀ ਕਰਾਂਗੇ ਪਹਿਲੇ। ਬਸ ਹੁਣ ਆਪਾਂ 9 ਮਈ ਨੂੰ ਮਿਲਣਾ ਫਰਵਾਹੀ ਪਿੰਡ। ਫਰਵਾਹੀ ਪਿੰਡ ਦੇ ਵਿੱਚ ਇਹਨਾਂ ਰਵੀ ਦਾ ਖੇਤ ਬਾਰ-ਬਾਰ ਹੈ। ਰਵੀ ਜੀ ਖੇਤ ਕਿੱਥੇ ਕੁ ਪੈਂਦਾ, ਜਰਾ ਮਾੜਾ ਜਿਹਾ ਸਮਝਾ ਦਿਓ। ਰਵੀ ਦਾ ਖੇਤ ਦੇਖਣ ਵਾਲਾ ਜੇ ਸਭ ਨੇ ਆਉਣਾ, ਜਿੰਨੇ ਲੋਕ ਆਏ ਨੇ ਸਾਰੇ ਆਓ, ਹੋਰ ਲੋਕਾਂ ਨੂੰ ਵੀ ਲੈ ਕੇ ਆਓ। ਮਾੜਾ ਖੇਤ ਦੱਸੋ ਜਰਾ ਕੋਈ। ਐਡਰੈਸ ਪੂਰਾ ਦਿਓ, ਫਰਵਾਹੀ ਪਿੰਡ ਪੈਂਦਾ ਕਿੱਥੇਗਾ? ਹੁਣ ਅਸੀਂ ਡਿਸਟ੍ਰਿਕਟ ਪਟਿਆਲੇ ਤੋਂ ਆਏ ਹਾਂ, ਸਾਨੂੰ ਪਤਾ ਨਹੀਂ। ਸਮਝਾਓ ਬਿਲਕੁਲ ਬਰਨਾਲਾ ਹੀ ਹੈ ਜੀ। ਇਹ ਡਿਸਟ੍ਰਿਕਟ ਬਰਨਾਲਾ ਹੀ ਹਾਂਜੀ, ਬਰਨਾਲਾ ਸੰਗਰੂਰ ਰੋਡ ਤੋਂ ਜਦੋਂ ਆਪਾਂ ਫਰਵਾਹੀ ਨੂੰ ਮੁੜਦੇ ਹਾਂ ਜੀ, ਉਸ ਰੋਡ ਤੇ ਖੱਬੇ ਹੱਥ ਪਹਿਲੀ ਪਹੀ ਆ, ਬਸ ਉਹ ਮੇਰੇ ਖੇਤ 'ਚ ਹੀ ਆ। ਉੱਥੇ ਫਰਵਾਹੀ ਰੋਡ ਤੇ ਕਰਤਾਰ ਫਾਰਮ ਦਾ ਬੋਰਡ ਲੱਗਿਆ। ਉੱਥੇ ਝੰਡੇ ਝੁੰਡੇ ਲੱਗੇ ਹੋਣਗੇ ਸਾਰੇ। ਇੱਕ ਕੰਟੈਕਟ ਨੰਬਰ ਬੋਲ ਦਿਓ। 9881 80780। ਆਪਾਂ 9 ਵਜੇ ਮਿਲਾਂਗੇ ਜਰਾ 9 ਮਈ ਨੂੰ। 9 ਮਈ 9 ਵਜੇ ਐਤਵਾਰ ਹੈਗਾ। ਔਰ ਬੀਬੀਆਂ ਭੈਣਾਂ ਵੀ ਆਉਣ। ਕੋਸ਼ਿਸ਼ ਕਰਾਂਗੇ ਜਿਹੜੀ ਬੀਬੀਆਂ ਸਾਡੀਆਂ ਘਰੇਲੂ ਬਗੀਚੀ ਦਾ ਕੰਮ ਕਰ ਰਹੀਆਂ ਨੇ, ਜ਼ਹਿਰ ਮੁਕਤ ਖੁਰਾਕ ਦੀ ਗੱਲ ਕਰ ਰਹੀ ਹੈ, ਉਹਦੀ ਗੱਲ ਕਰਾਂਗੇ। ਉਸ ਨੂੰ ਕੁਝ ਰਸੋਈ ਦੀ ਗੱਲ ਵੀ ਕਰਾਂਗੇ, ਖਾਣ ਪਕਾਉਣ ਦੀ ਗੱਲ ਵੀ ਕਰਾਂਗੇ। ਸੋ ਸਾਰਿਆਂ ਦਾ ਧੰਨਵਾਦ, ਤੁਸੀਂ ਸਾਰੇ ਆਏ। ਸਰਪੰਚ ਸਾਹਿਬ ਕੁਝ ਕਹਿਣਾ?